ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਰਾਗ ਗੌੜੀ ਗੌਰੈੜੀ, ਮਹੱਲਾ ਪੰਜਵਾਂ, ਚੌਪ ਦੇ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾਜ ਮੀਨ ਕੋ ਰੰਗਾ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਾਜ ਮੀਨ ਕੋ ਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ ਮਿਲਨ ਕੀ ਬਰੀਆ, ਚਿਰਾਂ ਕਾਲ ਏ ਦੇ ਸੰਜਰੀਆ। ਪਰਮ ਸੰਤ ਸਤਿਗੁਰੂ ਹਜ਼ੂਰ ਪੰਜਵੇਂ ਪਾਤਸ਼ਾਹ ਅਰਜਨ ਦੇਵ ਜੀ ਮਹਾਰਾਜ, ਜਿਸ ਤਰ੍ਹਾਂ ਬੱਚੇ ਘਰ 'ਚੋਂ ਖੇਡਣ ਜਾਂਦੇ ਨੇ, ਬਾਹਰ ਕਿਸੇ ਕੰਮ ਕਾਰ ਵਾਸਤੇ ਜਾਂਦੇ ਨੇ, ਅਤੇ ਕਈ ਵਾਰ ਬਾਹਰ ਜਾ ਕੇ ਬਾਹਰ ਦੇ ਹੀ ਮਾਹੌਲ ਦੇ ਵਿੱਚ ਰੰਗੇ ਜਾਂਦੇ ਨੇ, ਉੱਥੇ ਆਪਣੇ ਘਰ ਨੂੰ ਹੀ ਭੁੱਲ ਜਾਂਦੇ ਨੇ, ਆਪਣੇ ਦੇਸ਼ ਨੂੰ ਭੁੱਲ ਜਾਂਦੇ ਨੇ ਕਿ ਅਸੀਂ ਕਿੱਥੋਂ ਆਏ ਹਾਂ, ਸਾਡੀ ਪਹਿਚਾਣ ਕੀ ਹੈ। ਉਸ ਚੀਜ਼ ਨੂੰ ਭੁੱਲ ਕੇ ਉਹ ਆਪਣੇ ਆਪ ਨੂੰ ਵੀ ਉਸੇ ਤਰ੍ਹਾਂ ਹੀ ਸਮਝਣ ਲੱਗ ਪੈਂਦੇ ਨੇ। ਲੇਕਿਨ ਆਪਣੇ ਘਰ ਦੇ ਵਿੱਚ ਜੋ ਸਾਨੂੰ ਸ਼ਾਂਤੀ ਆਉਂਦੀ ਹੈ, ਜੋ ਆਪਣਾ ਘਰ ਹੁੰਦਾ ਹੈ, ਉਹ ਆਪਣਾ ਹੀ ਹੁੰਦਾ ਹੈ। ਅਤੇ ਉਹ ਸੰਤ ਸਤਿਗੁਰੂ ਸਾਨੂੰ ਯਾਦ ਕਰਵਾ ਰਹੇ ਨੇ। ਸਾਰੇ ਹੀ ਸੰਤ ਮਹਾਤਮਾ ਜਿਨ੍ਹਾਂ ਦੀ ਵੀ ਤੁਸੀਂ ਅੱਜ ਤੱਕ ਬਾਣੀ ਸੁਣੀ ਹੈ, ਸਾਰਿਆਂ ਨੇ ਹੀ ਇਹ ਗੱਲ ਸਾਨੂੰ ਯਾਦ ਕਰਵਾਈ ਹੈ। ਜਦੋਂ ਵੀ ਅਸੀਂ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਉਹਦੇ ਵਿੱਚ ਇੱਕ ਸਾਨੂੰ ਯਾਦ ਦਿਵਾਉਂਦੇ ਨੇ ਕਿ ਬਈ ਅਸੀਂ ਇੱਥੇ ਆਏ ਹਾਂ ਅਤੇ ਕਾਹਦੇ ਵਾਸਤੇ ਆਏ ਹਾਂ, ਸਾਨੂੰ ਇਹ ਜਨਮ ਮਿਲਿਆ ਹੈ ਕਾਹਦੇ ਵਾਸਤੇ ਮਿਲਿਆ ਹੈ, ਕਿ ਇੱਥੇ ਖਾਣ ਪੀਣ ਵਾਸਤੇ ਆਏ ਹਾਂ ਜਾਂ ਕੋਈ ਸੰਸਾਰੀ ਕੰਮਾਂ ਕਾਰਾਂ ਵਾਸਤੇ ਆਏ ਹਾਂ। ਸਵਾਮੀ ਜੀ ਮਹਾਰਾਜ ਨੇ ਵੀ ਫਰਮਾਇਆ, ਉਹਨੇ ਕਿਹਾ ਕਿ ਮਿਲੀ ਨਰ ਦੇ ਜੇ ਤੁਮ ਕੋ ਬਣਾਓ ਕਾਜ ਕੁਛ ਆਪਣਾ। ਉਹਨਾਂ ਨੇ ਕੰਮ ਤਾਂ ਅਸੀਂ ਆਪਣੇ ਹੀ ਕਰ ਰਹੇ ਹਾਂ, ਸਾਰੇ ਆਣ ਕੇ ਇੱਥੇ ਕੋਈ ਕਿਸੇ ਦਾ ਕੰਮ ਨਹੀਂ ਕਰਦਾ, ਪਰ ਫਿਰ ਵੀ ਉਹਨਾਂ ਨੇ ਯਾਦ ਦਿਵਾਇਆ ਕਿ ਮਿਲੀ ਨਰ ਦੇ ਜੇ ਤੁਮ ਕੋ ਬਣਾਓ ਕਾਜ ਕੁਛ ਆਪਣਾ। ਔਰ ਅੱਗੇ ਉਹ ਜਿਹੜੀ ਚੀਜ਼ ਦੱਸੀ ਜਿਹਦੇ ਵਾਸਤੇ ਅਸੀਂ ਆਪਣਾ ਸਾਰਾ ਜੀਵਨ ਕਈ ਵਾਰੀ ਬਰਬਾਦ ਕਰ ਦਿੰਦੇ, ਕਿਹਾ ਦੇਹ ਔਰ ਗ੍ਰਹਿ ਸਭ ਝੂਠਾ, ਭਰਮ ਮੇ ਕਾਹੇ ਕੋ ਖਪਨਾ। ਪਹਿਲਾਂ ਆਪਣੀ ਦੇਹ ਦੀ ਗੱਲ ਕੀਤੀ, ਕਿਉਂਕਿ ਜਾਂ ਅਸੀਂ ਆਪਣੇ ਵਾਸਤੇ ਜੀਂਦੇ ਹਾਂ, ਜਾਂ ਅਸੀਂ ਗ੍ਰਹਿ ਕਹਿੰਦੇ ਘਰ ਨੂੰ, ਜਾਂ ਅਸੀਂ ਘਰ ਵਾਸਤੇ ਸਾਰੀ ਉਮਰ ਲੰਘਾ ਦਿੰਦੇ ਹਾਂ। ਅਤੇ ਉਹਨਾਂ ਨੇ ਦੋਨਾਂ ਚੀਜ਼ਾਂ ਨੂੰ ਹੀ ਨਿੰਦਣ, ਕਹਿੰਦੇ ਦੇਹ ਔਰ ਗ੍ਰਹਿ ਸਭ ਝੂਠਾ, ਭਰਮ ਮੇ ਕਾਹੇ ਕੋ ਖਪਨਾ। ਕਹਿੰਦੇ ਇਹ ਸਾਰਾ ਭਰਮ ਹੀ ਹੈ, ਇਹਦੇ ਵਿੱਚ ਅਸੀਂ ਆਪਣਾ ਜਿਹੜਾ ਟਾਈਮ ਸਾਰਾ ਗਵਾ ਕੇ ਚਲੇ ਜਾਂਦੇ ਹਾਂ। ਹੋਰ ਵੀ ਜਦੋਂ ਅਸੀਂ ਸੰਤਾਂ ਦੀ ਬਾਣੀ ਦੇਖਦੇ ਹਾਂ, ਜਿਸ ਤਰ੍ਹਾਂ ਰਵਿਦਾਸ ਜੀ ਮਹਾਰਾਜ ਹੋਏ, ਉਹਨਾਂ ਨੇ ਵੀ ਆਪਣੀ ਬਾਣੀ 'ਚ ਫਰਮਾਇਆ ਹੈ ਕਿ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਕਿਹਾ ਕਿ ਪਤਾ ਨਹੀਂ ਕਿੰਨੇ ਕੁ ਜਨਮ ਹੋ ਗਏ ਨੇ, ਕੋਈ ਇੱਕ ਜਨਮ ਦੀ ਗੱਲ ਨਹੀਂ ਕੀਤੀ। ਸਤਿਗੁਰਾਂ ਨੇ ਵੀ ਫਰਮਾਇਆ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਪਤਾ ਨਹੀਂ ਕਹਿੰਦੇ ਕਿਹੜੇ ਕਰਮਾਂ ਕਰਕੇ ਜਿਹੜਾ ਵਿਛੋੜਾ ਪੈ ਗਿਆ, ਪਰ ਹੁਣ ਤੁਸੀਂ ਦਇਆ ਕਰੋ, ਕਿਰਪਾ ਕਰੋ, ਤੁਸੀਂ ਆਪ ਹੀ ਮਿਲਾ ਸਕਦੇ ਹੋ, ਅਸੀਂ ਤਾਂ ਵਿਛੜ ਗਏ। ਹੁਣ ਇਸੇ ਤਰ੍ਹਾਂ ਜੋ ਅੱਜ ਵੀ ਸਤਿਗੁਰਾਂ ਦੀ ਬਾਣੀ ਆ ਰਹੀ ਹੈ, ਉਹਦੇ ਵਿੱਚ ਵੀ ਉਹਦਾ ਵੇਰਵਾ ਦੱਸਿਆ ਹੈ, ਉਸ ਬਾਰੇ ਦੱਸਿਆ ਹੈ ਕਿ ਸੁਣਿਆ ਤਾਂ ਬਹੁਤ ਵਾਰੀ ਹੈ ਇਸ ਚੀਜ਼ ਨੂੰ,
कि जिस तरह अगे भी कई बार सुनिया कि उन्होंने बाणी 'च फरमाया कि लख 84 जोन सबाई मानस को प्रभ दी वड़ियाई, इस पौड़ी ते जो नर चुके आए जाए दुख पाए दा। 84 ਲੱਖ ਜੂਨਾਂ ਬਾਰੇ ਦੇਖੀਏ, हर एक ही वेद शास्त्र ग्रंथ ਜਿਹੜਾ ਆ ਪੁਕਾਰ ਕੇ ਤੁਹਾਨੂੰ ਦੱਸ ਰਿਹਾ ਹੈ ਕਿ ਬਈ ਬੜਾ ਔਖਾ ਸਫ਼ਰ ਹੈ, ਇਹਨੂੰ ਅਸੀਂ ਧਿਆਨ ਦੇਈਏ, ਆਪਣਾ ਸਮਾਂ ਗਵਾ ਨਾ ਲਈਏ। ਜਿਸ ਤਰ੍ਹਾਂ ਬਾਰ-ਬਾਰ ਸਾਨੂੰ ਉਸ ਚੀਜ਼ ਦੇ ਉੱਤੇ ਯਾਦ ਕਰਵਾਇਆ ਜਾਂਦਾ ਹੈ। ਹੁਣ ਅੱਜ ਸਤਿਗੁਰਾਂ ਦੀ ਜੋ ਬਾਣੀ ਉਹ 'ਚੋਂ ਖੋਲ੍ਹ ਰਹੇ ਨੇ, ਉਸ ਚੀਜ਼ ਨੂੰ ਖੋਲ੍ਹ ਕੇ ਚੰਗੀ ਤਰ੍ਹਾਂ ਦੱਸ ਰਹੇ ਨੇ ਕਿ ਮਤਲਬ ਕਿੱਥੋਂ ਕਿੱਥੋਂ ਅਸੀਂ ਆਏ ਹਾਂ। ਕਿਉਂਕਿ ਅਸੀਂ ਜਦੋਂ ਜਿਸ ਤਰ੍ਹਾਂ ਬੱਚਾ ਘਰੋਂ ਬਾਹਰ ਜਾ ਕੇ ਭੁੱਲ ਜਾਂਦਾ ਹੈ ਨਾ ਉਸ ਚੀਜ਼ ਨੂੰ, ਤੇ ਫਿਰ ਜਦੋਂ ਕੋਈ ਸੱਟ ਲੱਗਦੀ ਹੈ, ਚੋਟ ਲੱਗਦੀ ਹੈ, ਫਿਰ ਭੱਜਦਾ ਹੈ ਘਰ ਨੂੰ। ਔਰ ਕਈ ਵਾਰੀ ਤਾਂ ਸਫ਼ਰ ਇੰਨਾ ਹੁੰਦਾ ਹੈ ਕਿ ਠੀਕ ਹੈ ਜੀ ਜਲਦੀ ਮੁੜ ਆਇਆ, ਤਾਂ ਕਈ ਵਾਰੀ ਇੰਨਾ ਅੱਗੇ ਨਿਕਲ ਜਾਂਦਾ ਹੈ ਕਿ ਬਈ ਜਿਸ ਤਰ੍ਹਾਂ ਰਾਤ ਪੈ ਜਾਂਦੀ ਹੈ, ਘਰ ਵਾਪਸ ਪਰਤੇ ਨਹੀਂ ਜਾਂਦਾ। ਤੇ ਸਤਿਗੁਰਾਂ ਦੇ ਜੋ ਬਚਨ ਨੇ ਸੁਣਾ ਕਿ ਕਈ ਜਨਮ ਬਏ ਕੀਟ ਪਤੰਗਾ, ਕਹਿੰਦੇ ਕਈ ਜਨਮ ਹੋ ਗਏ। ਜਿਸ ਤਰ੍ਹਾਂ ਉਹਨੇ ਕਿਹਾ ਕਿ ਲੱਖ 84 ਜੂਨ ਸਬਾਈ, 84 ਲੱਖ ਜੂਨਾਂ ਨੇ, ਨਾਮ ਤੇ ਗਿਣੇ ਨਹੀਂ ਜਾ ਸਕਦੇ। ਮਤਲਬ ਜੇ ਅਸੀਂ ਇੱਕ ਇੱਕ ਨਾਮ ਗਿਣਨ ਲੱਗੀਏ ਤੇ ਕਿੰਨਾ ਟਾਈਮ ਲੱਗ ਜਾਏਗਾ ਉਸ ਚੀਜ਼ ਨੂੰ। ਹੋ ਸਕਦਾ ਸਾਨੂੰ ਕਈ ਜੂਨਾਂ ਦਾ ਪਤਾ ਵੀ ਨਾ ਹੋਵੇ, ਐਸੀਆਂ ਚੀਜ਼ਾਂ ਦਾ ਜੋ ਸਤਿਗੁਰ ਜਾਣਦੇ ਨੇ, ਕਿਉਂਕਿ ਉਹਨਾਂ ਨੇ ਸਭ ਕੁਝ ਦੇਖਿਆ ਹੈ। ਅਸੀਂ ਜਿੰਨਾ ਕੁਛ ਬਾਹਰਲੀਆਂ ਅੱਖਾਂ ਨਾਲ ਦੇਖਦੇ, ਸਾਨੂੰ ਤਾਂ ਓਨਾ ਹੀ ਪਤਾ ਹੈ ਕਿ ਹਾਂ ਵੀ ਆਹ ਚੀਜ਼ ਹੈ, ਉਹ ਚੀਜ਼ ਹੈ, ਔਰ ਬਾਕੀ ਚੀਜ਼ਾਂ ਸਾਨੂੰ ਅਸੀਂ ਭੁੱਲ ਗਏ ਸਭ ਕੁਛ। ਤੁਹਾਨੂੰ ਸੁਣਾਇਆ ਕਿ ਕਈ ਜਨਮ ਪਏ ਕੀਟ ਪਤੰਗਾ, ਕਹਿੰਦੇ ਕਿ ਤੈਨੂੰ ਜਨਮ ਲੈਂਦਿਆਂ ਕਿੰਨੀ ਦੇਰ ਹੋ ਗਈ। ਕਿਸੇ ਜਨਮ ਦੇ ਵਿੱਚ ਕਹਿੰਦੇ ਤੂੰ ਕੀੜੇ ਬਣਿਆ, ਮਕੌੜੇ ਬਣਿਆ। ਕਈ ਜਨਮ ਬਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ। ਗਜ ਕਹਿੰਦੇ ਨੇ ਹਾਥੀ ਨੂੰ, ਮੀਨ ਕਹਿੰਦੇ ਨੇ ਮਛਲੀ ਨੂੰ, ਕੁਰੰਗ ਜਿਹੜਾ ਹੈ ਹਿਰਨ ਨੂੰ ਕਹਿੰਦੇ ਨੇ। ਕਹਿੰਦੇ ਕਈ ਜਨਮਾਂ ਦੇ ਵਿੱਚ ਤੂੰ ਹਾਥੀ ਬਣਿਆ, ਕਿਸੇ 'ਚ ਮੱਛੀ ਬਣਿਆ, ਕਿਸੇ ਦੇ ਵਿੱਚ ਤੂੰ ਹਿਰਨ ਬਣਿਆ। ਹੁਣ ਅਸੀਂ ਥੋੜ੍ਹਾ ਜਿਹਾ ਜੇ ਸੋਚਾਂਗੇ, ਵਿਚਾਰ ਕਰਾਂਗੇ ਕਿ ਅਸੀਂ ਇਨਸਾਨੀ ਚੋਲੇ ਦੇ ਵਿੱਚ ਆ, ਮਨੁੱਖ ਆ, ਅਸੀਂ ਆਪਣੇ ਦੁੱਖ ਸੁੱਖ ਦਾ ਸਾਨੂੰ ਪਤਾ ਹੈ ਕਿ ਕਿਸ ਤਰ੍ਹਾਂ ਅਸੀਂ ਆਪਣਾ ਇੰਤਜ਼ਾਮ ਕਰਨਾ ਹੈ। ਪਰ ਇਹ ਜਿਹੜੀਆਂ ਜੂਨਾਂ ਜਿਨ੍ਹਾਂ ਦਾ ਸਤਿਗੁਰਾਂ ਨੇ ਨਾਂ ਲਏ ਕਿ ਕੀੜੇ ਮਕੌੜੇ ਆ, ਉਹਨਾਂ ਨੂੰ ਅਸੀਂ ਦੇਖੀਏ ਕਿ ਉਹ ਸਾਡੇ ਨਾਲੋਂ ਜ਼ਿਆਦਾ ਸੁਖੀ ਨੇ। ਜਾਂ ਜਿਨ੍ਹਾਂ ਪਸ਼ੂਆਂ ਦੇ ਨਾਮ ਲਏ ਨੇ ਕਿ ਗੱਜ ਕਿਹਾ ਹਾਥੀ ਨੂੰ, ਹਾਥੀ ਜਿਹੜਾ ਆ ਚਾਹੇ ਉਹ ਬੜਾ ਬਲਸ਼ਾਲੀ ਹੈ, ਸਾਡੇ ਨਾਲੋਂ ਤਾਕਤ ਉਹਦੇ ਵਿੱਚ ਬਹੁਤ ਜ਼ਿਆਦਾ ਹੈ, ਐਡੀ ਵੱਡੀ ਦੇਹ ਆ ਉਹਦੀ, ਪਰ ਕੀ ਹੈ ਉਹ ਸਾਡੇ ਨਾਲੋਂ ਜ਼ਿਆਦਾ ਸੁਖੀ ਹੈ। ਇਨਸਾਨ ਨੇ ਐਡੇ ਵੱਡੇ ਜਾਨਵਰ ਨੂੰ ਵੀ ਆਪਣੇ ਵੱਸ 'ਚ ਕੀਤਾ ਪਿਆ। ਜਦੋਂ ਮੁਹਾਵਤ ਉਹਦੇ ਉੱਤੇ ਚੜ੍ਹ ਕੇ ਬੈਠਦਾ ਹੈ, ਆਪਣੀ ਮਰਜ਼ੀ ਦੇ ਨਾਲ, ਉਹਦੀ ਤਾਕਤ ਨਾਲ ਜਿਹੜਾ ਆਪਣੇ ਕੰਮ ਕਰਵਾਉਂਦਾ ਹੈ। ਮੱਛੀ ਏ ਪਾਣੀ ਦੇ ਵਿੱਚ ਰਹਿੰਦੀ ਹੈ, ਕੀ ਇਨਸਾਨ ਅਸੀਂ ਦੇਖੋ ਪਤਾ ਨਹੀਂ ਕਿੰਨੇ ਟਨਾਂ ਦੀ ਟਨ ਜਿਹੜੀ ਮੱਛੀ ਰੋਜ਼ ਜਿਹੜੀ ਆ ਉੱਥੋਂ ਸਮੁੰਦਰਾਂ 'ਚ ਫੜ ਕੇ ਤੇ ਉਹਨਾਂ ਨੂੰ ਕੱਟਿਆ ਵੱਢਿਆ ਜਾਂਦਾ ਹੈ। ਔਰ ਅਸੀਂ ਕਈ ਵਾਰੀ ਦੇਖਦੇ ਹਾਂ ਕਿਸ ਤਰ੍ਹਾਂ ਜਿੰਦੀਆਂ ਮੱਛੀਆਂ ਨੂੰ ਫੜ ਕੇ ਤੇ ਉਹਨਾਂ ਨੂੰ ਪਾਣੀ 'ਚ ਉਹ 'ਚ ਤੇਲ ਦੇ ਵਿੱਚ ਤਲ ਦਿੱਤਾ ਜਾਂਦਾ ਹੈ। ਹਿਰਨ ਨੇ ਡਿਸਕਵਰੀ ਚੈਨਲ 'ਤੇ ਅਸੀਂ ਕਈ ਵਾਰੀ ਦੇਖਦੇ ਹਾਂ ਕਿਸ ਤਰ੍ਹਾਂ ਮਤਲਬ ਕਿ ਭੱਜਦੇ ਫਿਰਦੇ ਨੇ, ਸ਼ੇਰ ਆਉਂਦਾ ਹੈ, ਅਜੇ ਕਿਤੇ ਉਹ ਪਾਣੀ ਪੀ ਰਿਹਾ ਹੈ, ਕਿਤੇ ਉਹ ਆਪਣਾ ਭੋਜਨ ਖਾ ਰਿਹਾ, ਘਾਹ ਚੁਗ ਰਿਹਾ ਹੁੰਦਾ ਆਪਣੇ, ਉਹ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਉਹਨੂੰ ਆਣ ਕੇ ਤੇ ਜਿੰਦੇ ਨੂੰ ਹੀ ਉਹਨੂੰ ਫੜ ਕੇ ਕਰ ਲੈਂਦੇ ਆ। ਮਤਲਬ ਕੀ ਕਿ ਉਹਨਾਂ ਦਾ ਦੱਸਣ ਦਾ, ਸਾਨੂੰ ਸਾਰੀਆਂ ਗੱਲਾਂ ਚੇਤਾ ਕਰਾਉਣ ਦਾ ਕੀ ਹੈ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਥੋੜ੍ਹਾ ਜਿਹਾ ਚੇਤੀਏ ਕਿ ਇਨਸਾਨੀ ਚੋਲਾ ਮਿਲਿਆ, ਸਾਨੂੰ ਕੋਈ ਚੁੰਡੀ ਵੀ ਵੱਢਦੇ ਅਸੀਂ ਕਹਿੰਦੇ ਹਾਂ ਵੀ ਕਿਉਂ ਵੱਢੀ ਹੈ ਤੂੰ ਸਾਨੂੰ ਚੁੰਡੀ, ਤੂੰ ਸਾਨੂੰ ਗਾਲ ਵੀ ਕੱਢੀ ਆ ਵੀ ਕਿਉਂ ਕੱਢੀ ਆ ਤੂੰ ਸਾਨੂੰ ਗਾਲ। ਕੋਈ ਸਾਡਾ ਕੋਈ ਕਰਦਾ ਹੈ ਤੇ ਅਸੀਂ ਉਸੇ ਵੇਲੇ ਕੋਈ ਨਾ ਕੋਈ ਪੁਲਿਸ ਕੋਲ, ਕੋਈ ਅਦਾਲਤ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਕੇਸ ਕਰ ਦਿੰਦੇ ਹਾਂ ਕਿ ਨਹੀਂ ਇਹਨੇ ਮੈਨੂੰ ਵੀ ਇਸ ਤਰ੍ਹਾਂ ਕੀਤਾ ਹੈ। ਕੋਈ ਥੋੜ੍ਹੀ ਬਹੁਤੀ ਕੋਈ ਸੁਣਵਾਈ ਕਹਿ ਲਓ। ਪਰ ਉਹ ਜਿਹੜੇ ਜਨਮ ਨੇ, ਜਿਹੜੇ ਸਤਿਗੁਰੂ ਸਾਨੂੰ ਨਾਮ ਲੈ ਕੇ ਦੱਸ ਰਹੇ ਨੇ, ਉਹਨਾਂ ਦੇ ਵਿੱਚ ਕਿਹਦੀ ਸੁਣਵਾਈ ਹੈਗੀ ਹੈ, ਕਿੱਥੇ ਉਹਨਾਂ ਦਾ ਕੇਸ ਹੈ। ਜੇ ਠੰਡ ਹੈ ਤੇ ਤਾਂ ਉਹਨਾਂ ਨੂੰ ਕੋਈ ਢੱਕਣ ਨੂੰ ਕੋਈ ਉਹ ਚੀਜ਼ ਨਹੀਂ ਕਿ ਠੰਡ ਤੋਂ ਬਚ ਸਕਣ, ਗਰਮੀ ਹੈ ਤਾਂ ਉਹਨਾਂ ਨੂੰ ਕੋਈ ਪਤਾ ਨਹੀਂ, ਭੁੱਖੇ ਪਿਆਸੇ ਪਤਾ ਨਹੀਂ ਕਿੰਨੇ ਕਿੰਨੇ ਦਿਨਾਂ ਦੀ ਇਸੇ ਤਰ੍ਹਾਂ ਹੀ ਤੁਰੇ ਫਿਰਦੇ ਰਹਿੰਦੇ ਨੇ। ਤੇ ਫਰਮਾਉਂਦੇ ਨੇ ਕਈ ਜਨਮ ਬਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ। ਕਹਿੰਦੇ ਕਈ ਜਨਮਾਂ ਦੇ ਵਿੱਚ ਤੂੰ ਮੱਛੀ ਬਣੇ, ਹਾਥੀ ਬਣੇ, ਹਿਰਨ ਬਣੇ, ਪਤਾ ਹੀ ਨਹੀਂ ਕਿੰਨੇ ਜਨਮ ਇਸ ਤਰ੍ਹਾਂ ਦੇ ਲੰਘੇ ਨੇ। ਔਰ ਅੱਗੇ ਕੀ ਦੱਸਿਆ ਸੀ, ਕੀ ਸੁਣਾਇਆ ਸੀ, ਕਈ ਜਨਮ ਪੰਖੀ ਸਰਪ ਹੋਇਓ, ਹਾਂ ਕਈ ਜਨਮ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਤਲਬ ਉਹਨਾਂ ਦੇ ਨਾਮ ਲੈ ਕੇ ਸਾਨੂੰ ਦੱਸ ਰਹੇ ਨੇ ਕਿ ਪੰਛੀ ਬਣਿਆ, ਸੱਪ ਬਣੇ, ਘੋੜੇ ਬਣੇ, ਬਲਦ ਬਣੇ,
ਸਾਨੂੰ ਜੋਇਆ ਗਿਆ। ਘੋੜਿਆਂ ਦੇ ਉੱਤੇ ਵੀ ਕਿਸ ਤਰ੍ਹਾਂ ਸਵਾਰੀਆਂ ਹੁੰਦੀਆਂ ਨੇ, ਕਿਸ ਤਰ੍ਹਾਂ ਚਾਬੁਕ ਤੇ ਚਾਬੁਕ ਪੈਂਦੇ ਨੇ ਉਹਨਾਂ ਨੂੰ। ਬਲਦ ਬਣਦੇ ਆ ਜਦੋਂ ਜੂਲਾ ਸਿਰ ਤੇ ਆਉਂਦਾ ਆ, ਤੇ ਕਿਸ ਤਰ੍ਹਾਂ ਸਤਿਗੁਰਾਂ ਨੇ ਵੀ ਇੱਕ ਸਤਸੰਗ 'ਚ ਫਰਮਾਇਆ ਸੀ ਕਿ ਕਿਸ ਤਰ੍ਹਾਂ ਭੁੱਖੇ ਪਿਆਏ ਜਿਸ ਤਰ੍ਹਾਂ ਸੁੱਤਿਆਂ ਨੂੰ ਉਠਾ ਲੈਂਦੇ ਆ ਸਵੇਰੇ, ਕੋਈ ਪਤਾ ਨਹੀਂ ਕਿ ਉਹਨਾਂ ਨੂੰ ਨੀਂਦ ਦਾ ਕੀ ਟਾਈਮ। ਸਵੇਰੇ 4 ਵਜੇ ਕਿਸਾਨ ਜਦੋਂ ਉੱਠਦਾ ਉਹਨੂੰ ਜੋ ਕੇ ਲੈ ਜਾਂਦਾ ਖੇਤਾਂ ਨੂੰ। ਕਹਿੰਦੇ ਇੰਨਾ ਕੁ ਉਹਨੂੰ ਕੰਮ ਲੈਂਦੇ ਆ, ਕਈ ਵਾਰੀ ਭੁੱਖਾ ਪਿਆਸਾ ਉਹ ਥੱਕ ਕੇ ਬਹਿ ਜਾਂਦਾ ਆ, ਉੱਠਿਆ ਨਹੀਂ ਜਾਂਦਾ। ਉੱਠਣਾ ਤੇ ਉਹਨੂੰ ਕਹਿੰਦੇ ਆ ਕਦੀ ਕਿਸੇ ਚੀਜ਼ ਨਾਲ ਮਾਰਦੇ ਆ, ਕਦੀ ਲੋਹੇ ਦੀ ਛੜ ਨਾਲ, ਕਦੀ ਕਿਸੇ ਨਾਲ, ਉਹਨੂੰ ਉਠਾਉਣ ਵਾਸਤੇ। ਮਤਲਬ ਕਿੰਨੇ ਕੁ ਦੁੱਖ ਨੇ ਉਹਨਾਂ ਚੀਜ਼ਾਂ ਦੇ ਵਿੱਚ। ਸਾਰਿਆਂ ਦਾ ਉਹਨਾਂ ਨੇ ਇੱਕ ਦੱਸਿਆ ਸਾਨੂੰ। ਇਸੇ ਕਰਕੇ ਸਤਿਗੁਰਾਂ ਨੇ ਫਰਮਾਇਆ ਕਿ ਮਿਲੀ ਨਰ ਦੇ ਤੁਮਕੋ ਬਣਾਓ ਕਾਜ ਕੁਛ ਆਪਣਾ, ਕਿ ਇਹ ਜਿਹੜੀ ਹੁਣ ਦੇਹ ਮਿਲੀ ਏ, ਇਹ ਜਿਸ ਕੰਮ ਵਾਸਤੇ ਮਿਲੀ ਆ ਉਹ ਅਸੀਂ ਕੰਮ ਕਰ ਲਈਏ। ਜੇ ਉਹ ਕੰਮ ਨਾ ਕੀਤਾ ਤੇ ਫਿਰ ਕਹਿੰਦੇ ਕਿ ਫਿਰ ਬਾਕੀ ਕੰਮਾਂ ਦਾ ਕੀ ਫਾਇਦਾ ਹੋਏਗਾ। ਮੈਂ ਕਿਹਾ ਅਵਰ ਕਾਜ ਤੇਰੇ ਕਿਤਨੇ ਹੀ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਅਵਰ ਕਾਜ ਜਿਹੜੇ ਅਸੀਂ ਦੁਨੀਆਦਾਰੀ ਦੇ ਜਿਹੜੇ ਕੰਮ ਨੇ, ਠੀਕ ਹੈ ਡਿਊਟੀਆਂ ਲੱਗੀਆਂ, ਸਤਿਗੁਰਾਂ ਨੇ ਸਾਨੂੰ ਛੂਟ ਦਿੱਤੀ ਹੈ, ਕੋਈ ਇਹ ਨਹੀਂ ਕਿਹਾ ਕਿ ਸਾਰੇ ਕੰਮ ਛੱਡ ਦਿਓ। ਸਾਰੇ ਕੰਮਾਂ ਦਾ ਉਹਨਾਂ ਨੇ ਕਿਹਾ, ਪਰ ਉਹਨਾਂ ਨੇ ਕਿਹਾ ਕਿ ਬਈ ਜਿਹੜੀ ਅਸਲੀ ਚੀਜ਼ ਹੈ, ਜੇ ਉਹ ਹੀ ਨਾ ਕੰਮ ਕੀਤਾ ਤੇ ਬਾਕੀ ਕੰਮਾਂ ਕੀਤਾਂ ਦਾ ਫਾਇਦਾ ਕੀ ਹੋਏਗਾ। ਇਸ ਕਰਕੇ ਫਰਮਾਇਆ ਕਿ ਇਹ ਹੁਣ ਜਿਹੜਾ ਟਾਈਮ ਹੈ, ਮਿਲ ਜਗਦੀਸ਼, ਕਹਿੰਦੇ ਕਿ ਹੁਣ ਉਸ ਜਗਦੀਸ਼ ਨੂੰ ਮਿਲਣ ਦਾ ਇਹ ਤੇਰਾ ਸਮਾਂ ਹੈ। ਚਰਨ ਕਾਲੇ ਦੇ ਸੰਚਾਰੀਆ, ਕਿ ਪਤਾ ਨਹੀਂ ਕਿੰਨੇ ਕੁ ਚਿਰਾਂ ਬਾਅਦ 84 ਲਣ ਕੇ 1,84 ਜੋਨ ਸਬਾਈ, ਮਾਨਸ ਕੋ ਪ੍ਰਭ ਦੀ ਵਡਿਆਈ। ਇਹ ਮਨੁੱਖ ਨੂੰ ਜਿਹੜੀ ਵਡਿਆਈ ਮਿਲੀ ਹੈ, ਸਾਰੇ ਸੰਤਾਂ ਮਹਾਤਮਾ ਨੇ ਉਹਨਾਂ ਨੇ ਕਿਹਾ ਕਿ ਦੁਰਲਭ ਦੇ ਪਾਈ ਵਡ ਭਾਗੀ। ਕਹਿੰਦੇ ਬੜੀ ਦੁਰਲਭ ਦੇ ਹੈ ਮਿਲੀ, ਪਰ ਉਹਨੇ ਕਿਹਾ ਕਿ ਨਾਮ ਨਾ ਜਪ ਤੇ ਆਤਮ ਘਾਤੀ। ਸਿਰਫ ਉਹ ਮਨੁੱਖ ਚੋਲੇ ਦੇ ਵਿੱਚ ਹੀ ਅਸੀਂ ਪ੍ਰਭੂ ਨੂੰ ਯਾਦ ਕਰ ਸਕਦੇ ਹਾਂ, ਨਾਮ ਲੈ ਸਕਦੇ ਹਾਂ। ਇਸੇ ਕਰਕੇ ਹੀ ਦੇਵੀ ਦੇਵਤੇ ਵੀ ਇਸ ਚੋਲੇ ਨੂੰ ਤਰਸਦੇ ਨੇ, ਕਿਉਂਕਿ ਇਸ ਦੇਹੀ ਕੋ ਲੋਚੇ ਦੇਵ, ਦੇਵੀ ਦੇਵਤੇ ਵੀ ਇਸ ਦੇਹ 'ਚ ਆਉਣਾ ਚਾਹੁੰਦੇ ਨੇ, ਪਰ ਸਾਨੂੰ ਉਹਦੀ ਕਦਰ ਨਹੀਂ। ਅਸੀਂ ਸਿਰਫ ਤੇ ਸਿਰਫ ਬਾਹਰਲੇ ਹੀ ਜਿਹੜੀਆਂ ਰੰਗ ਤਮਾਸ਼ਿਆਂ ਦੇ ਵਿੱਚ ਖੋ ਜਾਂਦੇ। ਅਸੀਂ ਸੋਚਦੇ ਹਾਂ ਕਿ ਸ਼ਾਇਦ ਇਹਨਾਂ ਦੇ ਵਿੱਚ ਹੀ ਹੈ, ਔਰ ਇਹਨਾਂ ਚੀਜ਼ਾਂ ਦੇ ਵਿੱਚ ਹੀ ਫਸ ਕੇ ਅਸੀਂ ਆਪਣਾ ਟਾਈਮ ਗਵਾਈ ਜਾਂਦੇ ਹਾਂ। ਪਰ ਜਿਹੜਾ ਇੱਕ ਗੁਰੂ ਦਾ ਸਿੱਖ ਹੈ, ਉਹਨੂੰ ਕਿਹਾ ਕਿ ਇੱਕ ਦੁੱਖ ਸਭਨ ਕੋ ਸੁਖੀ ਸੰਤ ਕਾ ਦਾਸ। ਕਹਿੰਦੇ ਕਿ ਸਾਰੇ ਹੀ ਸੁਖੀ, ਕੋਈ ਨਹੀਂ ਇੱਥੇ ਹੈਗਾ ਵੇਖਣ ਨੂੰ ਲੱਗਦਾ ਹੈ ਕਿ ਬਈ ਉਹ ਬੜਾ ਸੁਖੀ ਹੈ, ਉਹਦੇ ਕੋਲ ਪੈਸਾ ਬੜਾ ਹੈ, ਉਹ ਬੜਾ ਸੁਖੀ ਹੈ। ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਲੱਗਦਾ ਜਿਹੜੇ ਬਾਹਰ ਨੇ, ਬਾਹਰਲੇ ਦੇਸ਼ਾਂ 'ਚ ਉਹ ਸੁਖੀ ਨੇ। ਜਿਹੜੇ ਬਾਹਰਲੇ ਦੇਸ਼ਾਂ 'ਚ ਉਹ ਇੰਡੀਆ 'ਚ ਆ ਰਹੇ ਨੇ, ਉਹ ਸ਼ਾਂਤੀ ਨੂੰ ਲੱਭਣ ਵਾਸਤੇ ਕੋਈ ਮੰਦਿਰਾਂ 'ਚ, ਕੋਈ ਗੁਰਦੁਆਰਿਆਂ 'ਚ, ਕੋਈ ਉੱਥੇ ਜਾ ਰਹੇ ਨੇ। ਕੋਈ ਧਰਮ ਪਰਿਵਰਤਨ ਕਰ ਰਿਹਾ ਹੈ, ਇੱਕ ਧਰਮ ਨੂੰ ਛੱਡ ਕੇ ਦੂਸਰੇ 'ਚ ਜਾ ਰਿਹਾ, ਕੋਈ ਦੂਸਰੇ ਛੱਡ ਕੇ ਤੀਸਰੇ ਨੂੰ ਜਾ ਰਿਹਾ। ਮਤਲਬ ਕੀ ਆ ਕਿ ਉਸ ਸੁੱਖ ਦੀ ਭਾਲ ਦੇ ਵਿੱਚ ਸਾਰੇ ਲੱਗੇ ਨੇ, ਪਰ ਉਹ ਜਿਹੜਾ ਸੁਖੀ ਉਹਨਾਂ ਨੇ ਦੱਸ ਦਿੱਤਾ ਹੈ ਕਿ ਕਦ ਨਾ ਸੁੱਖ ਹੋਣਾ ਹੈ। ਜਦੋਂ ਤੱਕ ਅਸੀਂ ਆਪਣੇ ਘਰ ਨਹੀਂ ਪਹੁੰਚਦੇ ਉਦੋਂ ਤੱਕ ਉਹ ਸੁੱਖ ਨਹੀਂ ਲੱਭਣਾ। ਇਸੇ ਕਰਕੇ ਸਤਿਗੁਰਾਂ ਨੇ ਫਰਮਾਇਆ ਕਿ ਤਜੋ ਮਨ ਇਹ ਦੁੱਖ ਸੁੱਖ ਕਾ ਧਾਮ, ਲਗੋ ਤੁਮ ਜਾਏ ਅਬ ਸਤਨਾਮ। ਕਹਿੰਦੇ ਤੇ ਦੁੱਖਾਂ ਸੁੱਖਾਂ ਦਾ ਇਹ 'ਚੋਂ ਇੱਕ ਦੁੱਖ ਮਿਟਦਾ, ਦੂਸਰਾ ਦੁੱਖ ਫਿਰ ਤਿਆਰ ਹੁੰਦਾ। ਜਿਸ ਤਰ੍ਹਾਂ ਉਹ ਕਹਿੰਦੇ ਨਾ ਕਿ ਕਹਿੰਦੇ ਕਿ ਇੱਕ ਮੁੱਠ ਚੁੱਕ ਲਾ ਦੂਜੀ ਤਿਆਰ। ਕਈ ਵਾਰੀ ਹੁੰਦਾ ਇਸ ਤਰ੍ਹਾਂ ਲੱਗਦਾ ਸਾਨੂੰ ਇੱਕ ਨਿਸ਼ਾਨਾ ਹੁੰਦਾ ਕਿ ਆਹ ਕੰਮ ਹੋ ਜਾਏ, ਬਸ ਆਹ ਕੰਮ ਹੋ ਜਾਏ, ਸਾਰੀਆਂ ਚੀਜ਼ਾਂ ਭੁੱਲੀਆਂ ਹੁੰਦੀਆਂ ਨੇ, ਬਸ ਉਸੇ ਚੀਜ਼ ਮਗਰ ਲੱਗੇ ਆ। ਪਰ ਜਦੋਂ ਉਹ ਕੰਮ ਪੂਰਾ ਹੁੰਦਾ ਆ, ਉਦੋਂ ਫਿਰ ਦੂਸਰੀ ਅਗਲੀ ਕੋਈ ਨਾ ਕੋਈ ਚੀਜ਼ ਤਿਆਰ ਹੁੰਦੀ ਹੈ। ਇਸ ਕਰਕੇ ਸਤਿਗੁਰ ਫਰਮਾਉਂਦੇ ਨੇ ਕਿ ਇੱਥੇ ਅਸੀਂ ਇਹਨਾਂ ਚੀਜ਼ਾਂ 'ਚ ਫਸੀਏ ਨਾ। ਇਹ ਠੀਕ ਹੈ, ਇਹ ਸਾਰੀ ਜਿਸ ਤਰ੍ਹਾਂ ਇੱਕ ਰਚਨਾ ਜਿਹਨੇ ਰਚੀ ਹੈ, ਉਹਨੇ ਸਾਰਾ ਹਰ ਇੱਕ ਚੀਜ਼ ਦਾ ਇੰਤਜ਼ਾਮ ਕੀਤਾ ਹੈ। ਅਸੀਂ ਘਬਰਾ ਜਾਂਦੇ ਹਾਂ, ਜਿਸ ਤਰ੍ਹਾਂ ਕਈ ਵਾਰੀ ਸਤਸੰਗ ਦੇ ਅਸੀਂ ਵਚਨ ਸੁਣੇ ਆ, ਪਰ ਫਿਰ ਵੀ ਸਾਨੂੰ ਕੋਈ ਯਾਦ ਨਹੀਂ ਰਹਿੰਦੇ, ਅਸੀਂ ਵਿਚਾਰ ਨਹੀਂ ਕਰਦੇ, ਇਸ ਕਰਕੇ ਘਬਰਾਉਂਦੇ ਹਾਂ। ਕੋਈ ਦੁੱਖ ਸੁੱਖ ਤੇ ਇੱਥੇ ਤਾਂ ਉਹਨਾਂ ਨੇ ਕਿਹਾ ਕਿ ਤਜੋ ਮਨ ਜੇ ਦੁੱਖ ਸੁੱਖ ਕਾ ਧਾਮ, ਦੁੱਖ ਸੁੱਖ ਤੇ ਇੱਥੇ ਬਣੇ ਨੇ, ਪਰ ਜਿਹਨੇ ਭੇਜਿਆ ਏ ਉਹਨੇ ਕੁਝ ਨਹੀਂ ਸੋਚਿਆ ਹੋਏਗਾ ਕੁਛ ਵੀ। ਦੁੱਖ ਸੁੱਖ ਨਾ ਹੁੰਦੇ, ਇਹ ਕਰਮ ਨਾ ਹੁੰਦੇ ਤੇ ਫਿਰ ਕੁਛ ਨਹੀਂ ਸੀ ਹੋਣਾ। ਇਹ ਸਾਡੇ ਕਰਮਾਂ ਦਾ ਹੀ ਸਾਰਾ ਲੇਖਾ ਜੋਖਾ। ਇਹ ਜਿਹੜਾ ਮਾਤ ਲੋਕ ਇਹ ਕਹਿੰਦੇ, ਉਹਨਾਂ ਨੇ ਕਿਹਾ ਕਰਮਾਂ ਸੰਦਰਾ ਖੇਤ। ਜੇ ਬਹੁਤ ਹੀ ਚੰਗੇ ਕਰਮ ਹੁੰਦੇ ਤੇ ਕਹਿੰਦੇ ਦੇਵੀ ਦੇਵਤੇ ਬਣ ਜਾਣਾ ਸੀ। ਬਹੁਤ ਮਾੜੇ ਕਰਮ ਹੁੰਦੇ ਤੇ ਫਿਰ ਅਸੀਂ ਕੋਈ ਆ ਜਿਹੜੇ ਆ ਪੰਛੀ ਕਿਹਾ ਕਿ ਜਿਸ ਤਰ੍ਹਾਂ ਪਸ਼ੂ ਕਿਹਾ, ਕੁਛ ਉਹ ਬਣ ਜਾਂਦੇ। ਬੜੇ ਪਾਪ ਕੀਤੇ ਜਾਂ ਬੜੇ ਕੋਈ ਪੁੰਨ ਕੀਤੇ ਤੇ ਮਤਲਬ ਦੋਨਾਂ ਦੀ ਗਿਣਤੀ ਕੁਛ ਹੋਈ, ਬਰਾਬਰ ਹੋਈ, ਤੇ ਸਾਨੂੰ ਇਹ ਜਿਹੜਾ ਮਨੁੱਖ ਚੋਲਾ ਮਿਲਿਆ ਚੰਗੇ ਮਾੜੇ ਕਰਮਾਂ ਦਾ ਭੁਗਤਾਨ ਵਾਸਤੇ। ਇਕੱਲੇ ਚੰਗੇ ਹੁੰਦੇ ਤੇ ਤਾਂ ਵੀ ਨਹੀਂ ਸੀ ਆਉਣਾ, ਮਾੜੇ ਹੁੰਦੇ ਤਾਂ ਵੀ ਨਹੀਂ ਸੀ ਮਿਲਣਾ। ਇਸ ਕਰਕੇ ਇੱਥੇ ਦੁੱਖ ਸੁੱਖ ਤੇ ਦੋਨੋਂ ਚੀਜ਼ਾਂ ਮਿਲਣੀਆਂ ਨੇ।
ਪਰ ਜਦੋਂ ਅਸੀਂ ਸਮਝ ਜਾਵਾਂਗੇ ਇਸ ਚੀਜ਼ ਨੂੰ ਕਿ ਸਤਿਗੁਰਾਂ ਦੀ ਕੀ ਫਿਲਾਸਫੀ ਹੈ, ਕਿਸ ਤਰ੍ਹਾਂ ਸਾਨੂੰ ਉਹ ਸਮਝਾ ਕੇ ਇੱਥੋਂ ਕੱਢਣਾ ਚਾਹੁੰਦੇ ਨੇ, ਤੇ ਫਿਰ ਅਸੀਂ ਇਕੱਲਾ ਇਹਨਾਂ ਚੀਜ਼ਾਂ ਨੂੰ ਸੋਚ ਕੇ ਦੁਖੀ ਨਹੀਂ ਹੁੰਦੇ ਰਵਾਂਗੇ। ਸਫ਼ਰ ਆ, ਸਫ਼ਰ ਦੇ ਵਿੱਚ ਕਈ ਵਾਰੀ ਜਿਸ ਤਰ੍ਹਾਂ ਚੱਲਦੇ ਆ, ਸੜਕਾਂ ਕਈ ਵਾਰੀ ਬੜੀ ਜਗ੍ਹਾ ਤੋਂ ਟੁੱਟੀਆਂ ਹੁੰਦੀਆਂ ਨੇ, ਕਈ ਜਗ੍ਹਾ 'ਤੇ ਸਪੀਡ ਬ੍ਰੇਕਰ ਬਣੇ ਨੇ ਬੜੇ ਬੜੇ ਵੱਡੇ, ਕਿਸੇ ਜਗ੍ਹਾ 'ਤੇ ਰੈੱਡ ਲਾਈਟ ਆ ਜਾਂਦੀ ਹੈ, ਕਿੰਨੀ ਕਿੰਨੀ ਦੇਰ ਗੱਡੀ ਮਤਲਬ ਖੜੀ ਰਹਿੰਦੀ ਹੈ ਉੱਤੇ, ਕਿਸੇ ਵੇਲੇ ਜਾਮ ਲੱਗਾ ਹੁੰਦਾ, ਪਤਾ ਨਹੀਂ ਕਦੋਂ ਖੁੱਲ੍ਹਣਾ, ਕਿੰਨੀ ਕਿੰਨੀ ਦੇਰ ਉੱਥੇ ਲੱਗ ਜਾਂਦੀ ਹੈ। ਇਹਦਾ ਮਤਲਬ ਇਹ ਥੋੜ੍ਹਾ ਕਿ ਅਸੀਂ ਸਫ਼ਰ ਕਰਨਾ ਛੱਡ ਦਿੰਦੇ ਹਾਂ। ਇਸੇ ਤਰ੍ਹਾਂ ਜੀਵਨ ਦੇ ਵਿੱਚ ਕਈ ਕੁਛ ਆਉਂਦਾ ਹੈ, ਪਰ ਜੀਵਨ ਦੇ ਵਿੱਚੋਂ ਘਬਰਾ ਕੇ ਬੈਠ ਜਾਣਾ ਜਾਂ ਆਪਣੇ ਸਮੇਂ ਦੀ ਬਰਬਾਦੀ ਕਰਨੀ, ਇਹ ਕੋਈ ਸਿਆਣਪ ਨਹੀਂ ਹੈਗੀ। ਜਿਹੜਾ ਕੰਮ ਮਿਲਿਆ ਹੈ ਉਹਦੇ ਕੰਮ ਵੱਲ ਹਰ ਵੇਲੇ ਚੱਲਦੇ ਰਹੀਏ, ਉਹਨੂੰ ਕਦੀ ਭੁੱਲੀਏ ਨਾ। ਕਿਉਂਕਿ ਸਤਿਗੁਰਾਂ ਦੇ ਕਈ ਵਾਰੀ ਬਚਨ ਅਸੀਂ ਸੁਣੇ ਆ, ਉਹਨਾਂ ਨੇ ਕਿਹਾ ਕਿ ਦੁੱਖ ਸੁੱਖ ਨਦੀਆਂ ਪਾਰ ਉਤਰਨਾ। ਕਹਿੰਦੇ ਕਿ ਇਸੇ ਦੁੱਖਾਂ ਸੁੱਖਾਂ ਦੇ ਵਿੱਚ ਜਾਂ ਤੇ ਦੁੱਖਾਂ ਦੇ ਵਿੱਚ ਆਣ ਕੇ ਟਾਈਮ ਵੇਸਟ ਹੁੰਦਾ ਜਾਂ ਸੁੱਖਾਂ 'ਚ ਹੁੰਦਾ, ਹੋਰ ਤੇ ਤੀਸਰੀ ਕੋਈ ਚੀਜ਼ ਨਹੀਂ ਹੈਗੀ। ਸੁੱਖ ਆ ਗਏ ਤੇ ਤਾਂ ਭੁੱਲ ਗਏ, ਫਿਰ ਅਯਾਸ਼ੀਆਂ ਹੋ ਗਈਆਂ ਸ਼ੁਰੂ, ਫਿਰ ਬਾਹਰ ਦੇ ਜਿਹੜੇ ਕਈ ਚੀਜ਼ ਹੋ ਗਏ, ਭੋਗ ਹੋ ਗਏ। ਜੇ ਦੁੱਖ ਹੋਇਆ ਫਿਰ ਰੋਣਾ ਸਟਾਰਟ ਹੋ ਗਿਆ ਬਸ। ਪਰ ਉਹਨਾਂ ਨੇ ਕਿਹਾ ਕਿ ਦੁੱਖ ਸੁੱਖ ਜਿਹੜੀ ਹੈ ਇਹ ਕੋਈ ਮੰਜ਼ਿਲ ਨਹੀਂ ਹੈਗੀ, ਇਹ ਤਾਂ ਰਸਤਾ ਹੈ। ਰਸਤੇ ਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਦੱਸਿਆ, ਕਿਸੇ ਵੇਲੇ ਕੋਈ ਸਪੀਡ ਬ੍ਰੇਕਰ ਆ ਗਿਆ, ਕੋਈ ਸੜਕ ਚੰਗੀ ਆ ਗਈ, ਇਹ ਤਾਂ ਰਸਤੇ ਦੇ ਵਿੱਚ ਰੁਕਾਵਟਾਂ ਨੇ, ਇਹ ਮੰਜ਼ਿਲ ਨਹੀਂ ਹੈਗੀ ਸਾਡੀ। ਪਰ ਅਸੀਂ ਮੰਜ਼ਿਲ ਮੰਨ ਕੇ ਕਈ ਵਾਰੀ ਇੱਥੇ ਬੈਠ ਜਾਂਦੇ ਹਾਂ। ਇਸ ਕਰਕੇ ਉਹਨਾਂ ਫਰਮਾਇਆ ਕਿ ਚਿਰੰਕਾਲ ਇਹਦੇ ਸੰਚਰਿਆ, ਬੜੇ ਚਿਰਾਂ ਬਾਅਦ ਇਹ ਦੇਹ ਮਿਲੀ ਏ, ਤੇ ਹੁਣ ਉਹ ਜਿਹੜਾ ਕੰਮ ਜਿਹੜਾ ਹੋ ਜਾਵੇ, ਉਸ ਜਗਦੀਸ਼ ਨੂੰ ਮਿਲਣ ਵਾਸਤੇ ਮਿਲੀਏ। ਜੇ ਉਹ ਕੰਮ ਨਾ ਹੋਇਆ ਤੇ ਫਿਰ ਤੇ 84 ਲੱਖ ਦੇ ਵਿੱਚੋਂ ਨਿਕਲ ਕੇ ਆਉਣ ਦਾ ਕੋਈ ਫਾਇਦਾ ਹੀ ਨਾ ਹੋਇਆ ਸਾਨੂੰ। ਹੁਣ ਅਸੀਂ ਉਹਨਾਂ ਨੂੰ ਜਿਸ ਤਰ੍ਹਾਂ ਨਿਕਲੇ, ਜਿਸ ਤਰ੍ਹਾਂ ਬੱਚਾ ਨਿਕਲ ਭੁੱਲ ਜਾਂਦਾ, ਆਏ ਤੇ ਉਦੋਂ ਕਈ ਵਾਰੀ ਗੁਰਮੁਖ ਨੇ ਫਰਮਾਉਣਾ, ਕਈ ਬੱਚਿਆਂ ਦੇ ਕਹਿਣਾ ਆਹ ਫਲਾਣੀ ਜੂਨ 'ਚੋਂ ਆਇਆ ਨਾ ਵੇ, ਕਈ ਵਾਰੀ ਕਹਿਣਾ ਕਿ ਸੱਪ ਦੀ ਜੂਨ 'ਚੋਂ ਆਇਆ, ਫੰਕਾਰਾ ਅਜੇ ਵੀ ਨਹੀਂ ਛੱਡਦਾ ਹਜੇ। ਕਿਸੇ ਨੇ ਬੜੀ ਜਲਦੀ ਐਂ ਕਰਕੇ ਗੁੱਸੇ 'ਚ ਆਉਣਾ, ਕਰਕੇ ਮੈਂ ਕਹਿਣਾ ਇਹ ਆਇਆ ਹੀ ਉਸੇ ਜੂਨ 'ਚੋਂ, ਬੋਲਦ ਵਾਲੀ ਜੂਨ 'ਚੋਂ, ਇਹਨੂੰ ਕਿੱਡੀ ਛੇਤੀ ਇਹਨੂੰ ਕੋਈ ਮਾੜਾ ਜਿਹਾ ਸਿੰਘਾਂ ਨੂੰ ਹੱਥ ਲਾਵੇ ਸੀ। ਹੁਣ ਸਤਿਗੁਰ ਤੇ ਜਾਣਦੇ ਨੇ ਸਾਡੀਆਂ, ਠੀਕ ਹੈ, ਉਹਨਾਂ ਚੀਜ਼ਾਂ ਦਾ ਅਸਰ ਵੀ ਹੁੰਦਾ ਹੈ। ਇਹ ਨਹੀਂ ਕਿ ਕਿਉਂਕਿ ਕਿਸੇ ਚੀਜ਼ ਦੇ ਵਿੱਚ ਅਸੀਂ ਰਹਿੰਦੇ ਹਾਂ, ਕਿਸੇ ਵੀ ਸੁਸਾਇਟੀ ਸੰਗਤ 'ਚ ਰਹਿੰਦੇ ਹਾਂ ਕੁਝ ਟਾਈਮ, ਤਾਂ ਸਾਡਾ ਮਨ ਬਣਦਾ ਹੈ। ਇਹ ਜਿਹੜਾ ਮਨ ਆ, ਪਤਾ ਨਹੀਂ ਕਿੰਨੇ ਜਨਮਾਂ ਦਾ ਜਿਹੜਾ ਮੇਲ ਹੈ, ਕੋਈ ਇੱਕ ਜਨਮ ਦਾ ਨਹੀਂ ਹੈ। ਇਹਦੇ ਅੰਦਰ ਸਾਰੇ ਹੀ ਭਾਵ ਹੈਗੇ ਨੇ, ਪਤਾ ਨਹੀਂ ਕਿੰਨੀਆਂ ਜੂਨਾਂ 'ਚੋਂ ਆਇਆ। ਕਦੀ ਇਹ ਬੜਾ ਸ਼ਾਂਤ ਹੋ ਜਾਂਦਾ ਹੈ ਕਿ ਜਿਸ ਤਰ੍ਹਾਂ ਕੋਈ ਹੈ ਹੀ ਨਹੀਂ, ਕੁਛ ਨਹੀਂ ਹੈਗਾ। ਕਦੀ ਇਹ ਜਿਸ ਤਰ੍ਹਾਂ ਕੋਈ ਮਾੜੀ ਜਿਹੀ ਗੱਲ ਕਵੇ ਤੇ ਜਿਸ ਤਰ੍ਹਾਂ ਵੱਢਣ ਵਾਸਤੇ ਪੈ ਜਾਂਦਾ ਹੈ। ਕਿਉਂਕਿ ਅਲੱਗ-ਅਲੱਗ ਜੂਨ ਦੇ ਵਿੱਚ ਇਹਨੂੰ ਅਲੱਗ-ਅਲੱਗ ਤਰ੍ਹਾਂ ਦਾ ਸੁਭਾਅ ਮਿਲਿਆ, ਉਹਦਾ ਮਿਸ਼ਰਣ ਜਿਹੜਾ ਸੀ ਇੱਕ ਸਾਰਾ ਹੀ। ਹੁਣ ਜੇ ਇਹ ਦੇਹ ਮਿਲੀਏ ਤੇ ਉਹ ਸਭ ਕੁਛ ਮਿਲਿਆ। ਹੁਣ ਸਤਿਗੁਰ ਤੇ ਜਾਣਦੇ ਨੇ ਸਾਨੂੰ, ਉਹ ਸਾਡੀ ਕਿਸੇ ਗੱਲ ਤੋਂ ਦਾ ਕੋਈ ਫੜਦੇ ਨੇ, ਪਰ ਉਹ ਕਹਿੰਦੇ ਨੇ ਕਿ ਬਈ ਹੁਣ ਇੱਥੇ ਵੀ ਆਣ ਕੇ ਤੇ ਸਫ਼ਰ ਨੂੰ ਅਸੀਂ ਇੱਥੇ ਫੇਰ ਨਾ ਪਛਾਣ ਹੋਣਾ ਜਾਈਏ। ਉਹਨਾਂ ਨੇ ਕਿਹਾ ਕਿ ਜੇ ਇੱਥੇ ਵੀ ਨਾ ਇਸ ਪੌੜੀ ਤੇ ਜੋ ਨਰ ਚੁੱਕੇ, ਜਿਸ ਤਰ੍ਹਾਂ ਪੌੜੀ ਦੇ ਡੰਡੇ ਨੇ, ਕੋਈ 10 ਜਾਂ 12 ਜਾਂ 13 ਡੰਡੇ ਨੇ, ਮੰਨ ਲਓ ਕਿ 10 ਡੰਡੇ ਕੋਈ ਚੜ੍ਹ ਗਿਆ, ਕੋਈ 12 ਡੰਡੇ ਵੀ ਚੜ੍ਹ ਗਿਆ, 13ਵੇਂ ਤੇ ਵੀ ਪੈਰ ਰੱਖ ਲਿਆ, ਪਰ ਉੱਥੋਂ ਵੀ ਜੇ ਪੈਰ ਫਿਸਲਿਆ ਤੇ ਆਉਣਾ ਤਾਂ ਫਿਰ ਥੱਲੇ ਹੀ ਏ। ਬਿਲਕੁਲ ਛੱਤ ਦੇ ਨਜ਼ਦੀਕ ਆ ਕੇ ਵੀ ਪੈਰ ਫਿਸਲ ਜੇ ਤੇ ਫਿਰ ਪਤਾ ਨਹੀਂ ਕਿਹੜੇ ਡੰਡੇ ਤੇ ਜਾ ਕੇ ਖਲੋਣਾ ਹੈ। ਇਸ ਕਰਕੇ ਉਹਨਾਂ ਕਿ ਇਸ ਪੌੜੀ ਤੇ ਜੋ ਨਰ ਚੁੱਕੇ, ਕਿ ਇਸ ਪੌੜੀ ਜਿਹੜੀ ਹੁਣ ਜਿਹੜਾ ਜਨਮ ਮਿਲਿਆ ਹੈ, ਜੇ ਇਹਦੇ ਤੋਂ ਚੁੱਕ ਗਏ ਤੇ ਫਿਰ ਉਹਨਾਂ ਨੇ ਕਿਹਾ ਆਏ ਜਾਏ ਦੁੱਖ ਪਾਏਦਾ, ਫਿਰ ਦੁੱਖਾਂ ਦਾ ਜਿਹੜਾ ਕੰਮ ਫਿਰ ਸਟਾਰਟ ਹੋ ਜਾਂਦਾ। ਕਾਲ ਨੇ ਐਸੀ ਰਚਨਾ ਰਚੀ ਹੈ ਕਿ ਉਹਨੇ ਘੁੰਮਣ ਘੇਰੀ ਜੀ ਬਣਾਤੀ ਹੈ। ਤੇ ਜੇ ਭਾਗਾਂ ਨਾਲ ਸਤਿਗੁਰ ਮਿਲੇ, ਸਾਨੂੰ ਸਮਝ ਲੱਗ ਗਈ, ਪਤਾ ਚੱਲ ਗਿਆ ਕਿ ਬਈ ਇਹ ਦੇਹ ਮਿਲੀਏ ਕਾਹਦੇ ਵਾਸਤੇ ਮਿਲੀਏ, ਤੇ ਫਿਰ ਉਹ ਜਿਹੜਾ ਕੰਮ ਜਿਹੜਾ ਕਰੀਏ, ਇਹਨਾਂ ਕੰਮਾਂ ਦੇ ਵਿੱਚ ਆਪਣਾ ਪੈ ਕੇ ਆਪਣਾ ਟਾਈਮ ਬਰਬਾਦ ਨਾ ਕਰੀਏ। ਹਾਂਜੀ। ਮੇਲ ਜਗਦੀਸ਼ ਮਿਲਨ ਕੀ ਬਰੀਆ, ਚਿਰਾਂ ਕਾਲ ਏ ਦੇ ਸੰਜਰੀਆ, ਕਈ ਜਨਮ ਸੈਲ ਗਿਰ ਕਰਿਆ, ਕਈ ਜਨਮ ਗਰਭ ਹਿਰ ਖਰਿਆ। ਹੁਣ ਇਹਨਾਂ ਦੇ ਟਾਈਮ ਦਾ ਵੀ ਕੋਈ ਨਹੀਂ ਪਤਾ ਹੈਗਾ। ਕਈ ਵਾਰੀ ਤਾਂ ਹੁੰਦਾ ਨਾ ਕਿ ਸਫ਼ਰ ਦੇ ਵਿੱਚ ਰੁਕਾਵਟਾਂ ਆਈਆਂ ਤੇ ਚਲੋ ਜੀ ਪਤਾ ਹੈ ਜੀ ਆਹ ਰੈੱਡ ਲਾਈਟ ਇੱਥੇ 3 ਮਿੰਟ ਲੱਗਣੇ ਨੇ, ਆਹ ਚੀਜ਼ ਤੇ ਇੰਨੀ ਦੇਰ ਖੜੇ ਹੋਣਾ ਤੇ ਆਪਾਂ ਨਿਕਲ ਜਾਣਾ ਹੈ। ਪਰ ਜਿਹੜੀ 84 ਲੱਖ ਜੂਨਾਂ ਨੇ, ਇਹਦਾ ਤਾਂ ਕਹਿੰਦੇ ਕਿ ਕੋਈ ਪਤਾ ਹੀ ਨਹੀਂ ਹੈ।
ਅਸੀਂ ਸੋਚਾਂਗੇ ਕਿ ਜਿਸ ਤਰ੍ਹਾਂ ਕਿ ਲਓ ਜੀ ਇੰਨੇ ਇੰਨੇ ਇੱਕ ਇੱਕ ਸਾਲ ਦਾ ਵੀ ਕੱਟੀਏ ਤੇ ਤਾਂ ਵੀ ਜੋਗੀ ਬਣ ਜਾਂਦੇ 84 ਲੱਖ, ਕੋਈ ਥੋੜੀ ਜਗ੍ਹਾ ਹੈ। ਪਰ ਫਿਰ ਵੀ ਇਹਦੇ ਵਿੱਚ ਵੀ ਐਸੀਆਂ ਜੂਨਾਂ ਨੇ ਕਈ ਜਿਹਦੇ ਵਿੱਚ ਲੱਖਾਂ ਸਾਲ ਜਿਹੜੇ ਲੰਘ ਜਾਂਦੇ ਨੇ ਉਸੇ ਜੂਨ ਦੇ ਵਿੱਚ। ਹੁਣ ਜਿਸ ਤਰ੍ਹਾਂ ਪੰਛੀ ਦਾ ਜਿਹੜਾ ਕੀੜੇ ਮਕੌੜੇ ਪਤੰਗੇ ਦਾ ਪਹਿਲਾਂ ਆਇਆ, ਪਤੰਗੇ ਦਾ ਜੀਵਨ ਕਿੰਨਾ ਹੈ, ਅੱਜ ਜਨਮ ਲਿਆ, ਕੋਈ 2 ਦਿਨ ਕੋਈ 3 ਦਿਨ ਬਾਅਦ ਖਤਮ। ਹਿਰਨ ਦਾ ਕੁਝ ਹੋਰ ਟਾਈਮ ਹੈ, ਹਾਥੀ ਦਾ ਕੁਝ ਹੋਰ ਸੀ, ਮਛਲੀ ਦਾ ਕੁਝ ਹੋਰ ਸੀ। ਹੁਣ ਆ ਗਿਆ ਕਹਿੰਦੇ ਨੇ ਪੱਥਰ, ਸੈਲ ਗਿਰੀ, ਮਤਲਬ ਪਹਾੜ ਨੂੰ ਕਹਿੰਦੇ ਨੇ। ਕਹਿੰਦੇ ਚਟਾਨਾਂ ਜਿਹੜੀਆਂ ਨੇ ਤੁਸੀਂ ਦੇਖੋ, ਕੋਈ ਪੱਥਰ, ਇਹ ਵੀ ਇੱਕ ਜੂਨੀ ਹੈ। ਇਹ ਤਾਂ ਨਹੀਂ ਹੈ ਕਿ ਪੱਥਰ ਸਾਨੂੰ ਵੇਖਣ ਨੂੰ ਲੱਗਦਾ ਹੈ ਪੱਥਰ ਕਿ ਇਹਦੇ 'ਚ ਤਾਂ ਕੁਛ ਨਹੀਂ ਹੈਗਾ, ਪਰ ਉਹ ਵੀ ਇੱਕ ਜੂਨ। ਸਾਗਰਾਂ ਨੇ ਫੋਨਾ ਪੱਥਰ ਜਿਹੜੇ ਪਹਾੜ ਨੇ ਇਹਨਾਂ ਦਾ ਵੀ ਟਾਈਮ ਹੈ, ਇਹ ਵੀ ਬਣਦੇ ਨੇ, ਇਹ ਵੀ ਨਾਸ਼ ਹੁੰਦੇ ਨੇ। ਹੁਣ ਜੇ ਕੋਈ ਮੰਦੇ ਕਹਿ ਲਓ ਕਰਮਾਂ ਨਾਲ, ਜੇ ਕਿਸੇ ਤਰ੍ਹਾਂ ਜੇ ਕੋਈ ਉਹੋ ਜਿਹੀ ਕੋਈ ਜੂਨ ਵਿੱਚ ਪੈ ਜਾਵੇ ਤੇ ਤੁਸੀਂ ਸੋਚੋ ਕਿ ਕਿੰਨਾ ਟਾਈਮ ਲੱਗਾ। ਪਹਾੜ ਅਸੀਂ ਵੇਖਦੇ ਹਾਂ ਅੱਜ, ਸਾਇੰਸਦਾਨ ਕਹਿੰਦੇ ਨੇ ਕਿ ਆਹ ਪਹਾੜ ਜਿਹੜਾ ਆ ਇੰਨੇ ਲੱਖ ਸਾਲ ਪੁਰਾਣਾ ਹੈ, ਆਹ ਜਿਹੜਾ ਇੰਨੇ ਹਜ਼ਾਰ ਸਾਲ ਪੁਰਾਣਾ ਹੈ, ਮਤਲਬ ਹਜ਼ਾਰਾਂ ਸਾਲ ਉਹਦੀ ਉਮਰ ਹੈ। ਕਹਿੰਦੇ ਕਿ ਕਈ ਜਨਮਾਂ ਦੇ ਵਿੱਚ ਅਸੀਂ ਉਹ ਵੀ ਬਣੇ, ਉਹਨਾਂ ਦੇ ਵਿੱਚੋਂ ਵੀ ਅਸੀਂ ਨਿਕਲੇ, ਕਿ ਚਟਾਨਾਂ ਵੀ ਬਣੇ, ਪੱਥਰ ਪਹਾੜ ਜਿਹੜੇ ਸੀ ਬਣੇ। ਔਰ ਕਈ ਜਨਮ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਸਮੇਂ ਦੀ ਕੋਈ ਪਤਾ ਨਹੀਂ, ਕਿ ਮੌਕਾ ਹੀ ਨਹੀਂ ਮਿਲਿਆ। ਕਈ ਵਾਰੀ ਕਹਿੰਦੇ ਜਿਸ ਤਰ੍ਹਾਂ ਮਾਤਾ ਦੇ ਗਰਭ ਦੇ ਵਿੱਚ ਹੀ ਮੌਤ ਹੋ ਗਈ, ਜਨਮ ਇੱਥੇ ਆਇਆ ਹੀ ਨਹੀਂ ਕਿਸੇ ਪਾਸੇ ਵੀ। ਕੋਈ ਕਰਮ ਇਸ ਤਰ੍ਹਾਂ ਦਾ ਕੋਈ ਕੁਛ ਸੀ ਕਿ ਜਿਸ ਤਰ੍ਹਾਂ ਉਹ ਜੂਨੀ ਵੀ ਜਿਹੜੀ ਸੀ, ਜਿਹੜੀ ਸਾਨੂੰ ਭੁਗਤਿਆਂ ਦਾ, ਜਿਸ ਤਰ੍ਹਾਂ ਨਰਕ, ਉਹ ਨਰਕ ਅਸੀਂ ਕਹਿੰਦੇ ਉਹਨੂੰ, ਕਿ ਸਭ ਕੁਛ ਜਿਹੜਾ ਆ ਮਤਲਬ ਉੱਥੇ ਗਰਮੀ ਸਰਦੀ, ਖਾਧਾ ਪੀਤਾ, ਗੰਦਮੰਦ ਜਿਹੜਾ ਸਭ ਕੁਛ, ਤੇ ਕਹਿੰਦੇ ਉੱਥੇ ਹੀ ਅੰਦਰ ਹੀ ਰਹਿਣ ਵਾਸਤੇ ਕੋਈ ਉਹ ਚੋਂ ਬਾਹਰ ਨਿਕਲਿਆ ਹੀ ਨਹੀਂ। ਐਸੀਆਂ ਐਸੀਆਂ ਜੂਨਾਂ ਜਿਹੜੀਆਂ ਸਾਨੂੰ ਪਤਾ ਹੀ ਨਹੀਂ ਕਿ ਬਈ ਕਿੰਨੀ ਕਿੰਨੀ ਦੇਰ, ਕਈ ਵਾਰੀ ਉਹ ਐਸੇ ਮੌਕੇ ਆਏ, ਐਸੇ ਜਿਹੜੇ ਸੀ ਜੇਲਾਂ ਆਈਆਂ ਕਿ ਜਿੱਥੋਂ ਕਦੀ ਛੁੱਟੇ ਹੀ ਨਹੀਂ ਉਤੋਂ। ਲੇਕਿਨ ਅਸੀਂ ਉਹਨੂੰ ਭੁੱਲ ਕੇ ਅਸੀਂ ਹੁਣ ਇਹਨੂੰ ਕੀ ਮਨੁੱਖ ਚੋਲੇ ਨੂੰ ਕੀ ਗਿਣ ਲਿਆ ਕਿ ਨਹੀਂ ਜੀ ਇਹ ਤਾਂ ਸਾਨੂੰ ਐਸ਼ਾਂ ਕਰਨ ਵਾਸਤੇ ਮਿਲਿਆ ਹੈ, ਐਸ਼ਾਂ ਕਰਨ ਵਾਸਤੇ ਮਿਲਿਆ ਕਿ ਸ਼ਾਇਦ ਕੋਈ ਇਹਦੇ ਵਿੱਚ ਐਸ਼ ਕਰ। ਇਹ ਨਹੀਂ ਪਤਾ ਕਿ ਬਈ ਇਹ ਵੀ ਬੜਾ ਵੱਡਾ ਦੁੱਖ ਹੈ, ਇਹ ਕੋਈ ਸੁੱਖ ਨਹੀਂ ਹੈਗਾ। ਕੋਈ ਮਨੁੱਖ ਚੋਲੇ ਦੇ ਵਿੱਚ ਜੇ ਅਸੀਂ ਪਿੱਛੇ ਅਸੀਂ ਉਹਨਾਂ ਦਾ ਦੇਖਿਆ ਜਾਨਵਰਾਂ ਦਾ, ਤੇ ਮਨੁੱਖ ਚੋਲੇ ਦੇ ਵਿੱਚ ਦੇਖੀਏ ਕਿਹੜਾ ਸੁਖੀ ਹੈਗਾ। ਕੋਈ ਗੁਰਮਤਿ ਨੇ ਫਰਮਾਉਣਾ ਕੋਈ ਬੰਦਾ ਬਾਂਹ ਖੜੀ ਕਰਕੇ ਦੱਸੇ ਜਿਹੜਾ ਕਵੇ ਕਿ ਮੈਂ ਪਰਮ ਸੁਖੀ ਹਾਂ, ਸੁੱਖ ਇਹਦੇ ਵਿੱਚ ਵੀ ਨਹੀਂ ਹੈਗਾ। ਕਿਉਂਕਿ ਪੌੜੀ ਹੈ ਨਾ, ਡੰਡੇ ਨੇ ਪੌੜੀ ਦੇ, ਚਾਹੇ ਪਹਿਲੇ ਡੰਡੇ ਤੇ ਪੈਰ ਰੱਖਿਆ, ਚਾਹੇ ਦੂਸਰੇ ਤੀਸਰੇ ਤੇ, ਚਾਹੇ 12ਵੇਂ ਤੇ ਆ, ਹੈ ਤੇ ਪੌੜੀ ਦੇ ਵਿੱਚ ਆ, ਅਜੇ ਛੱਤ ਤੇ ਨਹੀਂ ਪਹੁੰਚਿਆ। ਇਸ ਕਰਕੇ ਕੋਈ ਪੌੜੀ ਦੇ ਵਿੱਚ ਤੇ ਕੋਈ ਆਪਣੇ ਕੋਈ ਘਰ ਨਹੀਂ ਬਣਾਉਂਦਾ ਰਸਤੇ, ਇਹ ਬਣੇਗਾ ਉੱਪਰ ਛੱਤ ਤੇ ਜਾ ਕੇ, ਉੱਥੇ ਚੈਨ ਆਏਗਾ ਸਾਨੂੰ। ਜਦੋਂ ਤੱਕ ਅਸੀਂ ਪੌੜੀ ਦੇ ਵਿੱਚ ਤੁਰੇ ਫਿਰਦੇ ਹਾਂ ਉਦੋਂ ਤੱਕ ਇਹ ਨਾ ਸਮਝੀਏ ਕਿ ਕੋਈ ਅਸੀਂ ਕਿਸੇ ਸਥਾਨ ਦੇ ਉੱਤੇ ਪਹੁੰਚ ਗਏ ਹਾਂ। ਹਾਂਜੀ। ਕਈ ਜਨਮ ਸੈਲ ਗਿਰੇ ਕਰਿਆ, ਕਈ ਜਨਮ ਗਰਭ ਹਿਰੇ ਖਰਿਆ, ਕਈ ਜਨਮ ਸਾਖ ਕਰ ਉਪਾਇਆ, ਲੱਖ 84 ਜੋਨ ਪਰਮਾਇਆ। ਕਹਿੰਦੇ ਕਿ ਪਤਾ ਹੀ ਨਹੀਂ ਕਾਲ ਨੇ ਕੈਸੀ ਰਚਨਾ ਰਚੀ ਕਿ ਕਿਸ ਤਰ੍ਹਾਂ 84 ਲੱਖ ਜੋਨਾਂ ਬਣਾ ਕੇ ਕਿਸ ਕਿਸ ਤਰ੍ਹਾਂ ਦੇ ਵਿੱਚ ਮਤਲਬ ਇਹਨੇ ਭਟਕਾ ਦਿੱਤਾ। ਇੱਕ ਦੂਜੇ ਨੂੰ ਮਾਰੀ ਜਾ ਰਹੇ ਨੇ, ਇੱਕ ਦੂਜੇ ਨੂੰ ਖਾਈ ਪੀ ਜਾ ਰਹੇ ਨੇ। ਜਿਸ ਤਰ੍ਹਾਂ ਇੱਕ ਵੱਡਾ ਜਾਨਵਰ ਜਿਹੜਾ ਛੋਟੇ ਨੂੰ ਖਾ ਰਿਹਾ ਹੈ, ਇਸੇ ਤਰ੍ਹਾਂ ਹੀ ਇਹਨਾਂ ਚੋਂ ਨਿਕਲ ਕੇ ਇਨਸਾਨ ਦੀ ਚੋਲਾ ਮਿਲਿਆ ਸੀ। ਇਹ 'ਚ ਹੁਣ 5 ਤੱਤ ਮਿਲੇ ਸੀ, ਦਿਮਾਗ ਮਿਲਿਆ ਸੀ ਨਾਲ। ਕਰਨਾ ਤੇ ਕੀ ਸੀ ਕਿ ਹੁਣ ਉਹ ਜਿਹੜਾ ਕੰਮ ਛੱਡਣੇ ਸੀ, ਕਰਮ ਜਿਹੜੇ ਕਰਮਾਂ ਦੀ ਜਿਹੜੀ ਉਹ ਤੈਅ ਚੱਲ ਰਹੀ ਸੀ, ਉਹ 'ਚੋਂ ਨਿਕਲਣ ਵਾਸਤੇ ਸਤਿਗੁਰਾਂ ਨੇ ਸਾਨੂੰ ਦਿਮਾਗ ਦੇ ਦਿੱਤਾ ਕਿ ਕੋਈ ਸੋਚ ਸਮਝ। ਮੱਛੀਆਂ ਵੀ ਐਸੀਆਂ ਨੇ ਜਿਹੜੀਆਂ ਮੱਛੀਆਂ ਨੂੰ ਖਾਈ ਜਾਂਦੀਆਂ ਨੇ, ਜਾਨਵਰ ਐਸੇ ਨੇ ਜਿਹੜੇ ਦੂਸਰੇ ਜਾਨਵਰਾਂ ਨੂੰ ਖਾਈ ਜਾਂਦੇ ਨੇ। ਇਨਸਾਨੀ ਚੋਲਾ ਮਿਲਿਆ ਤੇ ਅਸੀਂ ਉਹਦੇ ਵਿੱਚ ਕੀ ਕੀਤਾ, ਇੱਥੇ ਆਣ ਕੇ ਵੀ ਇੱਕ ਦੂਜੇ ਨੂੰ ਖਾਣਾ ਸ਼ੁਰੂ ਕਰ ਦਿੱਤਾ। ਅਸੀਂ ਇੱਕ ਦੂਸਰੇ ਨੂੰ ਕਰ ਰਹੇ ਹਾਂ, ਕੋਈ ਨਾ ਕੋਈ ਦੁੱਖ ਦੇ ਰਹੇ ਹਾਂ, ਕਿਸੇ ਨੂੰ ਕੋਈ ਨੀਚਾ ਵਿਖਾ ਰਹੇ ਹਾਂ, ਕਿਸੇ ਨੂੰ ਆਪਣੇ ਹੰਕਾਰ ਦੇ ਵਸ ਹੋ ਕੇ ਕਿੰਨੇ ਕੰਮ ਕਰ ਰਹੇ। ਇਹ ਕੀ ਹੈ, ਕਿਸੇ ਦਾ ਘਾਣ ਕਰਨਾ ਹੀ ਆ। ਜਿਸ ਤਰ੍ਹਾਂ ਉਹ ਸਮਝਦੇ ਨੇ ਕਿ ਮੇਰਾ ਇਹਦੇ ਤੇ ਹੱਕ ਹੈ, ਅਸੀਂ ਵੀ ਸਮਝਦੇ ਹਾਂ ਕਿ ਇਹਦੇ ਤੇ ਮੇਰਾ ਹੱਕ ਹੈ। ਕੰਮ ਤੇ ਉਹਦੇ ਚੋਂ ਨਿਕਲਣਾ ਸੀ, ਪਰ ਉਹਨੇ ਕਿਹਾ ਕਿ ਇਹ ਲੱਖ 84 ਜਿਹੜਾ ਜੋਨ ਭਰਮਾਇਆ, ਇਹਨੇ ਭਰਮ ਹੀ ਐਸਾ ਕੋਈ ਪਾ ਦਿੱਤਾ ਕਿ ਇਹਨੂੰ ਕੋਈ ਸਮਝ ਹੀ ਨਹੀਂ ਆ ਰਹੀ। ਕਿੰਨਾ ਕਿੰਨਾ ਚਿਰ ਇੱਕ ਇੱਕ ਜਗ੍ਹਾ ਤੇ ਰੁਕੇ ਰਹੇ।
ਆ ਦਰਖਤ ਨੇ, ਉਹਨਾਂ ਨੇ ਦੱਸਿਆ ਕਿ ਟਹਿਣੀਆਂ, ਫੁੱਲ, ਦਰਖਤ ਜਿੰਨੇ ਵੀ ਅਸੀਂ ਦੇਖਦੇ ਹਾਂ, ਕਿੰਨੀ ਕਿੰਨੀ ਇਹਨਾਂ ਦੀ ਉਮਰ ਹੈ। ਜਿਸ ਤਰ੍ਹਾਂ ਪਹਿਲਾਂ ਪਹਾੜਾਂ ਦੀ ਦੱਸੀ, ਚਟਾਨਾਂ ਦੀ ਦੱਸੀ, ਦਰਖਤ ਵੀ ਕਿਸ ਤਰ੍ਹਾਂ ਨੇ, ਖੜੇ ਨੇ, ਸਾਹ ਵੀ ਲੈ ਰਹੇ ਨੇ, ਸਾਹ ਛੱਡ ਵੀ ਰਹੇ ਨੇ। ਅਸੀਂ ਪੜ੍ਹਦੇ ਹਾਂ ਕਿ ਲਓ ਜੀ ਆਕਸੀਜਨ ਲੈਂਦੇ ਨੇ, ਸਭ ਕੁਝ ਸਾਹ ਲੈ ਰਹੇ ਨੇ, ਕਰ ਰਹੇ ਨੇ, ਪਰ ਕੋਈ ਵਸ ਨਹੀਂ ਕਿਸੇ ਤਰ੍ਹਾਂ ਦਾ। ਭਾਵੇਂ ਉੱਥੇ ਤੂਫਾਨ ਆਵੇ, ਭਾਵੇਂ ਕੜਕਦੀ ਧੁੱਪ ਹੋਵੇ, ਉਹਨਾਂ ਦਾ ਵਸ ਨਹੀਂ ਹੈਗਾ ਕਿ ਇੱਧਰ ਉੱਧਰ ਹੋ ਕੇ ਕਿਤੇ ਤੇ ਆਪਣੇ ਆਪ ਨੂੰ ਬਚਾ ਲੈਣ, ਪਰ ਹੈ ਜੋ ਨਹੀਂ ਹੈ। ਅਸੀਂ ਦੇਖੀਏ ਕਿ ਸਾਨੂੰ ਸਜ਼ਾ ਮਿਲ ਜੇ ਥੋੜ੍ਹੀ ਦੇਰ ਵਾਸਤੇ, ਕਿ ਕੜਕਦੀ ਧੁੱਪ ਆਵੇ, ਕੋਈ ਜੇਠ ਹੜ ਜੇ, ਧੁੱਪਾਂ ਹੋਣ ਤੇ ਕੋਈ ਕਵੇ ਕਿ ਚੱਲ ਵੀ ਬਾਹਰ ਖੜਾ ਰਿਹਾ ਇੱਥੇ, ਕਿਸ ਤਰ੍ਹਾਂ ਦਾ ਸਾਨੂੰ ਮਹਿਸੂਸ ਹੋਏਗਾ। ਤੂਫਾਨ ਆਉਂਦਾ ਹੋਵੇ ਤੇ ਬੰਦੇ ਨੂੰ ਕਿਹਾ ਜਾਵੇ ਕਿ ਚੱਲ ਵੀ ਬਾਹਰ ਖੜਾ ਹੋ, ਬਰਫ਼ ਪਵੇ, ਜੋ ਮਰਜ਼ੀ ਹੋਵੇ, ਉਹ ਉੱਥੇ ਦੇ ਉੱਥੇ ਖੜੇ ਨੇ। ਐਸੀਆਂ ਜੂਨਾਂ ਨੇ ਜਿੱਥੇ ਉਹ ਜਿਹੜੇ ਕਰਮ ਭੁਗਤ ਰਹੇ ਨੇ, ਉਹ ਵੀ ਹੁਣ ਕਰਮਾਂ 'ਚ ਉਹ ਵੀ, ਕਿਉਂਕਿ ਧਰਤੀ 'ਤੇ ਆਏ ਨੇ, ਇਸ ਮਾਤ ਲੋਕ ਦੇ ਵਿੱਚ ਆਏ ਨੇ, ਤੇ ਉਹ ਵੀ ਕਰਮ ਭੁਗਤ ਰਹੇ ਨੇ। ਪਰ ਇਨਸਾਨ ਵੀ ਕੋਈ ਉਸ ਤੋਂ ਬਾਹਰ ਨਹੀਂ, ਇਨਸਾਨ ਵੀ ਤਾਂ ਆਪਣੇ ਕਰਮ ਹੀ ਭੁਗਤ ਰਿਹਾ ਹੈ। ਪਰ ਇਨਸਾਨ ਨੂੰ ਫਿਰ ਵੀ ਉਹਨਾਂ ਦਾ ਸਰਤਾਜ ਕਿਹਾ ਗਿਆ ਹੈ, ਉਹਨਾਂ ਦਾ ਸਰਤਾਜ ਦੱਸਿਆ ਕਿ ਠੀਕ ਹੈ ਵੀ ਇਹਨੂੰ ਪਤਾ ਹੈ ਸਭ ਕੁਝ। ਪਰ ਅਸੀਂ ਵੀ ਫਿਰ ਕਿਉਂ ਕਈ ਵਾਰੀ ਸਤਿਗੁਰਾਂ ਨਾਲ ਅਸੀਂ ਰੋਸਾ ਹੀ ਕਰੀ ਜਾਂਦੇ ਹਾਂ, ਕਈ ਵਾਰੀ ਅਸੀਂ ਰੋਸ ਹੀ ਕਰੀ ਜਾਂਦੇ ਹਾਂ ਕਿ ਆਹ ਹੋ ਗਿਆ, ਹੋ ਗਿਆ। ਇਹ ਨਹੀਂ ਪਤਾ ਕਿ ਕਿੰਨੀਆਂ ਥਾਵਾਂ ਤੋਂ ਕੱਢ ਕੇ ਸਾਨੂੰ ਸਤਿਗੁਰਾਂ ਨੇ ਕਿੱਥੇ ਲਿਆਂਦਾ ਹੈ। ਜੇ ਤੁਸੀਂ ਦਰਖਤ ਤੇ ਤੁਹਾਨੂੰ ਕੋਈ, ਤੁਸੀਂ ਆਪ ਵੀ ਪੌਦਾ ਲਗਾਇਆ ਹੋਵੇ ਤੇ ਤੁਹਾਨੂੰ ਹੋਵੇ ਕਿ ਕੋਈ ਤਰਸ ਵੀ ਆਵੇ ਉਹਦੇ ਤੇ, ਕੋਈ ਅੰਬ ਦਾ ਪੇੜ ਆ, ਕੋਈ ਵੱਡਾ ਦਰਖਤ ਆ, ਤੁਸੀਂ ਉਹਨੂੰ ਚੁੱਕ ਕੇ ਕਿਤੇ ਖੜ ਸਕਦੇ ਹੋ ਉਰੇ ਪਰੇ ਕਿਤੇ, ਚਾਹੇ ਧੁੱਪ ਆ ਚਾਹੇ ਛਾਂ ਹੈ। ਪਰ ਸਤਿਗੁਰਾਂ ਨੇ ਸਾਨੂੰ ਇੱਕ ਚੱਲਣ ਫਿਰਨ ਦੀ ਤਾਕਤ ਦਿੱਤੀ, ਸਮਝ ਬਖਸ਼ੀ, ਸਭ ਕੁਝ ਕੀਤਾ ਕਿ ਹਾਂ ਬਈ ਹਰ ਚੀਜ਼ ਦਾ ਹੱਲ ਹੈਗਾ ਹੈ। ਇਸ ਕਰਕੇ ਸਤਿਗੁਰਾਂ ਨੇ ਫਰਮਾਇਆ ਕਿ ਬਈ ਇਸ ਭਰਮ ਦੇ ਵਿੱਚ ਨਾ ਇਕੱਲੇ ਪਏ ਰਹੀਏ। ਠੀਕ ਹੈ, ਜੂਨਾਂ ਹੈਗੀਆਂ ਨੇ, ਪਰ ਉਹ 'ਚੋਂ ਨਿਕਲਣ ਵਾਸਤੇ ਸਤਿਗੁਰਾਂ ਨੇ ਰਸਤਾ ਸੀ, ਉਸ ਰਸਤੇ ਦੇ ਉੱਤੇ ਅਸੀਂ ਆ ਗਏ ਹਾਂ, ਮਨੁੱਖ ਚੋਲਾ ਮਿਲ ਗਿਆ ਹੈ। ਹੁਣ ਅਸੀਂ ਅੱਗੇ ਹੋਰ ਕੀ ਕੰਮ ਕਰਨਾ ਹੈ ਹੁਣ? ਹਾਂਜੀ। ਕਈ ਜਨਮ ਸਾਖ ਕਰ ਉਪਾਇਆ, ਲੱਖ 84 ਜੋਨ ਪਰਮਾਇਆ, ਸਾਧ ਸੰਗ ਭਇਓ ਜਨਮ ਪ੍ਰਾਪਤ, ਕਰ ਸੇਵਾ ਭਜ ਹਰ ਹਰ ਗੁਰ ਮਤ, ਤਿਆਗ ਮਾਨ ਝੂਠ ਅਭਿਮਾਨ, ਜੀਵਤ ਮਰੈ ਦਰਗਹਿ ਪਰਵਾਨ। ਹੁਣ ਪਹਿਲਾਂ ਉਹਨਾਂ ਜੂਨਾਂ ਦਾ ਸਾਰਾ ਦੱਸ ਕੇ ਸਾਨੂੰ ਫਿਰ ਹੁਣ ਦੱਸਿਆ ਕਿ ਇਹ ਜਨਮ ਕਿੱਦਾਂ ਮਿਲਿਆ। ਮੈਂ ਕਿਹਾ ਕਿ ਸਾਧ ਸੰਗ ਭਇਓ ਜਨਮ ਪ੍ਰਾਪਤ, ਸਾਧ ਦੇ ਸੰਗ ਨਾਲ, ਸਾਧੂ ਦੇ ਸੰਗ ਨਾਲ। ਕਿਸੇ ਤਰ੍ਹਾਂ ਵੀ ਸਤਿਗੁਰਾਂ ਨੇ ਕਈ ਵਾਰੀ ਫਰਮਾਉਣਾ ਕਿ ਵੀ ਜਦੋਂ ਪੂਰਨ ਸੰਤ ਆਉਂਦੇ ਨੇ ਤੇ ਉਹ ਜਿਸ ਤਰ੍ਹਾਂ ਵਾਢੀ ਪਾ ਦਿੰਦੇ ਨੇ ਪੂਰੀ, ਕਿਤੇ ਵੀ ਉਹਨਾਂ ਦੇ ਕੋਈ ਘਾਹ ਬਣ ਕੇ ਕੋਈ ਜੋਨ ਭੁਗਤ ਰਿਹਾ ਹੈ, ਕਿਤੇ ਚਰਨ ਪਏ ਸੰਤਾਂ ਦੇ, ਤੇ ਉਹਨੂੰ ਵੀ ਉਹ ਤੋਂ ਮੁਕਤੀ ਮਿਲ ਗਈ। ਲਿਆ ਕੋਈ ਸਬਜ਼ੀ ਕੋਈ ਖਾਧੀ ਤੇ ਉਹਨੂੰ ਵੀ ਮੁਕਤੀ ਦੇ ਦਿੱਤੀ। ਕਿਸੇ ਦੇ ਦ੍ਰਿਸ਼ਟੀ ਪੈ ਗਈ, ਕਿਤੇ ਜਾ ਰਹੇ ਨੇ ਬਾਹਰੋਂ, ਕਿਸੇ ਜਿੱਥੇ ਵੀ ਦ੍ਰਿਸ਼ਟੀ ਪਾ ਰਹੇ ਆ, ਉਹਨਾਂ ਦੀ ਮੁਕਤੀ ਕਰ ਦਿੱਤੀ। ਮੁਕਤੀ ਕਰਕੇ ਉਹ 84 ਲੱਖ ਜੂਨਾਂ ਚੋਂ ਕੱਢ ਕੇ ਤੇ ਕਿਹੜਾ ਸਾਨੂੰ ਮਨੁੱਖ ਚੋਲਾ ਸਿੱਧਾ ਹੀ ਬਖਸ਼ ਦਿੱਤਾ। ਸਤਿਗੁਰਾਂ ਨੇ ਫਰਮਾਉਣਾ ਕਿ ਬਈ ਕਾਲ ਦੇ ਚੱਕਰ ਚੋਂ ਕੋਈ ਨਿਕਲ ਨਹੀਂ ਸਕਦਾ। ਉਹਨੇ ਰਚਨਾ ਹੀ ਐਸੀ ਰਚੀਏ ਕਿ ਇੱਕ ਜਨਮ ਲੈਂਦੇ ਹਾਂ, ਉਹਦੇ 'ਚ ਕਰਮ ਭੁਗਤਦੇ ਭੁਗਤਦੇ ਐਸੇ ਕਰਮ ਫਿਰ ਬਣ ਜਾਂਦੇ ਨੇ ਕਿ ਫਿਰ ਅਗਲਾ ਜਨਮ ਮਿਲਦਾ ਹੈ। ਫਿਰ ਉਹਨੂੰ ਭੁਗਤਦੇ ਭੁਗਤਦੇ ਕੋਈ ਚੰਗੇ ਮਾੜੇ ਕਰਮਾਂ ਨੂੰ ਭੁਗਤਦੇ, ਜਾਂ ਕੁਛ ਨਾ ਕੁਛ ਚੰਗਾ ਕਰਮ ਕਰਦੇ ਹਾਂ, ਕੋਈ ਚੰਗੇ ਕਰਮ ਫਿਰ ਕਰਦਿਆਂ ਫਿਰ ਕੋਈ ਐਸਾ ਮਾੜਾ ਕਰਮ ਹੋ ਜਾਂਦਾ। ਜਿਸ ਤਰ੍ਹਾਂ ਅਸੀਂ ਤੀਰਥਾਂ 'ਤੇ ਇਸ਼ਨਾਨ ਕਰਨ ਜਾਂਦੇ ਹਾਂ, ਧਾਰਮਿਕ ਜਗ੍ਹਾ 'ਤੇ ਜਾਂਦੇ ਕਾਹਦੇ ਵਾਸਤੇ? ਪਾਪ ਉਤਾਰਨ ਵਾਸਤੇ, ਪਰ ਉੱਥੇ ਜਾ ਕੇ ਵੀ ਪਾਪ ਕਰਦੇ ਹਾਂ। ਉਹਨੇ ਰਚਨਾ ਹੀ ਇਹੋ ਜਿਹੀ ਬਣਾ ਦਿੱਤੀ, 9 ਦੁਆਰੇ ਲਗਾ ਦਿੱਤੇ। ਕਿਸੇ ਨੂੰ ਕੋਈ ਭੁੱਖ ਆ ਕਿਸੇ ਨੂੰ ਕਿਸੇ ਚੀਜ਼ ਦੀ, ਉਹ ਜਾ ਕੇ ਉੱਥੇ ਚੋਰੀ ਕਰਦਾ ਹੈ। ਗਿਆ ਚੰਗੇ ਕੰਮ ਵਾਸਤੇ ਨੇ, ਪਰ ਉੱਥੇ ਕੋਈ ਲਾਲਚ ਆ ਗਿਆ, ਕੋਈ ਚੋਰੀ ਕਰ ਲਈ। ਕੋਈ ਬਾਹਰ ਦੇ ਕੋਈ ਰੰਗ ਤਮਾਸ਼ੇ ਦੇਖਦਿਆਂ, ਕੋਈ ਅੱਖਾਂ ਨਾਲ ਕੋਈ ਮਤਲਬ ਪਾਪ ਕੀਤੇ, ਕੋਈ ਮਾੜਾ ਦੇਖਿਆ, ਕੁਛ ਵੀ ਕੀਤਾ, ਮਨ 'ਚ ਮੈਲ ਲਾਈ, ਪਾਪ ਆ ਗਿਆ, ਫੇਰ ਕਰਮ ਬਣ ਗਿਆ। ਮਤਲਬ ਕਿ ਉਸ ਚੱਕਰ 'ਚੋਂ ਕਦੇ ਨਿਕਲ ਨਹੀਂ ਸਕਦਾ ਜਦੋਂ ਤੱਕ ਸਤਿਗੁਰ ਨਾ ਛਡਾਉਣ। ਤੇ ਉਹਨੇ ਕਿਹਾ ਕਿ ਸਾਧ ਸੰਗਤ, ਕਿ ਸਾਧੂ ਦਾ ਸੰਗ ਮਿਲਿਆ, ਕਿਤੇ ਦਇਆ ਕਿਰਪਾ ਹੋਈ, ਤੇ ਫਿਰ ਉਸ ਚੀਜ਼ 'ਚੋਂ ਅਸੀਂ ਬਾਹਰ ਨਿਕਲੇ ਹਾਂ। ਜਿਸ ਤਰ੍ਹਾਂ ਗੁਰੂ ਮਹਾਰਾਜ ਫਰਮਾਉਣਾ ਕਿ ਇੱਕ ਜੇਲਰ ਜਿਹੜਾ ਹੈ, ਜੇ ਜੇਲ੍ਹ ਦੇ ਵਿੱਚ ਉਹਦਾ ਸਾਰਾ ਹੁੰਦਾ ਹੈ,
ਪਰ ਉੱਥੇ ਕਹਿੰਦੇ ਕਿ ਕੋਈ ਆਉਂਦੇ ਨੇ, ਅਲੱਗ-ਅਲੱਗ ਤਰ੍ਹਾਂ ਦੇ ਬੰਦੇ ਆਉਂਦੇ। ਕਈ ਤਾਂ ਆਉਂਦੇ ਨੇ ਸਿਰਫ ਕਿ ਜੇਲ੍ਹ ਦੇ ਵਿੱਚ ਦੇਖਿਆ, ਕੈਦੀਆਂ ਨੂੰ ਮਿਲਣ ਵਾਸਤੇ ਆਏ ਅਤੇ ਦੇਖ ਕੇ ਅਤੇ ਥੋੜ੍ਹਾ ਬਹੁਤਾ ਕੰਮ ਕਰਵਾਇਆ ਕਿ ਬਈ ਇੱਥੇ ਗਰਮੀ ਬੜੀ ਹੈ, ਇੱਥੇ ਪੱਖੇ ਲਾ ਦਿਓ ਜੀ, ਚਲੋ ਜੀ ਥੋੜ੍ਹੀ ਬਹੁਤੀ ਰਾਹਤ ਮਿਲ ਗਈ ਉਹਨਾਂ ਨੂੰ ਕਿ ਥੋੜ੍ਹੀ ਬਹੁਤੀ ਰਾਹਤ ਹੋ ਗਈ ਹੈ। ਕਈ ਆਏ, ਉਹਨਾਂ ਨੇ ਆਣ ਕੇ ਵੇਖਿਆ ਕਿ ਬਈ ਇੱਥੇ ਕੋਈ ਭੋਜਨ ਦੇ ਕੋਈ ਸਾਧਨ ਨਹੀਂ ਅੱਛੀ ਤਰ੍ਹਾਂ, ਜਾਂ ਭੋਜਨ ਨਹੀਂ ਚੰਗਾ ਮਿਲ ਰਿਹਾ, ਕਿਸੇ ਨੇ ਭੋਜਨ ਦੇ ਦਿੱਤਾ, ਕਿਸੇ ਨੇ ਕੋਈ ਆਇਆ, ਕਿਸੇ ਨੇ ਕੋਈ ਕੱਪੜੇ ਲੈ ਕੇ ਦੇ ਦਿੱਤੇ। ਉਹਨਾਂ ਦੀ ਪਹੁੰਚ ਹੀ ਉੱਥੋਂ ਤੱਕ ਸੀ, ਸਿਰਫ ਬਾਹਰ ਦੀਆਂ ਚੀਜ਼ਾਂ ਤੱਕ ਹੀ। ਪਰ ਕਹਿੰਦੇ ਕਿ ਕੋਈ ਐਸਾ, ਜਿਸ ਤਰ੍ਹਾਂ ਕਹਿੰਦੇ ਕੋਈ ਆਇਆ ਅਫਸਰ ਕਿ ਜਿਹਦੇ ਕੋਲ ਪਾਵਰ ਹੈਗੀ ਹੈ, ਪਾਵਰ ਹੈਗੀ ਹੈ, ਜੋ ਮਰਜ਼ੀ ਕਰ ਸਕਦਾ ਹੈ। ਉਹ ਆਇਆ, ਉਹਨੇ ਵੇਖਿਆ ਕਿ ਕਿਸ ਤਰ੍ਹਾਂ ਇੱਥੇ ਦੁੱਖ ਪਾ ਰਹੇ ਨੇ। ਠੀਕ ਹੈ, ਪੱਖੇ ਵੀ ਲੱਗੇ ਨੇ, ਰੋਟੀ ਵੀ ਮਿਲ ਰਹੀ ਹੈ, ਕੱਪੜੇ ਵੀ ਅੱਛੇ ਨੇ ਇਹਨਾਂ ਕੋਲ, ਪਰ ਹੈ ਤਾਂ ਕੈਦ ਦੇ ਵਿੱਚ ਹੀ ਹੈ ਨਾ। ਜੇਲ੍ਹ ਦੇ ਵਿੱਚ ਤੇ ਕੋਈ ਸੁਖੀ ਨਹੀਂ ਰਹਿ ਸਕਦਾ। ਜਿੰਨਾ ਮਰਜ਼ੀ ਉੱਥੇ ਸਾਧਨ ਹੋਣ, ਜੇਲ੍ਹ ਤੇ ਜੇਲ੍ਹ ਹੀ ਹੈ। ਜਿਸ ਤਰ੍ਹਾਂ ਜਾਨਵਰ ਜਾਂ ਪੰਛੀਆਂ ਨੂੰ ਭਾਵੇਂ ਪਿੰਜਰਾ ਹੀ ਆ, ਚਾਹੇ ਉਹਨੂੰ ਲੋਹੇ ਦੇ ਪਿੰਜਰੇ 'ਚ ਡੱਕਿਆ, ਚਾਹੇ ਉਹਨੂੰ ਸੋਨੇ ਦੇ ਪਿੰਜਰੇ 'ਚ ਡੱਕਿਆ, ਪਿੰਜਰਾ ਤੇ ਪਿੰਜਰਾ ਹੀ ਹੈ। ਇਸੇ ਤਰ੍ਹਾਂ ਅਸੀਂ ਵੀ ਉਸ ਪਿੰਜਰੇ ਦੇ ਵਿੱਚ। ਤੇ ਕਹਿੰਦੇ ਕੋਈ ਐਸਾ ਅਫਸਰ ਆਇਆ ਕਿ ਜਿਹਨੇ ਆਣ ਕੇ ਉਹਨੂੰ ਸਜ਼ਾ ਹੀ ਕਹਿਣ ਲੱਗਾ ਕਿ ਵੀ ਦਰਵਾਜ਼ੇ ਖੋਲ੍ਹ ਦਿਓ, ਵੀ ਇਹਨਾਂ ਨੂੰ ਭੇਜੋ, ਆਪਣੇ ਘਰ ਭੇਜ ਦਿਓ। ਉਹ ਸਤਿਗੁਰਾਂ ਨੇ ਦਇਆ ਕੀਤੀ, ਕਿਰਪਾ ਕੀਤੀ ਕਿ ਸਾਨੂੰ ਉਹ ਜਿਹੜੇ ਸੀ 84 ਲੱਖ ਜੂਨਾਂ ਜਿਹੜੀਆਂ ਉਹ 'ਚੋਂ ਕੱਢ ਕੇ ਅਤੇ ਮਨੁੱਖ ਚੋਲਾ ਬਖਸ਼ ਦਿੱਤਾ। ਫਿਰ ਦਇਆ ਕਰਕੇ ਮਨੁੱਖ ਚੋਲਾ ਬਖਸ਼ ਦਿੱਤਾ। ਅਤੇ ਫਿਰ ਅਸੀਂ, ਸਾਡੇ ਕੋਲ ਕਿਹੜੀ ਕੋਈ ਅੱਖ ਜਾਂ ਅਸੀਂ ਸਮਝ ਸੀ ਕਿ ਅਸੀਂ ਸਤਿਗੁਰਾਂ ਨੂੰ ਪਛਾਣ ਸਕੀਏ ਜਾਂ ਅਸੀਂ ਉਹਨਾਂ ਨੂੰ ਲੱਭ ਸਕੀਏ। ਅਸੀਂ ਬਾਜ਼ਾਰ ਜਾਂਦੇ ਹਾਂ, ਸਾਨੂੰ ਉੱਥੇ ਨਹੀਂ ਸਮਾਨ ਦਾ ਪਤਾ ਲੱਗਦਾ ਕਿ ਸਮਾਨ ਅਸਲੀ ਹੈ ਕਿ ਨਕਲੀ ਹੈ, ਅਤੇ ਗੁਰੂ ਨੂੰ ਅਸੀਂ ਕਿੱਥੋਂ ਪਹਿਚਾਣ ਲੈਣਾ। ਸਾਡੇ ਕੋਲ ਕੋਈ ਐਸਾ ਦਿਮਾਗ ਬੁੱਧ ਨਹੀਂ, ਕੋਈ ਸਮਝ ਨਹੀਂ। ਪਰ ਉਹਨੇ ਆਪ ਕਿਰਪਾ ਕੀਤੀ। ਜਿਸ ਤਰ੍ਹਾਂ ਕਹਿੰਦੇ ਆ ਕਿ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ, ਕੋਈ ਪੁੱਛਦਾ ਨਹੀਂ ਸੀ। ਸਤਿਗੁਰਾਂ ਨੇ ਦਇਆ ਕੀਤੀ, ਆਪਣਾ ਹੱਥ ਆਪ ਫੜਾ ਦਿੱਤਾ, ਆਪ ਕਿਰਪਾ ਕੀਤੀ ਉਹਨਾਂ ਨੇ। ਅਤੇ ਇਸ ਕਰਕੇ ਫਰਮਾਉਂਦੇ ਨੇ ਕਿ ਹੁਣ ਉਸ ਚੀਜ਼ ਨੂੰ ਸਮਝੀਏ। ਫਿਰ ਜੇ ਇਹ ਜਨਮ ਮਿਲ ਗਿਆ, ਸਭ ਕੁਛ ਹੋ ਗਿਆ, ਸਤਿਗੁਰਾਂ ਵੀ ਮੇਲ ਮਿਲਾਪ ਹੋ ਗਿਆ, ਸਮਝ ਵੀ ਲੱਗ ਗਈ ਕਿ ਹਾਂ ਬਈ ਆਹ ਕੰਮ ਚੰਗਾ ਹੈ, ਆਹ ਮਾੜਾ ਹੈ। ਕਿਉਂਕਿ ਜਾਨਵਰਾਂ ਨੂੰ ਤਾਂ ਪਤਾ ਹੀ ਨਹੀਂ। ਜੇ ਉਹਨਾਂ ਨੂੰ ਪਤਾ ਹੋਵੇ ਕਿ ਆਹ ਜਿਹੜਾ ਮਾੜਾ ਕੰਮ ਹੈ, ਤੂੰ ਕਰਨ ਕਿਉਂ। ਇਨਸਾਨ ਨੂੰ ਪਤਾ ਲੱਗ ਗਿਆ, ਸਮਝ ਬਖਸ਼ ਦਿੱਤੀ। ਅਤੇ ਕਹਿੰਦੇ ਹੁਣ ਰੁਕਾਵਟ ਕੀ ਬਣ ਗਈ। ਹੁਣ ਕੀ ਰੁਕਾਵਟ ਬਣ ਗਈ? ਮਾਣ, ਝੂਠ, ਅਭਿਮਾਨ। ਕਹਿੰਦੇ ਇਹ ਹੁਣ ਰੁਕਾਵਟਾਂ ਬਣ ਗਈਆਂ। ਹੁਣ ਨਿਕਲਣਾ ਪਤਾ ਇਹਨੂੰ ਸਭ ਕੁਛ ਹੈ, ਕੀ ਚੰਗਾ ਹੈ ਕੀ ਮਾੜਾ ਹੈ, ਪਰ ਹੁਣ ਇਹਨੂੰ ਅਭਿਮਾਨ ਨਹੀਂ ਛੱਡਦਾ। ਹੁਣ ਇਹਨੂੰ ਜਿਹੜੀ ਇਹਦੇ ਅੰਦਰ ਵੱਡੇ ਬਣਨ ਦੀ ਚਾਹ ਹੈ, ਉਹ ਨਹੀਂ ਛੱਡਦੀ। ਹੁਣ ਇਹਨੂੰ ਆਪਣੇ ਆਪ ਨੂੰ ਵੱਖਰਾ ਜਿਹੜਾ ਦੱਸਣ ਦੀ ਹੈ ਲੋਕਾਂ ਨੂੰ, ਉਹ ਚਾਹ ਜਿਹੜੀ ਆ ਉਹ ਨਹੀਂ ਇਹਨੂੰ ਛੱਡਦੀ। ਹੁਣ ਉਸ ਚੀਜ਼ ਨੇ ਇਹਨੂੰ ਉਲਝਾ ਲਿਆ। ਬੇੜੀਆਂ ਜਿਹੜੀਆਂ ਸੀ ਉਧਰੋਂ ਤਾਂ ਸਾਰੀਆਂ 84 ਲੱਖ ਜੂਨਾਂ ਵਾਲੀਆਂ ਬੇੜੀਆਂ 'ਚੋਂ ਤਾਂ ਕੱਢਦਾ ਉਹਨਾਂ ਨੇ, ਪਰ ਇੱਥੇ ਹੁਣ ਜਿਹੜੀਆਂ ਸੋਨੇ ਦੀਆਂ ਜੰਜੀਰਾਂ ਜਿਹੜੀਆਂ ਸੀ ਇਹਨੂੰ ਚੰਗੀਆਂ ਲੱਗਣ ਲੱਗ ਪਈਆਂ ਨੇ। ਹੁਣ ਇਹਨੂੰ ਲੱਗਦਾ ਕਿ ਮੇਰੀ ਮਾਣ ਵਡਿਆਈ ਹੁੰਦੀ ਹੈ, ਮੈਨੂੰ ਮਾਣ ਮਿਲਦਾ ਹੈ, ਮੈਨੂੰ ਲੋਕ ਮੇਰੇ ਕੋਲ ਡਰਦੇ ਆ, ਮੇਰੇ ਕੋਲ ਲੋਕ ਸਲਾਮਾਂ ਕਰਦੇ ਆ। ਹੁਣ ਇਹ ਚੀਜ਼ਾਂ ਇਹਨੂੰ ਬੰਧਨ ਬਣ ਗਏ ਨੇ। ਇਸ ਕਰਕੇ ਫਰਮਾਉਂਦੇ ਨੇ ਕਿ ਇਹਨਾਂ ਨੂੰ ਵੀ ਛੱਡ। ਜੇ ਇੰਨੀਆਂ ਦੁੱਖ ਭੁਗਤ ਕੇ ਇੰਨੀਆਂ ਚੀਜ਼ਾਂ ਦੇ ਵਿੱਚੋਂ ਸਤਿਗੁਰਾਂ ਨੇ ਕੱਢ ਕੇ ਇੱਥੇ ਲਿਆਂਦਾ ਏ, ਅਤੇ ਜੇ ਹੁਣ ਇੱਥੇ ਆਣ ਕੇ ਵੀ ਤੂੰ ਸੋਨੇ ਦੀਆਂ ਜੰਜੀਰਾਂ ਪਾ ਲਈਆਂ, ਅਤੇ ਫਿਰ ਫਾਇਦਾ ਕੀ ਹੋਇਆ ਉਹਨਾਂ ਚੀਜ਼ਾਂ 'ਚੋਂ ਨਿਕਲਣ ਦਾ। ਇਹ ਤੋਂ ਵੀ ਉਹਨੇ ਫਿਰ ਖਿੱਚ ਲੈਣਾ ਹੈ। ਕਿਉਂ ਕਿਹਾ ਕਿ ਇਸ ਪੌੜੀ 'ਤੇ ਜੋ ਨਰ ਚੁੱਕੇ, ਕਿਉਂਕਿ ਜਦੋਂ ਜੰਜੀਰਾਂ ਪਈਆਂ ਨੇ ਤਾਂ ਬਈ ਜਿੱਥੇ ਮਰਜ਼ੀ ਲੈ ਜਾਵੇ। ਉਹ ਜਿਹੜਾ ਆਜ਼ਾਦ ਹੈ ਉਹ ਤਾਂ ਚਲੋ ਕਿਸੇ ਵੇਲੇ ਉਹਨੂੰ ਕੋਈ ਹੋਏਗੀ ਕਿਸੇ ਭੱਜਣ ਦੀ। ਜਿਹਨੂੰ ਜੰਜੀਰਾਂ ਪਈਆਂ ਨੇ ਜਿੱਥੇ ਮਰਜ਼ੀ ਚੁੱਕ ਕੇ, ਭਾਵੇਂ ਕਿਸੇ ਮੋਟਰ ਗੱਡੀ 'ਚ ਸੁੱਟ ਕੇ, ਭਾਵੇਂ ਜਿੱਥੇ ਮਰਜ਼ੀ ਜਿਹੜੀ ਮਰਜ਼ੀ ਜੇਲ੍ਹ 'ਚ ਲੈ ਜਾਣ, ਦਰਿਆ 'ਚ ਸੁੱਟ ਦੇਣ, ਪਿੰਜਰੇ 'ਚ ਸੁੱਟ ਦੇਣ। ਹੁਣ ਉਹਨੇ ਜੰਜੀਰਾਂ ਪਾ ਲਈਆਂ ਬਾਹਰ ਦੀਆਂ, ਅਤੇ ਕਹਿੰਦੇ ਕਿ ਇਹਨੂੰ ਹੁਣ ਛੱਡ। ਹੁਣ ਸੁਣਾਇਆ ਕਿ ਤਿਆਗ ਮਾਨ ਝੂਠ ਅਭਿਮਾਨ, ਜੀਵਤ ਮਰੇ ਦਰਗੇ ਪ੍ਰਵਾਨ। ਕਹਿੰਦੇ ਜੀਂਦਿਆਂ ਜੀ ਮਰੇਗਾ ਅਤੇ ਫਿਰ ਉਸ ਦਰਗਾਹ 'ਚ ਪ੍ਰਵਾਨ ਹੋਣਾ ਹੈ। ਜੀਂਦਿਆਂ ਮਰਨਾ ਕੀ ਹੈ? ਇਹੋ ਹੀ ਕਿ ਮਾਣ ਹੰਕਾਰ ਛੱਡੇ। ਹੋਰ ਮਰਨਾ ਕਿੱਦਾਂ? ਮਰਨ ਦੇ ਨੂੰ ਤਾਂ ਅੱਗੇ ਮੈਂ ਦੱਸਿਆ ਕਿ ਇੰਨੇ ਜਾਨਵਰ ਰੋਜ਼ ਦੇ ਮਰ ਰਹੇ ਨੇ, ਜੰਗਲਾਂ ਦੇ ਵਿੱਚ ਮਰ ਰਹੇ ਨੇ, ਕੋਈ ਬੰਦੇ ਕਈ ਮਾਰੀ ਜਾ ਰਹੇ ਨੇ, ਅਤੇ ਉਹ ਮਰਨਾ ਕੋਈ ਕਿਸੇ ਪਾਸੇ ਲਿਖੇ 'ਤੇ ਨਹੀਂ ਪੈ ਰਿਹਾ। ਉਹਦੇ ਇੱਕ ਚੀਜ਼ 'ਚੋਂ ਛੁੱਟਦੇ ਨੇ, ਦੂਜੀ ਦੇ ਫਿਰ ਤਿਆਰ ਹੈ, ਉਹਦੇ ਚਲੇ ਜਾਂਦੇ ਨੇ। ਪਰ ਇਹ ਮਰਨਾ ਉਹਨਾਂ ਨੇ ਕਿਹਾ ਕਿ ਜਿਸ ਮਰਨੇ 'ਤੇ ਜੱਗ ਡਰੇ ਮੇਰੇ ਮਨ ਆਨੰਦ। ਉਹ ਮਰਨਾ ਕਿਹੜਾ ਹੈ? ਬਾਹਰਲਾ ਮਰਨਾ ਨਹੀਂ। ਇਹ ਜੇ ਡਰਦੇ ਅਸੀਂ ਕਿਹੜੀ ਗੱਲ ਤੋਂ? ਬਾਹਰੋਂ ਤਾਂ ਮੈਨੂੰ ਕਈ ਵਾਰੀ ਕਈ ਜਾਣੇ ਕੋਈ ਗੱਲ ਨਹੀਂ ਸਮਝਾਈ, ਤਾਂ ਕਈ ਕਹਿ ਦਿੰਦੇ ਨੇ ਕੋਈ ਬੱਚੇ, ਤੁਸੀਂ ਜੀ ਹੁਣੇ ਕਹੋ, ਅਸੀਂ ਹੁਣੇ ਜਾਣ ਦੇ ਦਿੰਦੇ, ਹੁਣੇ ਕੋਠੇ ਚੜ੍ਹ ਕੇ ਛਾਲ ਮਾਰ ਦਿੰਦੇ ਹਾਂ ਜੀ, ਜਿੱਦਾਂ ਤੁਸੀਂ ਕਹੋ। ਉਹ ਮਰਨਾ ਤਾਂ ਬੜਾ ਆਸਾਨ ਹੈਗਾ ਹੈ। ਪਰ ਉਹਨੂੰ ਕਿਹਾ ਕਿ ਜੀਵਤ ਮਰੇ। ਉਹ ਮਰਨਾ ਕਿਹੜਾ? ਆਪਣੇ ਮਨ ਨੂੰ ਮਾਰਨਾ। ਕੋਈ ਐਡਾ ਸੂਰਮਾ ਹੀ ਹੁੰਦਾ ਹੈ ਕਿ ਜਿਹੜਾ ਕਹੇ ਕਿ ਬਈ ਜਿੱਥੇ ਤੁਸੀਂ ਕਹੋ, ਜਿੱਥੇ ਸਤਿਗੁਰਾਂ ਦੇ ਬਚਨ ਨੇ ਉੱਥੇ ਮੈਂ ਖਲੋਵਾਂਗਾ। ਮੈਨੂੰ
ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ। ਮੈਨੂੰ ਨਹੀਂ ਕੋਈ ਮਾਣ ਵਡਿਆਈ ਚਾਹੀਦੀ, ਮੈਨੂੰ ਨਹੀਂ ਕੋਈ ਅਹੁਦਾ ਚਾਹੀਦਾ, ਮੈਨੂੰ ਸਤਿਗੁਰਾਂ ਦੀ ਖੁਸ਼ੀ ਚਾਹੀਦੀ ਹੈ, ਕਿਉਂਕਿ ਉਹਨਾਂ ਦੀ ਕਿਰਪਾ ਦੇ ਨਾਲ ਹੀ ਇੱਥੋਂ ਅਸੀਂ ਨਿਕਲਣਾ ਹੈ। ਤੇ ਜੇ ਉਹਨਾਂ ਦੀ ਉਹ ਕਿਰਪਾ ਲੈਣੀ ਹੈ ਤੇ ਫਿਰ ਉਹ ਕਹਿੰਦੇ ਕਿ ਜੀਵਤ ਮਰੇ ਦਰਗਾਹ ਪ੍ਰਵਾਨ। ਉਹੀ ਪ੍ਰਵਾਨ ਉਸ ਦਰਗਾਹ 'ਚ ਹੁੰਦਾ ਹੈ ਜਿਹੜਾ ਜਿੰਦਿਆਂ ਜੀ ਆਪਣੇ ਨੂੰ ਮਾਰ ਲੈਂਦਾ ਹੈ। ਜੇ ਜਿੰਦਿਆਂ ਜੀ ਅਸੀਂ ਨਹੀਂ ਮਾਰ ਸਕੇ ਤੇ ਮਰ ਕੇ ਅਸੀਂ ਸੋਚੀਏ ਕਿ ਸਾਨੂੰ ਮੁਕਤੀ ਮਿਲਣੀ ਹੈ, ਉਹ ਕਹਿੰਦੇ ਇਹ ਬੜਾ ਵੱਡਾ ਝੂਠ ਹੈ, ਬੜਾ ਵੱਡਾ ਭਰਮ ਹੈ ਕਿ ਕੋਈ ਸੋਚੇ ਕਿ ਮੈਂ ਹੁਣ ਇਨਸਾਨੀ ਚੋਲਾ ਮਿਲ ਗਿਆ ਤੇ ਹੁਣ ਮੈਂ ਮਰ ਕੇ ਹੁਣ ਤੇ ਸਿੱਧਾ ਉੱਥੇ ਹੀ ਜਾਏਗਾ। ਇਸ ਕਰਕੇ ਸਤਿਗੁਰ ਸਾਨੂੰ ਬਾਰ-ਬਾਰ ਉਸ ਚੀਜ਼ ਤੇ ਲਿਆਉਂਦੇ ਨੇ ਕਿ ਬਈ ਇਹ ਵਹਿਮਾਨ ਛੱਡ ਦੇ। ਕਹਿੰਦੇ ਸਵਾਮੀ ਜੀ ਨੇ ਵੀ ਫਰਮਾਇਆ ਹੈ ਕਿ ਮਨ ਰੇ ਕਿਉਂ ਗੁਮਾਨ ਅਬ ਕਰਨਾ, ਤਨ ਤੋਂ ਤੇਰਾ ਖਾਕ ਹੋਏਗਾ 84 ਜਾ ਪੜਨਾ। ਮਨ ਰੇ ਕਿਉਂ ਗੁਮਾਨ ਅਬ ਕਰਨਾ, ਕਹਿੰਦੇ ਕਾਹਦੇ ਵਾਸਤੇ ਗੁਮਾਨ ਕਰਨਾ? ਇਹ ਤਨ ਮਿਲਿਆ ਤੇ 84 ਫਿਰ ਤੇਰੇ ਵਾਸਤੇ ਤਿਆਰ ਹੈ, ਤੇ ਕਾਹਦਾ ਹੰਕਾਰ ਕਰ ਰਿਹਾ ਫਿਰ ਤੂੰ? ਅੱਜ ਬੜਾ ਸਰਦਾਰ ਹੈ, ਅੱਜ ਬੜਾ ਇਹਨੂੰ ਸਲਾਮਾਂ ਹੋ ਰਹੀਆਂ ਨੇ, ਅੱਜ ਵਧੀਆ ਵਧੀਆ ਕੱਪੜੇ ਮਹਿੰਗੇ ਮਹਿੰਗੇ ਪਾ ਰਿਹਾ ਹੈ, ਅੱਜ ਕਿਤੇ ਸਾਬਣ ਲਾ ਲਾ ਮਹਿੰਗੇ ਮਹਿੰਗੇ ਨਹਾ ਰਿਹਾ ਹੈ, ਕਿਤੇ ਸ਼ੈਂਪੂ ਲੱਗ ਰਹੇ ਨੇ, ਕਿਤੇ ਸੈਂਟ ਪਾਏ ਜਾ ਰਹੇ ਨੇ। ਕੱਲ੍ਹ ਨੂੰ ਕੋਈ ਸੂਰ ਦੀ ਜੂਨ ਮਿਲਦੀ ਹੈ, ਉੱਥੇ ਹੀ ਗੰਦ 'ਚ ਬੈਠਾ ਗੰਦ ਹੀ ਖਾ ਰਿਹਾ, ਇੰਨੀ ਇੰਨੀ ਬਦਬੂ ਆ ਰਹੀ ਹੈ, ਕੀ ਫਾਇਦਾ ਉਹਦਾ? ਪਤਾ ਹੀ ਨਹੀਂ। ਕੋਈ ਜਾਨਵਰਾਂ ਦਾ ਵੇਖਿਆ ਕਿਤੇ ਨਾ ਨਹਾਉਂਦਿਆਂ ਉਹਨਾਂ ਨੂੰ, ਕਦੀ ਕੋਈ ਸਾਬਣ ਸੂਬਣ ਲਾ ਕੇ ਕੋਈ ਵਧੀਆ ਕੋਈ ਕਰਦੇ ਹੋਣ? ਪਤਾ ਹੀ ਨਹੀਂ ਹੈ ਕਿ ਕਿੰਨੇ ਕਿੰਨੇ ਚਿਰ ਹੋ ਗਏ। ਇਸ ਕਰਕੇ ਫਰਮਾਉਂਦੇ ਨੇ ਕਿ ਬਈ ਜੇ ਇਹ ਮਿਲਿਆ ਹੈ, ਮਿਲੀ ਨਰਦੇ ਜੇ ਤੁਮਕੋ ਬਣਾਓ ਕਾਜ ਕੁਛ ਆਪਣਾ। ਕਿਹੜਾ ਕੰਮ ਹੈਗਾ? ਕਹਿੰਦਾ ਧਾਮ ਆਪਣੇ ਚਲੋ ਪਾਈ ਪਰਾਏ ਦੇਸ਼ ਕਿਉਂ ਰਹਿਣਾ। ਧਾਮ ਆਪਣੇ ਚਲੋ ਪਾਈ, ਆਪਣੇ ਧਾਮ ਜਿਹੜਾ ਆਪਣਾ ਘਰ ਹੈ ਉੱਥੇ ਚੱਲੋ। ਕਹਿੰਦੇ ਪਰਾਏ ਦੇਸ਼ ਕਿਉਂ ਰਹਿਣਾ, ਇਹ ਪਰਾਇਆ ਦੇਸ਼ ਹੈ, ਇਹ ਕਾਲ ਦਾ ਦੇਸ਼ ਹੈ। ਇੱਥੇ ਉਹ ਆਪਣੇ ਤਰੀਕੇ ਨਾਲ ਚਲਾਉਂਦਾ ਹੈ, ਕਦੀ ਕਿਸੇ ਕੰਮ 'ਚ ਉਲਝਾਉਂਦਾ, ਕਦੀ ਕਿਸੇ ਕੰਮ 'ਚ। ਤੇ ਇੱਥੇ ਉਹਦੀ ਚੀਜ਼ 'ਚ ਉਲਝੀਏ ਨਾ, ਇਹਨਾਂ ਸੁੱਖਾਂ ਦੁੱਖਾਂ 'ਚ ਨਾ ਫਸੀਏ ਕਿ ਦੁੱਖ ਆ ਗਏ ਤੇ ਤਾਂ ਉਹ ਕੋਈ ਚੀਜ਼ ਨੂੰ ਫੜ ਕੇ ਬਹਿ ਗਏ, ਸੁੱਖ ਆ ਗਏ ਤਾਂ ਫੜ ਕੇ ਬਹਿ ਗਏ। ਇਸ ਕਰਕੇ ਸਵਾਮੀ ਜੀ ਨੇ ਫਰਮਾਇਆ ਕਿ ਦੁੱਖ ਸੁੱਖ ਨਦੀਆਂ ਪਾਰ ਉਤਰਨਾ। ਇਹਨਾਂ ਤੋਂ ਪਾਰ ਉਤਰਾਂਗੇ ਫਿਰ ਸਤਿਗੁਰਾਂ ਦਾ ਸਾਨੂੰ ਪਤਾ ਚੱਲੇਗਾ। ਹਾਂਜੀ। ਤਿਆਗ ਮਾਨ ਝੂਠ ਅਬਿਮਾਨ, ਜੀਵਤ ਮਰਹਿ ਦਰਗੇ ਪਰਵਾਨ। ਜੋ ਕਿਸ ਹੋਆ ਸੋ ਤੁਝ ਤੇ ਹੋਗ, ਅਵਰ ਨ ਦੂਜਾ ਕਰਨੇ ਜੋਗ। ਹੁਣ ਇਹ ਦਸ਼ਾ ਹੀ ਉਦੋਂ ਬਣਨੀ ਹੈ ਜਦੋਂ ਇਹਦੀ ਦਿਸ਼ਾ ਬਦਲੇਗੀ ਮਨ ਦੀ, ਤੇ ਇਹ ਦਸ਼ਾ ਫੇਰ ਆਉਣੀ ਹੈ। ਜਦੋਂ ਤੱਕ ਇਹਦੀ ਦਿਸ਼ਾ ਨਹੀਂ ਬਦਲੀ ਉਦੋਂ ਤੱਕ ਇਹ ਦਸ਼ਾ ਨਹੀਂ ਬਣਨੀ, ਕਿਉਂਕਿ ਉਹਨਾਂ ਨੇ ਪਹਿਲਾਂ ਸਭ ਕੁਝ ਦੱਸ ਕੇ ਫਿਰ ਉਹਨਾਂ ਨੇ ਛੱਡਿਆ ਹੀ। ਫਰਮਾਇਆ ਕਿ ਇਹ ਜਿਹੜਾ ਅਭਿਮਾਨ ਛੱਡ ਦੇ, ਇਹ ਜਿਹੜਾ ਝੂਠ ਜਿਹੜਾ ਇਹ ਛੱਡ ਦੇ, ਇਹ ਚੀਜ਼ਾਂ ਛੱਡੇਗਾ ਤੇ ਫਿਰ ਜੀਵਤ ਮਰੇ ਦਰਗੇ ਪ੍ਰਵਾਨ। ਕਹਿੰਦੇ ਕਿ ਜੀਂਦਿਆਂ ਜੀ ਮਰਨਾ ਪਏਗਾ, ਤੇ ਜਿਹੜਾ ਮਰ ਗਿਆ ਉਹੀ ਤਾਂ ਫਿਰ ਕੋਈ ਕਿਸੇ ਬੰਨੇ ਫਿਰ ਕੋਈ ਰੋਸ ਨਹੀਂ ਕਰਦਾ। ਜਿੰਦੇ ਬੰਦੇ ਨੂੰ ਤਾਂ ਕੋਈ ਚੁੰਡੀ ਵੀ ਵੱਡੇ, ਕੋਈ ਵੇਖ ਵੀ ਲਵੇ ਤੇ ਕਹਿੰਦਾ ਕਿ ਬਈ ਕਿਸ ਤਰ੍ਹਾਂ ਮਰਨਾ। ਮਰੇ ਬੰਦੇ ਦੇ ਉੱਤੇ ਜੋ ਮਰਜ਼ੀ ਕਹਿ ਲਓ, ਭਾਵੇਂ ਕੇਸਰ ਸੁੱਟੋ, ਭਾਵੇਂ ਸਵਾਹ ਸੁੱਟੋ, ਭਾਵੇਂ ਉਹਨੂੰ ਅੱਗ ਲਾ ਦਿਓ, ਕੁਛ ਨਹੀਂ, ਉਹ ਬੋਲਦਾ ਨਹੀਂ। ਹੁਣ ਉਹਦੇ ਬਾਰੇ ਅੱਗੇ ਦੱਸ ਰਹੇ ਨੇ, ਕਹਿੰਦੇ ਕਿ ਜਦੋਂ ਸਾਡੀ ਇਹ ਸਥਿਤੀ ਆਈ, ਜਿੰਦਿਆਂ ਜੀ ਅਸੀਂ ਮਰੇ, ਮਾਣ ਤਿਆਗ ਜਿਹੜਾ ਹੰਕਾਰ ਆ ਅੰਦਰੋਂ ਚਲਾ ਗਿਆ, ਤੇ ਫਿਰ ਇਹ ਸਤਿਗੁਰਾਂ ਦੇ ਅੱਗੇ ਬੇਨਤੀ ਕਰੇਗਾ। ਇਹ ਜਿਹੜੀ ਬੇਨਤੀ ਕੋਈ ਜਿੰਦਾ ਬੰਦਾ ਤਾਂ ਕਰ ਹੀ ਨਹੀਂ ਸਕਦਾ, ਜਿੰਦਾ ਨਹੀਂ ਬੇਨਤੀ ਕਰ ਸਕਦਾ ਹੈ। ਜਿੰਦਾ ਕਿਹੜਾ? ਜਿਹੜਾ ਮੈਂ ਪਹਿਲਾਂ ਦੱਸਿਆ ਹੈ ਕਿ ਜਿਹਦਾ ਮਨ ਅੰਦਰ ਪੂਰਾ ਹੰਕਾਰ ਨਾਲ ਭਰਿਆ ਪਿਆ ਹੈ, ਜਿਹਦਾ ਮਨ ਮਰਿਆ ਨਹੀਂ ਅਜੇ, ਉਹ ਜਿਉਂਦਾ ਹੈ। ਜਿਹਦਾ ਮਨ ਮਰ ਗਿਆ ਉਹ ਤੇ ਪ੍ਰਵਾਨ ਉਹਨੂੰ ਤਾਂ ਕੋਈ ਬੰਧਨ ਹੀ ਨਹੀਂ ਹੈਗਾ ਫਿਰ। ਹੁਣ ਜਿਹੜਾ ਉਸ ਸਥਿਤੀ ਤੇ ਪਹੁੰਚ ਗਿਆ, ਉਸ ਦਸ਼ਾ ਦੇ ਵਿੱਚ ਪਹੁੰਚ ਗਿਆ, ਉਹਦੇ ਵਾਸਤੇ ਫਰਮਾਇਆ ਉਹ ਅੱਗੇ ਬੇਨਤੀ ਕੀ ਕਰਦਾ ਹੈ, ਬੋਲਿਓ ਅੱਗੇ। ਜੋ ਕਿਸ ਹੋਵਾ ਸੋ ਤੁਝ ਤੇ ਹੋਗ। ਉਹ ਬੇਨਤੀ ਕਰੇਗਾ ਫਿਰ ਕਿ ਜੋ ਕੁਛ ਹੋਇਆ ਸੋ ਤੁਝ ਸੇ ਹੋਗ। ਉਹ ਫਿਰ ਬੇਨਤੀ ਕਰੇਗਾ ਕਿ ਸਤਿਗੁਰ ਮੇਰੇ ਵੱਸ 'ਚ ਕੁਛ ਨਹੀਂ ਹੈਗਾ। ਜੇ ਮੇਰੇ ਵੱਸ 'ਚ ਹੁੰਦਾ ਤੇ ਮੈਂ ਇੱਥੇ ਆਉਂਦਾ ਹੀ ਕਿਉਂ, ਮੈਂ ਇੱਥੇ ਫਸਦਾ ਹੀ ਕਿਉਂ? ਜੇ ਮੇਰੇ 'ਚ ਬਲ ਹੁੰਦਾ ਤੇ ਸਤਿਗੁਰੂ ਜੀ ਮੈਂ ਪਿੰਜਰਾ ਕਦੋਂ ਦਾ ਤੋੜ ਦਿੰਦਾ, ਮੈਂ ਤਾਂ ਪਿੰਜਰਾ ਤੋੜ ਕੇ ਕਦੋਂ ਦਾ ਉੱਡ ਜਾਂਦਾ ਇੱਥੋਂ। ਕਿਉਂਕਿ ਸਮਝ ਤੇ ਸਾਰੀ ਹੈਗੀ, ਹਰ ਇੱਕ ਨੂੰ ਪਤਾ ਹੈ ਕਿ ਇੱਥੇ ਕੋਈ ਸੁੱਖ ਕੋਈ ਨਹੀਂ ਹੈ, ਦੁਖੀ ਹਾਂ ਅਸੀਂ, ਬਹੁਤ ਦੁਖੀ ਹਾਂ, ਪਰ ਨਿਕਲਿਆ ਨਹੀਂ ਜਾਂਦਾ। ਪਰ ਕਿਹੜੀ ਚੀਜ਼ ਨਹੀਂ ਨਿਕਲਣ ਦਿੰਦੀ ਸਾਨੂੰ? ਹੰਕਾਰ।
ਉਹ ਹੰਕਾਰ ਕਰਕੇ ਹੀ ਸਤਿਗੁਰ ਤੇ ਛਡਾਉਣ ਆਏ ਨੇ, ਉਹਨਾਂ ਕੋਲ ਤਾਕਤ ਵੀ ਹੈ, ਸਭ ਕੁਝ ਉਹ ਕਰਦੇ ਨੇ। ਜਦੋਂ ਤੋਂ ਸੰਸਾਰ ਬਣਿਆ ਉਦੋਂ ਤੋਂ ਹੀ ਮਹਾਂਪੁਰਸ਼ ਸੰਤ ਮਹਾਤਮਾ ਆ ਰਹੇ ਨੇ। ਪਰ ਜਿਨ੍ਹਾਂ ਨੇ ਆਪਣੇ ਆਪ ਨੂੰ ਜਿੰਦਿਆਂ ਜੀ ਮਾਰ ਲਿਆ, ਜਿਨ੍ਹਾਂ ਨੇ ਆਪਣੇ ਉਹਨਾਂ ਦੇ ਚਰਨਾਂ 'ਚ ਆਪਣਾ ਸ਼ੀਸ਼ ਨਵਾ ਦਿੱਤਾ, ਜਿਹੜਾ ਉਹਨਾਂ ਦੀ ਸ਼ਰਨ ਦੇ ਵਿੱਚ ਆ ਗਏ, ਉਹ ਤਾਂ ਜੀਵਨ ਮੁਕਤ ਹੋ ਗਏ। ਪਰ ਜਿਨ੍ਹਾਂ ਦਾ ਮਨ ਨਹੀਂ ਮਰਿਆ, ਉਹ ਨਹੀਂ ਛੁੱਟੇ, ਉਹ ਆਪਣੀਆਂ ਕੋਸ਼ਿਸ਼ਾਂ ਕਰਦੇ ਰਹੇ ਕਿਸੇ ਨਾ ਕਿਸੇ ਇੱਕ ਤਰੀਕੇ ਦੇ ਨਾਲ। ਸਤਿਗੁਰਾਂ ਨੇ ਬਾਣੀ 'ਚ ਵੀ ਫਰਮਾਇਆ ਹੈ ਕਿ ਮਤ ਕੋਈ ਭਰਮ ਭੁੱਲੇ ਸੰਸਾਰ, ਗੁਰੂ ਬਿਨ ਕੋਈ ਨਾ ਉਤਰੇ ਪਾਰ। ਸਾਰੇ ਸੰਸਾਰ ਦਾ ਕੋਈ ਇੱਕ ਧਰਮ ਦਾ ਨਾਂ ਨਹੀਂ ਲਿਆ ਕਿ ਕੋਈ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਜਾਂ ਕੋਈ ਈਸਾਈ, ਉਹਨੇ ਕਿ ਸਾਰੇ ਸੰਸਾਰ ਦਾ ਹੀ ਕਹਿ ਦਿੱਤਾ ਕਿ ਮਤ ਕੋਈ ਭਰਮ ਭੁੱਲੇ ਸੰਸਾਰ, ਗੁਰੂ ਬਿਨ ਕੋਈ ਨਾ ਉਤਰੇ ਪਾਰ। ਉਹ ਸਤਿਗੁਰੂ ਹੀ ਦਿਆ ਕਰਨਗੇ, ਇਹ ਉਹਨਾਂ ਨੂੰ ਤਰਸ ਆਏਗਾ ਤੇ ਫਿਰ ਛੁੱਟਣਾ ਹੈ। ਪਰ ਉਹ ਤਰਸ ਕਿਸ ਤਰ੍ਹਾਂ ਹੁੰਦਾ ਹੈ? ਤਰਸ ਹੁੰਦਾ ਕਿਤੇ ਤਾਂ ਅਸੀਂ ਕਿਤੇ ਤਰਸ ਕਰਦੇ ਹਾਂ, ਜਦੋਂ ਕਿਸੇ ਨੂੰ ਦੁਖੀ ਦੇਖਦੇ ਹਾਂ, ਜਦੋਂ ਦੇਖਦੇ ਹਾਂ ਕਿ ਹੱਥ ਫੈਲਾ ਕੇ ਖੜਾ ਆ ਬਈ, ਤਰਲੇ ਮਾਰ ਰਿਹਾ, ਬੇਨਤੀਆਂ ਕਰ ਰਿਹਾ ਆ, ਹੰਕਾਰ ਨਹੀਂ, ਤੇ ਫਿਰ ਉਹ 'ਤੇ ਤਰਸ ਆਉਂਦਾ ਹੈ। ਜਦੋਂ ਸਾਡੇ ਮਨ ਦੇ ਵਿੱਚ ਮਾਣ ਅਭਿਮਾਨ ਕਈ ਤਰ੍ਹਾਂ ਦੇ ਭਰੇ ਨੇ, ਤੇ ਸਤਿਗੁਰਾਂ ਦਾ ਤਰਸ ਦੇ ਤਾਂ ਅਸੀਂ ਲਾਇਕ ਨਾ ਹੋਏ ਉਸ ਚੀਜ਼ ਦੇ। ਜਦੋਂ ਉਹ ਚੀਜ਼ਾਂ ਖਤਮ ਹੋਣਗੀਆਂ, ਫਿਰ ਇਹ ਬੇਨਤੀ ਕਰੇਗਾ ਕਿ ਜੋ ਕੁਛ ਹੋਆ ਤੁਝ ਸੇ ਹੋ। ਕਹਿੰਦੇ ਮੇਰੇ ਵੱਸ 'ਚ ਮਹਾਰਾਜ ਕੁਛ ਨਹੀਂ ਹੈਗਾ, ਮੈਂ ਛੁੱਟਣਾ ਚਾਹੁੰਦਾ ਹਾਂ ਇਹਨਾਂ ਬੁਰੇ ਕਰਮਾਂ ਤੋਂ। ਮੈਂ ਚਾਹੁੰਦਾ ਹਾਂ ਕਿ ਮੈਂ ਨਿੰਦਿਆ ਨਾ ਕਰਾਂ, ਮੈਂ ਹੰਕਾਰ ਨਾ ਕਰਾਂ, ਮੈਂ ਤੁਹਾਡਾ ਬਚਨ ਕੋਈ ਵੀ ਉਲੰਘਣਾ ਨਾ ਕਰਾਂ, ਮੈਂ ਤੁਹਾਡੀ ਖੁਸ਼ੀ ਪ੍ਰਾਪਤ ਕਰਾਂ। ਪਰ ਸਤਿਗੁਰੂ ਜੀ ਮੇਰੇ ਵੱਸ 'ਚ ਕੋਈ ਨਹੀਂ ਹੈ, ਤੁਸੀਂ ਦਇਆ ਕਰੋ, ਕਿਰਪਾ ਕਰੋ, ਮੈਂ ਤੁਹਾਡੀ ਸ਼ਰਨ 'ਚ ਆ ਗਿਆ। ਇਹ ਮਨ ਮਰੇਗਾ ਤੇ ਫਿਰ ਸੱਚੇ ਹਿਰਦੇ ਤੋਂ ਬੇਨਤੀ ਹੋਏਗੀ ਤੇ ਫਿਰ ਉਹ ਪ੍ਰਵਾਨ ਹੋਏਗੀ। ਹਾਂਜੀ, ਅੱਗੇ ਕੀ ਸੀ? ਜੋ ਕਿਛ ਹੋਆ ਸੋ ਤੁਝ ਤੇ ਹੋਗ, ਅਵਰ ਨ ਦੂਜਾ ਕਰਨੇ ਜੋਗ। ਕਿਉਂਕਿ ਸ਼ਰਨ ਦੇ ਵਿੱਚ ਕੀ ਹੈ? ਸਤਿਗੁਰਾਂ ਨੇ ਫਰਮਾਇਆ ਕੋਈ ਇਹ ਨਹੀਂ ਕਿ ਕੋਈ ਪਾਪੀ ਜਾਂ ਕੋਈ ਕਿਸੇ ਤਰ੍ਹਾਂ ਦਾ ਕੋਈ ਚੋਰ, ਕੋਈ ਠੱਗ ਜਾਂ ਕੋਈ ਕਿਸੇ ਨੂੰ ਕਿਹਾ ਕਿ ਮੈਂ ਨਹੀਂ ਬਖਸ਼ਣਾ। ਉਹਨੇ ਫਰਮਾਇਆ ਸ਼ਰਨ ਮੈਂ ਆ ਜਾ ਲੇਹੂ ਸੰਭਾਲ। ਜਿਹੜਾ ਵੀ ਸ਼ਰਨ 'ਚ ਆ ਜੇ ਉਹ ਬਈ ਸ਼ਰਨਾਗਤ 'ਚ ਆਇਆ ਨੂੰ ਕਿਹਨੂੰ ਮੋੜਦੇ ਨਹੀਂ ਹੈਗੇ, ਜਿੱਦਾਂ ਦਾ ਮਰਜ਼ੀ ਲਿਬੜਿਆ ਤੇ ਬੜਿਆ ਹੋਵੇ। ਕਿਸੇ ਦਾ ਨਹੀਂ ਕੋਈ ਦੇਖਦੇ, ਪਾਪ ਨਹੀਂ ਦੇਖਦੇ, ਪੁੰਨ ਨਹੀਂ ਦੇਖਦੇ, ਕੋਈ ਚੀਜ਼ ਨਹੀਂ ਦੇਖਦੇ। ਪਰ ਜਿਸ ਤਰ੍ਹਾਂ ਪਹਿਲਾਂ ਦੱਸਿਆ ਕਿ ਮਨ ਮਰੇ, ਇੰਨੀ ਨਿਮਰਤਾ ਆਵੇ, ਇੰਨਾ ਕੁਛ ਹੋਵੇ ਔਰ ਇੰਨਾ ਮਾਣ ਹੋਵੇ। ਜਿਹੜਾ ਸਤਿਗੁਰਾਂ ਨੇ ਫਰਮਾਇਆ ਕਿ ਮਾਣ ਕਰ, ਇੰਨਾ ਮਾਣ ਵੀ ਹੋਵੇ। ਉਹਨਾਂ ਕਿਹਾ ਕਿ ਕੋਈ ਦੁਨੀਆ ਤੇ ਕੋਈ ਐਸੀ ਤਾਕਤ ਨਹੀਂ ਮਹਾਰਾਜ ਜੀ ਜਿਹੜਾ ਮੈਨੂੰ ਛਡਾ ਸਕੇ ਜਾਂ ਮੈਨੂੰ ਕੁਛ ਦੇ ਸਕੇ। ਝੋਲੀ ਕਿਹਦੇ ਅੱਗੇ ਫੈਲਾਈ ਜਾਂਦੀ ਹੈ? ਜਦੋਂ ਪਤਾ ਹੁੰਦਾ ਸਾਨੂੰ ਕਿ ਇਹਦੇ ਕੋਲ ਕੁਛ ਹੈਗਾ, ਉਹਦੇ ਕੋਲ ਅਸੀਂ ਮੰਗਦੇ ਹਾਂ। ਜਿਹੜਾ ਆਪ ਭੁੱਖਾ ਤੁਰਿਆ ਫਿਰਦਾ ਹੈ ਜਾਂ ਜਿਹਦੇ ਕਹਿ ਲਓ ਕਿ ਚਿਹਰੇ ਤੇ ਰੰਗ ਉੱਡੇ ਪਏ ਨੇ, ਉਹਦੇ ਕੋਲ ਅਸੀਂ ਕੀ ਕਹਾਂਗੇ ਕਿ ਸਾਨੂੰ ਬਚਾ ਕਿਸੇ ਕੋਲੋਂ? ਸਤਿਗੁਰਾਂ ਦੇ ਪਾਸ ਆ ਕੇ ਸਾਨੂੰ ਵਿਸ਼ਵਾਸ ਨਹੀਂ ਆਉਂਦਾ, ਸਾਨੂੰ ਉਹਨਾਂ ਤੇ ਮਾਣ ਨਹੀਂ ਆਉਂਦਾ, ਭਰੋਸਾ ਨਹੀਂ ਆਉਂਦਾ, ਜਿਹਦੇ ਕਰਕੇ ਦੇਰੀ ਹੁੰਦੀ ਹੈ। ਕਿਉਂਕਿ ਕਰਮਾਂ ਦੀ ਤੇ ਗੱਲ ਕੁਛ ਨਹੀਂ। ਸਤਿਗੁਰਾਂ ਨੇ ਫਰਮਾਉਣਾ ਕਿ ਬਈ ਇਹ ਕੋਈ ਚੀਜ਼ਾਂ ਨਹੀਂ ਹੈਗੀਆਂ, ਕਿਉਂਕਿ ਪਲਟੂ ਲਿਖੀ ਨਸੀਬ ਕੀ ਸੰਤ ਦੇਤ ਹੈ ਫੇਰ। ਨਸੀਬਾਂ ਦੀ ਉੱਦਾਂ ਇੱਥੇ ਜਿਹੜੀ ਬਾਹਰ ਦੀਆਂ ਚੀਜ਼ਾਂ ਨੂੰ ਤੇ ਬਾਹਰ ਦੇ ਬਦਲ ਦਿੰਦੇ ਨੇ। ਕੋਈ ਛੋਟੀਆਂ ਮੋਟੀਆਂ ਚੀਜ਼ਾਂ ਨੇ, ਉਹਨਾਂ ਨੂੰ ਤੇ ਬਾਹਰ ਦੀਆਂ ਚੀਜ਼ਾਂ, ਅਸੀਂ ਕਿਸੇ ਵਕੀਲ ਕੋਲ ਗਏ, ਉਹਨੇ ਸਲਾਹ ਦਿੱਤੀ ਆਹ ਸਾਡੀ ਚੀਜ਼ ਕਿਸੇ ਨੇ ਫੜੀ, ਉਹਨੂੰ ਛਡਾ ਦਿੱਤਾ, ਕਿਸੇ ਨੂੰ ਕੋਈ ਚੰਗਾ ਘਰ ਲੈ ਦਿੱਤਾ, ਕਿਸੇ ਨੂੰ ਕੁਝ ਕਰ ਦਿੱਤਾ, ਇਹ ਚੀਜ਼ਾਂ ਤਾਂ ਸਭ ਕਰ ਦਿੰਦੇ ਨੇ। ਪਰ ਜਿਹੜੀ ਕਰਮ ਦੀ ਲਿਖੀ ਆ ਉਹ ਨਹੀਂ ਕੋਈ ਮਿਟਾ ਸਕਦਾ। ਕਰਮ ਦੀ ਲਿਖੀ ਜਿਹੜੀ ਉਹ ਭੁਗਤਣੀ ਪੈਂਦੀ ਹੈ, ਹਾਰ ਜਾਂਦੇ ਨੇ ਉੱਥੇ ਸਾਰੇ। ਪਰ ਉਹਨਾਂ ਨੇ ਕੀ ਫਰਮਾਇਆ? ਪਲਟੂ ਲਿਖੀ ਨਸੀਬ ਕੀ ਸੰਤ ਦੇਤ ਹੈ ਫੇਰ। ਕਹਿੰਦੇ ਜੇ ਨਸੀਬ ਦੇ ਵਿੱਚ ਕੋਈ ਚੀਜ਼ ਗਲਤ ਵੀ ਲਿਖੀ ਹੈ, ਕੋਈ ਮਾੜੀ ਜੇ, ਇਹਨੇ ਨਿਮਰਤਾ ਸਹਿਤ ਹੋ ਕੇ ਇਹਨੇ ਬੇਨਤੀ ਕੀਤੀ, ਇਹਦੀ ਬੇਨਤੀ ਮਨਜ਼ੂਰ ਹੋ ਗਈ ਤੇ ਬਈ ਉਹ ਵੀ ਪਲਟ ਜਾਏਗੀ। ਪਰ ਕਿਉਂ ਨਹੀਂ ਹੁੰਦੀ? ਕਿਉਂ ਸਾਡੀਆਂ ਜਿਹੜੇ ਦੁੱਖ ਖਤਮ ਨਹੀਂ ਹੁੰਦੇ? ਕਿਉਂ ਸਾਡਾ ਉਹ ਸਫ਼ਰ ਅੱਗੇ ਨਹੀਂ ਵੱਧਦਾ? ਕਹਿੰਦੇ ਪਲਟੂ ਲਿਖੀ ਨਸੀਬ ਕੀ ਸੰਤ ਦੇਤ ਹੈ ਫੇਰ, ਮਨ ਆਪਣਾ ਸਾਚਾ ਨਹੀਂ ਤਾਬਿਦ ਲਾਗੇ ਦੇ। ਕਹਿੰਦੇ ਮਨ ਸੱਚਾ ਨਹੀਂ ਹੈਗਾ, ਝੂਠੇ ਮੂੰਹ ਦੇ ਨਾਲ ਅਸੀਂ ਉਹ ਗੱਲਾਂ ਕਰਦੇ ਹਾਂ। ਅੰਦਰ ਕੁਛ ਹੋ ਰਿਹਾ, ਬਾਹਰ ਕੁਛ ਹੋ ਰਿਹਾ, ਗੱਲ ਬਣਦੀ ਨਹੀਂ। ਹੁਣ ਇਹ ਸਾਰੇ ਸੰਤ ਮਹਾਤਮਾ ਨੇ, ਪਲਟੂ ਸਾਹਿਬ ਨੇ ਫਰਮਾਇਆ, ਸਵਾਮੀ ਜੀ ਨੇ ਵੀ ਫਰਮਾਇਆ, ਉਹਨੇ ਕਿਹਾ ਗੁਰੂ ਕੋ ਉੱਪਰ ਉੱਪਰ ਗਾਤਾ, ਗੁਰੂ ਕੋ ਦਿਲ ਭੀਤਰ ਨਹੀਂ ਲਾਤਾ, ਕਾਰਜ ਤੇਰਾ ਕੈਸੇ ਹੋਵੇ ਭਾਈ, ਗੁਰੂ ਸੰਗ ਉਪਰੀ ਪ੍ਰੀਤ ਲਗਾਈ। ਕਹਿੰਦੇ ਗੁਰੂ ਨੂੰ ਤਾਂ ਉੱਪਰ ਉੱਪਰ ਵਾਸਤੇ ਰੱਖਿਆ ਸਿਰਫ। ਜਿਸ ਤਰ੍ਹਾਂ ਆਮ ਗੱਲ ਹੁੰਦੇ ਆ, ਕੁਛ ਨਹੀਂ ਉੱਦਾਂ ਭਾਵੇਂ ਕੋਈ ਮੰਨੇ ਨਾ ਕੁਛ ਕਰੇ, ਜਦੋਂ ਕੋਈ ਉਹੋ ਜਿਹੀ ਫਾਇਦੇ ਵਾਲਾ ਉੱਥੇ ਸਹੁੰ ਖਾਣ ਨੂੰ, ਗੁਰੂ ਮੈਨੂੰ ਗੁਰੂ ਦੀ ਸਹੁੰ, ਮੈਨੂੰ ਗੁਰੂ ਦੀ ਕਸਮ, ਇਹਨਾਂ ਚੀਜ਼ਾਂ ਵਾਸਤੇ ਅਸੀਂ ਉਹਨੂੰ ਕਰ ਲਿਆ। ਕਰਮ ਆਪਣੇ ਕੀਤੇ
ਕੋਈ ਕਿਸੇ ਤਰ੍ਹਾਂ ਦੀ ਉਹ ਭੁਗਤਣੇ ਪੈ ਗਏ ਤੇ ਫਿਰ ਕੀ ਕਹਿ ਦਿੱਤਾ, ਸਾਡਾ ਤਾਂ ਗੁਰੂ ਨੇ ਇੱਦਾਂ ਦਾ ਲਿਖਿਆ, ਸਾਡਾ ਤਾਂ ਗੁਰੂ ਹੀ ਨਹੀਂ ਭਲਾ ਕਰਦਾ। ਪਰ ਨਹੀਂ, ਜੇ ਅਸੀਂ ਸਤਿਗੁਰਾਂ ਦੇ ਬਚਨਾਂ ਨੂੰ ਧਿਆਨ ਨਾਲ ਵਿਚਾਰਾਂਗੇ, ਪਤਾ ਚੱਲੇਗਾ ਕਿ ਬਈ ਸਤਿਗੁਰ ਆਏ ਕਾਹਦੇ ਵਾਸਤੇ। ਗੁਰਮਤਿ ਨੇ ਫਰਮਾਉਣਾ ਕਿ ਬਈ ਅਸੀਂ ਆਪਣੇ ਕਰਮਾਂ ਨੂੰ ਭੁਗਤਣ ਵਾਸਤੇ ਆਏ ਹਾਂ, ਗੁਰੂ ਤੇ ਸਾਨੂੰ ਇੱਥੇ ਕਰਮਾਂ ਆਪਣੇ ਕਰਮਾਂ 'ਚ ਨਹੀਂ ਵੱਝਾ ਆ, ਉਹ ਤਾਂ ਸਾਨੂੰ ਛਡਾਉਣ ਵਾਸਤੇ ਆਇਆ ਇੱਥੇ। ਜੇ ਛਡਾਉਣ ਵਾਸਤੇ ਆਇਆ ਏ ਤੇ ਫਿਰ ਬਈ ਉਹ ਕਿਉਂ ਇਸ ਤਰ੍ਹਾਂ ਦੀ ਸਾਨੂੰ ਕੋਈ ਕਦੇ ਦੁੱਖ ਦੇਵੇਗਾ? ਦੁੱਖ ਦੇਣ ਨਹੀਂ ਆਇਆ, ਦੁੱਖਾਂ 'ਚੋਂ ਬਾਹਰ ਕੱਢਣ ਆਇਆ ਹੈ। ਪਰ ਜਿਹੜਾ ਉਹਨਾਂ ਦਾ ਬਚਨ ਮੰਨੇਗਾ, ਜਿਹੜਾ ਉਸ ਬਚਨਾਂ 'ਤੇ ਚੱਲੇਗਾ, ਉਹਨੂੰ ਬਈ ਉਹ ਪਰਮ ਸੁੱਖ ਜਿਹੜਾ ਪ੍ਰਾਪਤ ਹੋਏਗਾ। ਜੇ ਨਹੀਂ ਉਸ ਚੀਜ਼ ਨੂੰ ਮੰਨੇਗਾ ਤੇ ਫਿਰ ਉਹਨਾਂ ਦੇ ਕੀ ਵਾਸ ਹੈ? ਕਿਉਂਕਿ ਸਤਿਗੁਰ ਪੂਰਾ ਕਿਆ ਕਰੇ ਜੋ ਸਿੱਖਣ ਮਾਹੀ ਚੂਕ। ਪਿੱਛੇ ਵੀ ਇਤਿਹਾਸ ਪੜ੍ਹਿਆ, ਜਿਸ ਤਰ੍ਹਾਂ ਕਈ ਵਾਰੀ ਦੱਸਿਆ ਕਿ ਪੂਰੇ ਸਤਿਗੁਰਾਂ ਦਾ ਹੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ, ਚਾਹੇ ਗੁਰੂ ਨਾਨਕ ਸਾਹਿਬ ਆਏ, ਚਾਹੇ 10 ਪਾਤਸ਼ਾਹੀਆਂ, ਕਬੀਰ ਸਾਹਿਬ, ਰਵਿਦਾਸ ਜੀ, ਜਿਨ੍ਹਾਂ ਦਾ ਮਰਜ਼ੀ ਅਸੀਂ ਇਤਿਹਾਸ ਪੜ੍ਹ ਲਈ, ਰਾਮ ਜੀ ਆਏ, ਕ੍ਰਿਸ਼ਨ ਜੀ ਆਏ, ਕਿਸੇ ਤਰ੍ਹਾਂ ਦੇ ਵੀ ਟਾਈਮ ਨਾਲ, ਪਰ ਉਸ ਸਮੇਂ ਦੇ ਉੱਤੇ ਮੰਨਿਆ ਕਿੰਨੇ ਉਹਨਾਂ ਨੂੰ। ਮੈਂ ਕਈ ਵਾਰੀ ਦੱਸਿਆ ਹੈ ਕਿ ਇਹਦੇ ਵਿੱਚ ਇੱਕ ਭੇਤ ਹੈ। ਇਹ ਸਤਿਗੁਰ ਹੀ ਇਹ ਤੋਂ ਪੜਦਾ ਖੋਲ੍ਹਣ ਇਹਨੂੰ, ਕਿ ਇੰਨਾ ਦਿਮਾਗ ਮਾਤੇ ਨੂੰ ਦੇਣ ਤੇ ਇਹਨੂੰ ਸਮਝ ਲੱਗੇਗੀ। ਪਿਛਲੀਆਂ ਜਿੰਨੀਆਂ ਟੇਕਾਂ ਜਿਹੜੀਆਂ ਨੇ, ਇਹਨੂੰ ਕੁਛ ਨਹੀਂ ਗੁਰਮਤਿ ਫਰਮਾਉਣਾ। ਸਤਸੰਗ ਸਤਿਗੁਰਾਂ ਨੇ ਬਚਨ ਫਰਮਾਏ ਕਿ ਇਹਨੂੰ ਪਿਛਲੀਆਂ ਟੇਕਾਂ ਨੂੰ ਕੁਛ ਨਹੀਂ ਕਰ ਸਕਦੀਆਂ। ਪਤੀ ਜਿਹੜਾ ਹੈ ਮੌਕੇ ਦਾ ਜਿਹੜਾ ਚਾਹੀਦਾ, ਵਕੀਲ ਮੌਕੇ ਦਾ ਚਾਹੀਦਾ, ਡਾਕਟਰ ਮੌਕੇ ਦਾ ਚਾਹੀਦਾ। ਹੁਣ ਇੱਕ ਜਨਾਨੀ ਹੈ, ਕੋਈ ਤਸਵੀਰ, ਉਹ ਭੀਮ ਸੈਨ ਦੀ ਤਸਵੀਰ ਵੇਖ ਕੇ ਕਹੇ ਬੜਾ ਬਲਸ਼ਾਲੀ ਏ, ਮੈਂ ਤੇ ਇਹਦੇ ਨਾਲ ਹੀ ਆਪਣਾ ਅੱਗੇ ਵੰਸ਼ ਵਧਾਉਣਾ ਹੈ, ਉਹ ਵਧਾ ਦੇਗਾ ਵੰਸ਼? ਕੁਛ ਨਹੀਂ ਹੋ ਸਕਦਾ ਉੱਥੇ। ਇਸੇ ਤਰ੍ਹਾਂ ਹੀ ਸਤਿਗੁਰਾਂ ਦੇ ਭੇਤ ਜਿਹੜਾ ਆ ਉਹ ਦੱਸਿਆ, ਆਪਣੇ ਬਚਨਾਂ ਬਾਣੀ ਰਾਹੀਂ ਸਾਨੂੰ ਸਮਝਾਇਆ। ਜਦੋਂ ਅਸੀਂ ਸਤਿਗੁਰਾਂ ਦੇ ਬਚਨਾਂ ਨੂੰ ਵਿਚਾਰਾਂਗੇ, ਸਮਝਾਂਗੇ, ਉਹਨਾਂ 'ਤੇ ਵਿਸ਼ਵਾਸ ਭਰੋਸਾ ਆਏਗਾ, ਫਿਰ ਪਤਾ ਚੱਲੇਗਾ। ਤੇ ਉਹਨੇ ਫਰਮਾਇਆ ਕਿ ਬਈ ਇੰਨੀ ਜਦੋਂ ਸਾਡੇ ਮਨ ਦੇ ਵਿੱਚ ਮਾਣ ਆਏਗਾ, ਭਰੋਸਾ ਆਏਗਾ, ਮਨ ਨੀਵਾਂ ਹੋਏਗਾ, ਇਹ ਆਪਣੇ ਆਪ ਨੂੰ ਕੋਈ ਸਮਝੇਗਾ ਕਿ ਮੈਂ ਤਾਂ ਬਈ ਇੱਕ ਤੁੱਛ ਜਿਹਾ ਜੀਵ ਹਾਂ ਤੇ ਬਈ ਸਤਿਗੁਰ ਤੇ ਮੈਨੂੰ ਛਡਾਉਣ ਆਏ ਨੇ, ਉਹ ਭਗਵਾਨ ਨੇ। ਫਿਰ ਇਹ ਬੇਨਤੀ ਕਰੇਗਾ ਉਹਨਾਂ ਦੇ ਚਰਨਾਂ ਦੇ ਵਿੱਚ ਕਿ ਸਤਿਗੁਰ ਜੀ ਜੋ ਤੁਸੀਂ ਕਰੋਗੇ ਉਹੀ ਹੋਣਾ ਹੈ, ਮੇਰਾ ਵੱਸ ਕੋਈ ਨਹੀਂ ਹੈ। ਆਪਣਾ ਆਪ ਜਿਹੜਾ ਸੀ ਇਹਨੇ ਉਹਨਾਂ ਦੇ ਚਰਨਾਂ 'ਚ ਰੱਖ ਦਿੱਤਾ। ਫਿਰ ਸਤਿਗੁਰ ਦਿਆਲ ਹੋ ਕੇ ਮੈਂ ਕਿਹਾ ਕਿ ਪਹਿਲੇ ਦਾਤਾ ਸਿੱਖ ਵਿਆ, ਪਹਿਲਾਂ ਸਿੱਖ ਨੂੰ ਦਾਤਾ ਬਣਨਾ ਪੈਂਦਾ ਹੈ। ਪਹਿਲੇ ਦਾਤਾ ਸਿੱਖ ਵਿਆ ਜਿਨ ਤਨ ਮਨ ਅਰਪਾ ਸ਼ੀਸ਼, ਪਾਸ਼ੇ ਦਾਤਾ ਗੁਰੂ ਬਏ ਜਿਨ ਨਾਮ ਕੀਆ ਬਖਸ਼ੀਸ਼। ਕਹਿੰਦੇ ਗੁਰੂ ਤੇ ਪਿੱਛੋਂ ਦਾਤਾ ਬਣੇਗਾ, ਪਹਿਲਾਂ ਇਹਨੂੰ ਦਾਤਾ ਬਣਨਾ ਪਏਗਾ। ਪਹਿਲਾਂ ਅਸੀਂ ਆਪਣਾ, ਜਿਸ ਤਰ੍ਹਾਂ ਸ਼ੀਸ਼ ਵੱਢ ਕੇ, ਜਿਸ ਤਰ੍ਹਾਂ ਰਾਵਣ ਨੇ ਸੀ, ਉਹਨੂੰ ਉਹ ਜਿਹੜੀਆਂ ਸਿੱਧੀਆਂ ਕਿਸ ਤਰ੍ਹਾਂ ਪ੍ਰਾਪਤ ਹੋਈਆਂ, ਕਿਸ ਤਰ੍ਹਾਂ ਉਹਨੂੰ ਪਹਿਲਾਂ ਉਹਨੇ ਆਪਣਾ ਸ਼ੀਸ਼ ਵੱਢ ਕੇ ਭੇਟ ਕੀਤਾ। ਪਰ ਜਦੋਂ ਫਿਰ ਉਹ ਖੁਸ਼ ਹੋਏ ਉਸ ਚੀਜ਼ ਨੂੰ, ਤੇ ਫਿਰ ਬਈ ਕਿਸੇ ਚੀਜ਼ ਦੀ ਘਾਟ ਥੋੜ੍ਹਾ ਛੱਡੀ ਉਹਨਾਂ ਨੇ। ਇਸੇ ਤਰ੍ਹਾਂ ਹੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੇਨਤੀ ਤਾਂ ਅਸੀਂ ਕਰਦੇ ਹਾਂ, ਪਰ ਬੇਨਤੀ ਸਾਡੇ ਹਿਰਦੇ 'ਚੋਂ ਨਿਕਲੇ, ਇਕੱਲੀ ਜ਼ੁਬਾਨ ਤੋਂ ਨਾ ਨਿਕਲੇ। ਔਰ ਉਹਦੇ ਵਾਸਤੇ ਐਸਾ ਕੋਈ ਨਹੀਂ ਹੈ। ਸਤਿਗੁਰਾਂ ਨੇ ਫਰਮਾਉਣਾ ਕਿ ਮੈਂ ਧੋਬੀ ਘਾਟ ਇੱਥੇ ਇਹ ਜਿਹੜਾ ਵਾ, ਇਹ ਕੱਪੜੇ ਸਾਰੇ ਮੈਲੇ ਆਉਂਦੇ ਨੇ, ਪਰ ਸਤਿਗੁਰ ਬਈ ਉਹਨਾਂ ਨੂੰ ਪਤਾ ਹੈ, ਉਹ ਦੇਖਦੇ ਨੇ ਸਾਡੇ ਅੰਦਰ ਕਿ ਕੋਈ ਵੀ ਐਸਾ ਇਨਸਾਨ ਕਿ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇੱਕੋ ਹੀ ਨੂਰ ਜਿਹੜਾ, ਉਹੀ ਜੋਤ ਜਿਹੜੀ ਸਾਡੇ ਸਾਰਿਆਂ ਦੇ ਅੰਦਰ ਹੈ। ਸਾਡੇ ਸਾਰਿਆਂ ਦੇ ਗੁਰੂ ਇੱਕੋ ਹੀ ਹੈ। ਕੋਈ ਇਹ ਨਹੀਂ ਹੈ ਕਿ ਤੁਹਾਡਾ ਗੁਰੂ ਕੋਈ ਹੋਰ ਹੈ ਜਾਂ ਮੇਰਾ ਹੋਰ ਹੈ। ਸਾਰਿਆਂ ਦਾ ਗੁਰੂ ਇੱਕ ਹੀ ਹੈ। ਅਸੀਂ ਸਾਰੇ ਹੀ ਉਹਦੇ ਅੱਗੇ ਨਮਸਕਾਰਾਂ ਕਰਦੇ ਹਾਂ, ਉਹਦੇ ਅੱਗੇ ਹੀ ਸਿਰ ਝੁਕਾਉਂਦੇ ਹਾਂ, ਉਹਦੇ ਕੋਲੋਂ ਅਸੀਂ ਆਪਣੀਆਂ ਮੰਗਾਂ ਮੰਗਦੇ ਹਾਂ। ਪਰ ਦਇਆ ਕਰਨ, ਕਿਰਪਾ ਕਰਨ ਕਿ ਸਿਰਫ ਸਾਡੇ ਹਿਰਦੇ ਦੇ ਵਿੱਚ ਉਹ ਬੇਨਤੀ ਨਿਕਲੇ। ਔਰ ਹਿਰਦੇ 'ਚੋਂ ਕਿੱਦਾਂ ਹੈ? ਕਿਉਂਕਿ ਅਜੇ ਤੱਕ ਤਾਂ ਸਿਰ ਜਿਹੜਾ ਧੜ ਦੇ ਉੱਤੇ ਲੱਗਾ ਹੈ ਨਾ, ਅਜੇ ਤਾਂ ਬੇਨਤੀ ਸਾਰੀ ਜ਼ੁਬਾਨ ਤੋਂ ਨਿਕਲ ਰਹੀ ਹੈ। ਜਿੱਦਣ ਇਹ ਧੜ, ਜਿਸ ਤਰ੍ਹਾਂ ਕਹਿੰਦੇ ਸਜਦਾ ਉਸ ਸਰ ਕੋ ਹੋਤਾ ਹੈ ਜੋ ਤਨ ਸੇ ਜੁਦਾ ਹੋਤਾ ਹੈ। ਜਦੋਂ ਅਜੇ ਧੜ ਨਾਲ ਲੱਗਾ ਤੇ ਜ਼ੁਬਾਨ ਤੋਂ ਬੇਨਤੀ, ਜਿੱਦਣ ਇਹ ਸਿਰ ਲੱਥ ਗਿਆ, ਸਿਰ ਮਤਲਬ ਕਿ ਇਹ ਜਿੱਦਣ ਇਹਦਾ ਖਤਮ ਹੋ ਗਿਆ, ਜਿਹੜਾ ਸਿਰ ਹੰਕਾਰਾ ਬੰਦਾ ਕੀ ਕਰਦਾ ਹੈ, ਹਮੇਸ਼ਾ ਐ ਤਨ ਕੇ। ਜਿਹੜਾ ਦੂਸਰਾ ਗਰੀਬ, ਉਹ ਤੇ ਹਰ ਵੇਲੇ ਹੱਥ ਜੋੜ ਕੇ ਸਿਰ ਨੀਵਾਂ ਕਰਕੇ ਖਲੋਂਦਾ। ਜਦੋਂ ਇਹ ਸਿਰ ਲੱਥੇਗਾ, ਫਿਰ ਬੇਨਤੀ ਕਰਨ ਵਾਸਤੇ ਜ਼ੁਬਾਨ ਨਹੀਂ ਰਹਿਣੀ, ਮੂੰਹ ਨਹੀਂ ਰਹਿਣਾ। ਫਿਰ ਬੇਨਤੀ ਜਿੱਥੋਂ ਨਿਕਲਣੀ ਆ, ਹਿਰਦੇ ਤੋਂ ਹੀ ਨਿਕਲਣੀ ਆ। ਹੋਰ ਕੋਈ ਚੀਜ਼ ਹੀ ਨਹੀਂ ਹੈਗੀ ਹੁਣ ਬੇਨਤੀ ਕਰਨ ਵਾਸਤੇ। ਤੇ ਜਿਹੜੀ ਹਿਰਦੇ ਤੋਂ ਬੇਨਤੀ ਕੀਤੀ ਹੈ, ਉਹ ਦੁਨੀਆ ਤੇ ਕੋਈ ਐਸੀ ਤਾਕਤ ਨਹੀਂ ਹੈ ਜਿਹੜਾ ਉਹਨੂੰ ਡੱਕ ਸਕੇ। ਕੋਈ ਐਸੀ ਕੋਈ ਜੇਲ੍ਹ ਨਹੀਂ ਹੈ ਜਿਹੜੀ ਉਹਨੂੰ ਕੋਈ ਫੜ ਸਕੇ। ਕੋਈ ਐਸਾ ਕੋਈ ਪੁਲਿਸ ਨਹੀਂ ਹੈ ਕਿ ਜਿਹੜੀ ਉਹਨੂੰ ਕੋਈ ਕੈਦ ਕਰ ਸਕੇ। ਬਸ ਇਹਦੇ ਹਿਰਦੇ 'ਚੋਂ ਨਿਕਲੀ ਤੇ ਸਿੱਧੀ ਸਤਿਗੁਰਾਂ ਦੇ ਦਰਬਾਰ ਦੇ ਵਿੱਚ। ਤੇ ਜਿਹੜੀ ਉਹਨਾਂ ਦੇ ਦਰਬਾਰ 'ਚ ਪਹੁੰਚ ਗਈ, ਉਹਨੂੰ ਪ੍ਰਵਾਨ ਕਰਦੇ ਨੇ। ਮੈਂ ਪਹਿਲਾਂ ਕਿਹਾ, ਕੋਈ ਇਹ ਨਹੀਂ ਹੈਗਾ ਕਿ ਜੇ ਕੋਈ ਉੱਥੇ ਪਹੁੰਚ ਗਈ ਤੇ ਇਹ ਚੰਗੀ ਹੈ, ਇਹ ਮਾੜੀ ਹੈ, ਇਹ ਅਧੂਰੀ ਹੈ। ਜਿਹੜਾ ਉੱਥੇ ਪਹੁੰਚ ਗਈ ਉਹ ਪ੍ਰਵਾਨ ਹੀ ਪ੍ਰਵਾਨ ਹੈ, ਜਿਸ ਤਰ੍ਹਾਂ ਦੀ ਮਰਜ਼ੀ ਹੈ।
ਤੇ ਸਤਿਗੁਰ ਕਿਰਪਾ ਕਰਨ ਦਿਆ ਕਰਨ ਕਿ ਆਪਣੇ ਬਚਨਾਂ ਦੀ ਜਿਹੜੀ ਸਮਝ ਸਾਨੂੰ ਬਖਸ਼ਣ ਕਿ ਕਿੱਡੇ ਕੀਮਤੀ। ਸਤਿਗੁਰਾਂ ਨੇ ਫਰਮਾਉਣਾ ਕਿ ਵੀ ਕਰੋੜ ਕਰੋੜ ਰੁਪਏ ਵੀ ਉਹਦਾ ਮੁੱਲ ਰੱਖੀਏ ਤੇ ਤਾਂ ਵੀ ਉਹਦਾ ਮੁੱਲ ਨਹੀਂ ਹੈਗਾ ਉਹ ਜਿਹੜਾ। ਹਾਂਜੀ। ਤਾ ਮਿਲੀਏ ਜਾਲੇ ਮਿਲਾਏ, ਕਹੋ ਨਾਨਕ ਹਰ ਹਰ ਗੁਣ ਗਾਏ। ਰਾਧਾ ਸੁਣੀ, ਰਾਧਾ ਸੁਣੀ। ਇੰਨਾ ਮਾਣ ਸਤਿਗੁਰ ਬਖਸ਼ਣ ਕਿ ਜਿਸ ਤਰ੍ਹਾਂ ਨੇ ਫਰਮਾਇਆ ਕਿ ਤਾਂ ਮਿਲੀਏ ਜੇ ਰਿਹਾ ਮਲਾਏ। ਕਹਿੰਦੇ ਸਤਿਗੁਰੂ ਜੀ ਤਾਂ ਹੀ ਮਿਲ ਸਕਦੇ ਹਾਂ ਤੁਹਾਨੂੰ ਜੇ ਤੁਸੀਂ ਮਿਲਾਓਗੇ। ਤੇ ਜੇ ਤੁਸੀਂ ਦਰਵਾਜ਼ਾ ਨਾ ਖੋਲ੍ਹਿਆ, ਤੁਸੀਂ ਨਾ ਆਵਾਜ਼ ਮਾਰੀ, ਤੇ ਕਿਹਦੀ ਜ਼ਰੂਰਤ ਹੈ ਕਿ ਫਿਰ ਕੋਈ ਅੰਦਰ ਲੰਘ ਆਵੇ? ਕੋਈ ਨਹੀਂ ਮਿਲ ਸਕਦਾ ਸਾਨੂੰ। ਆਮ ਅਸੀਂ ਇਨਸਾਨ ਹੈ, ਜਦੋਂ ਤੱਕ ਸਾਡਾ ਦਿਲ ਨਾ ਕਰੇ ਅਸੀਂ ਕਿਸੇ ਨੂੰ ਮਿਲਦੇ ਨਹੀਂ ਹੈਗੇ। ਤੇ ਜਿਹਨੂੰ ਅਸੀਂ ਜਗਦੀਸ਼ ਕਹਿ ਦਿੱਤਾ, ਵਾਹਿਗੁਰੂ ਕਹਿ ਦਿੱਤਾ, ਪਰਮੇਸ਼ਵਰ ਕਹਿ ਦਿੱਤਾ, ਰਾਧਾ ਸਵਾਮੀ ਕਹਿ ਦਿੱਤਾ, ਦਿਆਲ ਕਹਿ ਦਿੱਤਾ, ਜੋ ਮਰਜ਼ੀ ਉਹਦਾ ਨਾਮ ਰੱਖਦੇ ਆ, ਉਹਨੂੰ ਮਿਲਣ ਵਾਸਤੇ ਕੋਈ ਸਾਡੇ ਯਤਨਾਂ ਨਾਲ ਨਹੀਂ ਗੱਲ ਬਣਨੀ। ਇਹ ਯਤਨ ਕਾਹਦੇ ਵਾਸਤੇ ਨੇ? ਸਿਰਫ ਮਨ ਨੂੰ ਨੀਵੇਂ ਕਰਨ ਵਾਸਤੇ। ਜਦੋਂ ਇਹ ਮਮਾਨ ਨਿਕਲ ਗਿਆ ਮਨ ਚੋਂ, ਹੰਕਾਰ ਨਿਕਲ ਗਿਆ ਕਿ ਮੈਂ ਆਪਣੀ ਤਾਕਤ ਦੇ ਨਾਲ ਕੁਝ ਕਰ ਸਕਦਾ ਹਾਂ, ਇਹ ਨਿਕਲ ਗਿਆ ਤੇ ਫਿਰ ਉਹ ਬੇਨਤੀ ਹੋਣੀ ਹੈ। ਤੇ ਫਿਰ ਇਹ ਬੇਨਤੀ ਜਿਹੜੀ ਕਰਨੀ ਕਿ ਸਤਿਗੁਰੂ ਜੀ ਤੁਸੀਂ ਮਿਲਾਓਗੇ ਤੇ ਫਿਰ ਮਿਲਿਆ ਜਾਣਾ ਹੈ। ਮੇਰੇ 'ਚ ਕੋਈ ਬਲ ਨਹੀਂ ਹੈ ਕਿ ਮੈਂ ਮਿਲ ਸਕਾਂ। ਮੈਂ ਤਾਂ ਕਈ ਵਾਰੀ ਸੋਚਦਾ, ਕਈ ਵਾਰੀ ਬੜੇ ਚੰਗੇ ਕਰਮ ਕਰਦਾ, ਕਈ ਵਾਰੀ ਆਪਣੇ ਆਪ ਨੂੰ ਸਾਫ ਸੁਥਰਾ ਬਣਾਉਣ ਦੀ ਕੋਸ਼ਿਸ਼ ਕਰਦਾ ਕਿ ਨਹੀਂ ਵੀ ਮੈਂ ਜਾ ਕੇ ਮਿਲ ਲਵਾਂ, ਪਰ ਫਿਰ ਰਸਤੇ 'ਚ ਕੋਈ ਧੂਲ ਮਿੱਟੀ, ਕੋਈ ਇੰਨੇ ਦਾਗ ਨੇ ਜਿਹੜੇ ਫਿਰ ਮੈਨੂੰ ਲੱਗ ਜਾਂਦੇ ਨੇ। ਐਸੇ ਸ਼ੰਸ਼ੇ ਜਿਹੜੇ ਮਨ ਦੇ ਵਿੱਚ ਆਉਂਦੇ ਨੇ ਫਿਰ ਕਿ ਜਿਹੜੇ ਮੇਰਾ ਰਸਤਾ ਰੋਕ ਕੇ ਮੈਨੂੰ ਫਿਰ ਖਿਲਾਰ ਦਿੰਦੇ ਨੇ ਉੱਥੇ। ਤੇ ਇਹ ਕਦੋਂ ਗੱਲ ਬਣਨੀ ਹੈ? ਜਦੋਂ ਤੁਸੀਂ ਮਿਲਾਓਗੇ, ਤੁਸੀਂ ਇਹ ਦਿਆ ਕਰੋਗੇ, ਫਿਰ ਗੱਲ ਬਣਨੀ ਹੈ। ਪਰ ਇਹ ਬੇਨਤੀ ਜਿਹੜੀ ਮੈਂ ਪਹਿਲਾਂ ਦੱਸ ਦਿੱਤਾ ਹੈ ਕਿ ਬੇਨਤੀ ਜਦੋਂ ਤੱਕ ਮਨ ਨੀਵਾਂ ਨਹੀਂ ਹੁੰਦਾ ਉਦੋਂ ਤੱਕ ਇਹ ਬੇਨਤੀ ਹੁੰਦੀ ਨਹੀਂ। ਇਸੇ ਕਰਕੇ ਉਹਨਾਂ ਨੇ ਫਰਮਾਇਆ ਕਿ ਹੋਰ ਵੀ ਨੀਵਾਂ ਹੋ ਫਕੀਰਾ, ਹੋਰ ਵੀ ਨੀਵਾਂ ਹੋ ਫਕੀਰਾ, ਹੋਰ ਵੀ ਨੀਵਾਂ ਹੋ, ਪਾਏਗਾ ਦੀਦਾਰ ਸਾਈਂ ਦਾ ਓਲਾ ਰਹੇ ਨਾ ਕੋ। ਕਹਿੰਦੇ ਉਹ ਸਾਈਂ ਦਾ ਦੀਦਾਰ ਕਿਉਂ ਨਹੀਂ ਹੋਏਗਾ? ਜੋ ਆਇਆ ਹੀ ਸਾਨੂੰ ਮਿਲਣ ਵਾਸਤੇ ਆ, ਤੇ ਫਿਰ ਕੋਈ ਬੰਧਨ ਕਾਹਦਾ ਹੈ? ਬੰਧਨ ਹੋਰ ਨਹੀਂ ਕੋਈ ਹੈਗਾ। ਹੁਣ ਕਹਿੰਦੇ ਕਿ ਇੱਕੋ ਹੀ ਘਰ ਦੇ ਵਿੱਚ ਰਹਿੰਦੇ ਆ। ਬਾਣੀ 'ਚ ਉਹਨੇ ਕਿਹਾ ਕਿ ਇੱਕੋ ਗ੍ਰਹਿ 'ਚ ਰਹਿ ਕੇ ਮਿਲ ਬਾਤ ਨਾ ਕਰਤੇ ਭਾਈ, ਅੰਤਰ ਅਲਖ ਨਾ ਲਖਿਆ ਜਾਏ, ਵਿੱਚ ਪੜਦਾ ਹਉਮੈ ਪਾਈ। ਕਹਿੰਦੇ ਹੈ ਉਹ ਸਾਡੇ ਅੰਦਰ ਹੀ, ਕੋਈ ਦੂਰ ਹੋਵੇ ਨਾ, ਬਾਹਰ ਹੋਵੇ ਤੇ ਫਿਰ ਤੇ ਬਾਹਰੋਂ ਜਾ ਕੇ ਲੱਭ ਲਈਏ। ਕਿੱਥੇ ਕਿੱਥੇ ਤੱਕ ਜਹਾਜ਼ ਤੇ ਰਾਕਟ ਪਹੁੰਚ ਗਏ ਨੇ ਕਿ ਦੂਸਰੀ ਦੁਨੀਆ ਜਾ ਕੇ ਲੱਭ ਲਈ, ਪਰ ਉਹ ਤਾਂ ਕਹਿੰਦੇ ਤੇਰੇ ਅੰਦਰ ਹੀ ਆਂਦੇ, ਅੰਤਰ ਅਲਖ ਨਾ ਲਖਿਆ ਜਾਏ। ਅੰਦਰ ਇਹ ਹੈਗਾ ਵਾ, ਪਰ ਫਿਰ ਵੀ ਨਹੀਂ ਸਾਨੂੰ ਮਿਲ ਰਿਹਾ ਅਜੇ ਤੱਕ। ਕਦ ਲਈ ਨਹੀਂ ਮਿਲ ਰਿਹਾ? ਵਿੱਚ ਪੜਦਾ ਹਉਮੈ ਪਾਈ। ਕਹਿੰਦੇ ਹਉਮੈ ਨੇ ਵਿੱਚ ਜਿਹੜਾ ਹੀ ਦੀਵਾਰ ਖੜੀ ਕਰ ਦਿੱਤੀ ਹੈ। ਹਉਮੈ ਕੱਢ ਕੇ ਬਈ ਉਹਨਾਂ ਦੇ ਬੱਚੇ ਬਣ ਜਾਈਏ। ਬੱਚੇ ਬਣ ਕੇ ਉਹਨਾਂ ਦੇ ਬਈ ਬੱਚਿਆਂ ਨੂੰ ਤੇ ਕਿਹੜੀ ਗੱਲ ਹੈ? ਮਾਂ ਪਿਓ ਆਪਣੇ ਬੱਚੇ ਨੂੰ ਭਾਵੇਂ ਜਿਸ ਤਰ੍ਹਾਂ ਦਾ ਮਰਜ਼ੀ ਹੋਵੇ, ਬਈ ਉਹਨੂੰ ਕੋਈ ਚੰਗਾ ਮਾੜਾ ਨਹੀਂ ਉਹਦਾ ਦੇਖਦੇ, ਪਰ ਉਹ ਬੱਚਾ ਹੋਵੇ ਸਹੀ। ਬਸ ਸਤਿਗੁਰਾਂ ਦੇ ਮੈਂ ਕਿਉਂ ਕਈ ਵਾਰੀ ਬੇਨਤੀ ਕਰਦਾ ਕਿ ਇੱਕੋ ਹੀ ਬੇਨਤੀ ਸਤਿਗੁਰਾਂ ਦੇ ਚਰਨਾਂ ਦੇ ਵਿੱਚ, ਕੋਈ ਇੱਥੇ ਵੱਡਾ ਨਹੀਂ, ਕੋਈ ਛੋਟਾ ਨਹੀਂ, ਕੋਈ ਅਮੀਰ ਨਹੀਂ, ਕੋਈ ਗਰੀਬ ਨਹੀਂ, ਕੋਈ ਉੱਚ ਨਹੀਂ, ਕੋਈ ਨੀਚਾ ਨਹੀਂ। ਅਸੀਂ ਸਾਰੇ ਹੀ ਉਹਨਾਂ ਦੇ ਬੱਚੇ ਹਾਂ। ਪਰ ਜਿਸ ਤਰ੍ਹਾਂ ਅਸੀਂ ਆਣ ਕੇ ਉਹਨਾਂ ਦੇ ਦਰਬਾਰ ਦੇ ਵਿੱਚ ਅਸੀਂ ਸਿਰ ਝੁਕਾਉਂਦੇ ਹਾਂ, ਅੰਦਰੋਂ ਹਿਰਦਾ ਵੀ ਹਿਰਦਾ ਵੀ ਝੁਕ ਜਾਵੇ, ਹਿਰਦਾ ਵੀ ਝੁਕ ਜਾਵੇ, ਸਮਝੇ ਕਿ ਠੀਕ ਹੈ ਵੀ ਮੈਂ ਸਤਿਗੁਰੂ ਜੀ ਤੁਹਾਡਾ ਇੱਕ ਅਣਜਾਣ ਜਿਹਾ ਬੱਚਾ। ਇੱਕ ਬੱਚਾ ਵੀ ਇੱਕ ਲਾਇਕ ਬੱਚੇ ਹੁੰਦੇ ਨੇ, ਉਹ ਵੀ ਨਾ ਕਹੇ ਲਾਇਕ ਨਹੀਂ, ਮੈਂ ਤਾਂ ਨਲਾਇਕ ਹੈ, ਮਹਾਨ ਨਲਾਇਕ ਹੈ। ਜਦੋਂ ਵੀ ਕਰਾਂਗੇ ਤਾਂ ਮੈਂ ਕਈ ਵਾਰੀ ਦੱਸਿਆ ਹੈ ਕਿ ਨਲਾਇਕਾਂ ਦਾ ਫਿਕਰ ਜਿਹੜਾ ਮਾਂ ਪਿਓ ਨੂੰ ਜ਼ਿਆਦਾ ਹੁੰਦਾ ਹੈ। ਲਾਇਕਾਂ ਦੇ ਤਾਂ ਫਿਰ ਵੀ ਹੁੰਦੀ ਹੈ ਕਿ ਠੀਕ ਹੈ ਵੀ ਇਹ ਕਮਾਈ ਕਰ ਲਏਗਾ, ਇਹਨੂੰ ਪਤਾ ਹੈ, ਉਹਦਾ ਫਿਕਰ ਘੱਟ ਕਰਦੇ ਨੇ। ਜਿਹੜਾ ਨਲਾਇਕ ਹੁੰਦਾ ਹੈ ਉਹਦਾ ਜ਼ਿਆਦਾ ਫਿਕਰ ਹੁੰਦਾ ਹੈ ਕਿ ਬਈ ਇਹਨੂੰ ਤਾਂ ਕੁਛ ਆਉਂਦਾ ਨਹੀਂ ਹੈਗਾ, ਜੇ ਇਹਨੂੰ ਰੋਟੀ ਬਣਾਉਣੀ ਨਹੀਂ ਆਉਂਦੀ ਇਹਦੇ ਵਾਸਤੇ ਰੋਟੀ ਬਣਾ ਕੇ ਜਾਣੀ ਆ, ਇਹਨੂੰ ਇਹਦਾ ਨਹੀਂ ਪਤਾ ਇਹਦੇ ਕੱਪੜੇ ਕੱਢ ਕੇ ਜਾਣੇ ਆ। ਉਹਨਾਂ ਨੂੰ ਸਭ ਚੀਜ਼ ਦਾ ਫਿਰ ਫਿਕਰ ਹੁੰਦਾ ਹੈ। ਸਤਿਗੁਰ ਦਇਆ ਕਿਰਪਾ ਕਰਨ ਕਿ ਸਾਨੂੰ ਆਪਣੇ ਬੱਚੇ ਬਣਾ ਲੈਣ। ਇਹ ਮਨ 'ਚੋਂ ਜਿਹੜਾ ਸਾਡਾ ਮਾਣ ਹੰਕਾਰ ਜਿਹੜਾ ਇਹ ਦੂਰ ਹੋ ਜਾਵੇ, ਤੇ ਫਿਰ ਬੇਟੇ ਕੋਈ ਦੂਰੀ ਨਹੀਂ। ਬਸ ਇਹੋ ਇਹਨੇ ਦੂਰੀ ਕੀਤੀ ਹੈ। ਕਹਿੰਦੇ ਮੇਰੀ ਮੈਂ ਨੇ ਤੇਥੋਂ ਜੁਦਾ ਰੱਖਿਆ, ਮੈਨੂੰ ਬੰਦਾ ਤੇ ਤੈਨੂੰ ਖੁਦਾ ਰੱਖਿਆ। ਮੇਰੀ ਮੈਂ ਨੇ, ਬਸ ਮੈਂ ਨੇ ਉਹਨੂੰ ਉਹ ਤੋਂ ਦੂਰ ਕੀਤਾ ਪਿਆ। ਮੈਂ ਜਿਹੜੀ ਹਉਮੈ ਉਹਨਾਂ ਨੇ ਕਿਹਾ ਵਿੱਚ ਪੜਦਾ ਹਉਮੈ ਪਾਈ, ਮੈਂ ਨੇ ਦੂਰੀ ਬਣਾ ਦਿੱਤੀ ਹੈ।
ਕੋਈ ਫਰਕ ਕੋਈ ਨਹੀਂ ਸੀ। ਜਿਸ ਤਰ੍ਹਾਂ ਸੁਣਾਇਆ ਸੀ ਨਾ ਕਿ ਪਾਰਸ ਸੀ, ਕੋਈ ਸਾਧੂ ਕੋਲ ਕੋਈ ਰਹਿੰਦਾ ਸੀ, ਕੋਈ ਸੇਵਾਦਾਰ ਗਿਆ, ਮਨ ਦੇ ਵਿੱਚ ਕੁਝ ਲੈ ਕੇ ਗਿਆ, ਕਾਫੀ ਦੇਰ ਤੱਕ ਉਹਨਾਂ ਕੋਲ ਰਿਹਾ, ਕਈ ਸਾਲ ਉਹਨਾਂ ਦੀ ਸੇਵਾ ਕੀਤੀ। ਮਨ 'ਚ ਆਇਆ ਕਿ ਮੈਨੂੰ ਮੇਰੀ ਕੋਈ ਦਸ਼ਾ ਨਹੀਂ ਬਦਲੀ, ਬੜਾ ਦੇਰ ਹੋ ਗਈ ਸੇਵਾ ਕਰਦਿਆਂ ਰਹਿੰਦਿਆਂ, ਪਰ ਕੋਈ ਗੱਲ ਬਣੀ ਨਹੀਂ ਆ, ਅਤੇ ਬਈ ਚੱਲੀਏ, ਹੈ ਨਹੀਂ ਇਹਨਾਂ ਕੋਲ ਕੁਛ ਵੀ। ਜਾ ਕੇ ਬੇਨਤੀ ਕੀਤੀ, ਕਹਿਣ ਲੱਗਾ ਮਹਾਰਾਜ ਜੀ ਮੈਨੂੰ ਛੁੱਟੀ ਦੇਵੋ। ਉਹ ਕਹਿਣ ਲੱਗੇ ਕਿ ਬਈ ਤੂੰ ਤਾਂ ਕਹਿੰਦਾ ਸਾਂ ਕਿ ਮੈਂ ਹੁਣ ਕਿਤੇ ਨਹੀਂ ਜਾਣਾ, ਮੈਂ ਤੁਹਾਡੇ ਕੋਲ ਹੀ ਰਹਿਣਾ ਆ, ਮੈਂ ਸਾਰੀ ਦੁਨੀਆ ਛੱਡ ਕੇ ਆ ਗਿਆ, ਮੇਰੇ ਕੋਲ ਹੋਰ ਕੋਈ ਮੇਰਾ ਕੋਈ ਮਾਂ ਪਿਓ ਹੀ ਨਹੀਂ ਹੈਗਾ, ਮੇਰਾ ਗੁਜ਼ਾਰਾ ਹੀ ਨਹੀਂ ਤੁਹਾਡੇ ਤੋਂ ਬਗੈਰ, ਅਤੇ ਹੁਣ ਤੂੰ ਛੁੱਟੀ ਮੰਗਦਾ, ਹੁਣ ਕਿੱਥੇ ਜਾਣਾ ਤੂੰ? ਕਹਿਣ ਲੱਗਾ ਨਹੀਂ, ਕੁਛ ਹੈਗਾ, ਕੁਛ ਕੰਮ ਰਹਿ ਗਏ ਸੀ, ਕੋਈ ਬਹਾਨਾ ਮਾਰਿਆ। ਉਹ ਸੰਤ ਅੰਤਰਜਾਮੀ ਹੁੰਦੇ ਨੇ, ਉਹਨਾਂ ਨੇ ਦੇਖਿਆ ਕਿ ਵੀ ਇਹਦੇ ਮਨ 'ਚ ਕੀ ਹੈਗੀ ਹੈ। ਕਹਿਣ ਲੱਗੇ ਕਿ ਚੱਲ ਬਈ ਚੱਲ, ਤੂੰ ਆਇਆ ਤਾਂ ਸਹੀ, ਹੁਣ ਇੰਨੀ ਦੇਰ ਇੱਥੇ ਸੇਵਾ ਕੀਤੀ ਏ, ਅਤੇ ਬਈ ਜੇ ਤੂੰ ਬਾਹਰ ਵੀ ਕਿਸੇ ਕੋਲ ਕੰਮ ਕਰਦਾ, ਕਿਸੇ ਦੀ ਦਿਹਾੜੀ ਕਰਦਾ, ਅਤੇ ਤੈਨੂੰ ਕੁਛ ਨਾ ਕੁਛ ਉਹਨਾਂ ਨੂੰ ਦੇਣਾ ਸੀ। ਚੱਲ ਤੇਰੀ ਜਾਣ ਦੀ ਮਰਜ਼ੀ ਹੈ, ਅਤੇ ਕੋਈ ਗੱਲ ਨਹੀਂ, ਚਲਾ ਜਾ ਤੂੰ, ਅਤੇ ਪਰ ਇਸ ਤਰ੍ਹਾਂ ਕਰ, ਤੈਨੂੰ ਮੈਂ ਕੁਛ ਦਿੰਦਾ ਵਾ, ਅਤੇ ਚਲੋ ਉਹ ਲੈ ਜਾ, ਸੰਸਾਰ 'ਚ ਤੇਰੇ ਕੰਮ ਆਏਗਾ। ਉਹਨੂੰ ਭੇਜਿਆ। ਕਹਿਣ ਲੱਗੇ ਕਿ ਉਹ ਪਿੱਛੇ ਸੰਦੂਕ ਪਿਆ ਪਿਛਲੇ ਕਮਰੇ ਦੇ ਵਿੱਚ, ਅਤੇ ਲੋਹੇ ਦਾ ਇੱਕ ਸੰਦੂਕ ਆ, ਉਹਨੂੰ ਫੜ ਕੇ ਲਿਆ, ਉਹਦੇ 'ਚ ਨਾ ਪਾਰਸ ਪਿਆ, ਅਤੇ ਤੈਨੂੰ ਮੈਂ ਪਾਰਸ ਦਿੰਦਾ ਵਾਂ। ਹੁਣ ਪਾਰਸ ਦੀ ਕਈ ਵਾਰੀ ਉਹਨਾਂ ਨੇ ਸਤਸੰਗ ਦੇ ਵਿੱਚ ਦੱਸਿਆ ਸੀ ਕਿ ਪਾਰਸ ਇੱਦਾਂ ਦਾ ਹੁੰਦਾ ਹੈ ਕਿ ਲੋਹੇ ਨੂੰ ਸੋਨਾ ਬਣਾ ਦਿੰਦਾ ਹੈ। ਜਦੋਂ ਉਹਨਾਂ ਨੇ ਕਿਹਾ ਕਿ ਜਾ ਲੈ ਕੇ ਆ, ਗਿਆ ਅੰਦਰ ਜਾ ਕੇ ਜਦੋਂ ਦੇਖਿਆ ਲੋਹੇ ਦਾ ਸੰਦੂਕ ਪਿਆ, ਚੁੱਕਿਆ ਅਤੇ ਲਿਆ ਕੇ ਅਤੇ ਉਹਨਾਂ ਦੇ ਸਾਹਮਣੇ ਰੱਖ ਦਿੱਤਾ, ਪਰ ਚਿਹਰੇ 'ਤੇ ਖੁਸ਼ੀ ਕੋਈ ਨਹੀਂ ਸੀ, ਫਿਰ ਵੀ ਖੁਸ਼ੀ ਕੋਈ ਨਹੀਂ ਸੀ ਹੈਗੀ। ਉਹਨਾਂ ਨੇ ਵੇਖ ਲਿਆ ਕਿ ਬਈ, ਕਹਿਣ ਲੱਗੇ ਕੀ ਗੱਲ ਏ, ਇੰਨੀ ਕੀਮਤੀ ਚੀਜ਼ ਤੈਨੂੰ ਮੈਂ ਦੇ ਰਿਹਾ ਵਾਂ, ਦੁਨੀਆ ਭੱਜਦੀ ਹੈ ਇਹਨਾਂ ਚੀਜ਼ਾਂ ਦੇ ਮਗਰ, ਅਤੇ ਤੈਨੂੰ ਕੋਈ ਖੁਸ਼ੀ ਨਹੀਂ ਹੈ। ਫਿਰ ਵੀ ਚੁੱਪ ਕਰਕੇ ਖਲੋਤਾ ਰਿਹਾ। ਕਹਿੰਦੇ ਬਈ ਇਹਨੂੰ ਖੋਲ, ਵੇਖ ਇਹਦੇ ਵਿੱਚ ਕੁਛ ਹੈਗਾ ਹੈ। ਵਿੱਚ ਖੋਲ੍ਹਿਆ ਅਤੇ ਇੱਕ ਕੋਈ ਛੋਟਾ ਜਿਹਾ ਪੱਥਰ ਪਿਆ ਸੀ, ਅਤੇ ਕਹਿਣ ਲੱਗਾ ਆਹ ਵੇਖਿਆ ਪੱਥਰ, ਕਹਿੰਦੇ ਇਹਨੂੰ ਲਿਆ ਬਾਹਰ ਕੱਢ ਦਿੱਤਾ। ਫਿਰ ਕਹਿੰਦੇ ਕਿ ਵੀ ਆਹ ਪੱਥਰ ਤੈਨੂੰ ਦੇਣਾ ਵਾ, ਤੇਰੇ ਵਾਸਤੇ ਆ, ਤੂੰ ਲੈ ਜਾ, ਇਹ ਸੋਨੇ ਨੂੰ ਲੋਹੇ ਨੂੰ ਲਾਏਂਗਾ, ਸੋਨਾ ਹੋ ਜਾਏਗਾ, ਅਤੇ ਬਈ ਸੰਸਾਰ ਦੇ ਵਿੱਚ ਐਸ਼ ਕਰ, ਤੂੰ ਜੋ ਤੇਰੇ ਮਨ ਦੇ ਤੇਰੇ ਖਵਾਹਿਸ਼ਾਂ ਰਹਿ ਗਈਆਂ ਪੂਰੀਆਂ ਕਰ ਲਾ ਤੂੰ। ਹੁਣ ਪੱਥਰ ਫੜ ਵੀ ਲਿਆ, ਚਿਹਰੇ 'ਤੇ ਫਿਰ ਵੀ ਕੋਈ ਖੁਸ਼ੀ ਨਹੀਂ ਹੈਗੀ। ਫਿਰ ਕਹਿਣ ਲੱਗੇ ਕਿਉਂ, ਕੀ ਗੱਲ, ਤੈਨੂੰ ਯਕੀਨ ਨਹੀਂ ਹੈਗਾ? ਚੁੱਪ ਰਿਹਾ, ਪਤਾ ਸੀ। ਕਹਿੰਦੇ ਤੇਰੇ ਮਨ 'ਚ ਇਹੋ ਹੀ ਹੈ ਨਾ ਕਿ ਇਹ ਕਹਿੰਦੇ ਨੇ ਕਿ ਇਹਨੂੰ ਪੱਥਰ ਜਿਹੜਾ ਇਹ ਪਾਰਸ ਆ, ਲੋਹੇ ਨਾਲ ਲਾਓ ਸੋਨਾ ਬਣ ਜਾਂਦਾ ਹੈ, ਅਤੇ ਸੰਦੂਕ ਤਾਂ ਲੋਹੇ ਦਾ ਹੀ ਹੈ, ਇਹਦੇ 'ਚ ਇੰਨਾ ਚਿਰ ਮਤਲਬ ਪਿਆ ਰਿਹਾ ਹੈ, ਅਤੇ ਇਹ ਨਹੀਂ ਸੋਨੇ ਦਾ ਅਜੇ ਤੱਕ ਬਣਿਆ, ਅਤੇ ਮੈਨੂੰ ਟਰਕਾਉਣ ਲੱਗੇ, ਹੁਣ ਕੱਢਣ ਲੱਗੇ ਨੇ ਬਾਹਰ, ਅਤੇ ਮੈਨੂੰ ਬਸ ਫੜਾ ਦਿੱਤਾ ਹੈ। ਕਹਿੰਦੇ ਇਹੋ ਤੇਰੇ ਮਨ 'ਚ? ਕਹਿੰਦਾ ਹਾਂ ਬਿਲਕੁਲ ਇਹੋ ਮਨ 'ਚ ਮੇਰੇ, ਕਿ ਇੰਨੀ ਦੇਰ ਹੋ ਗਈ, ਪਤਾ ਨਹੀਂ ਕਦੋਂ ਦਾ ਤੁਸੀਂ ਰੱਖਿਆ ਵਾ, ਤਾਂ ਸੰਦੂਕ ਤਾਂ ਅਜੇ ਤੱਕ ਸੋਨੇ ਦਾ ਨਹੀਂ ਬਣਿਆ। ਉਹ ਕਹਿਣ ਲੱਗੇ ਵੇਖ ਇਹਦੇ ਵਿੱਚ ਹੋਰ ਤਾਂ ਨਹੀਂ ਕੁਛ ਹੈਗਾ? ਦੇਖਿਆ, ਕਹਿੰਦਾ ਨਹੀਂ, ਸੰਦੂਕ ਖਾਲੀ ਹੈ ਜੀ, ਬਿਲਕੁਲ ਕੁਛ ਵੀ ਨਹੀਂ ਹੈਗਾ ਇਹਦੇ ਵਿੱਚ। ਫਿਰ ਕਹਿੰਦੇ ਇੱਕ ਵਾਰੀ ਧਿਆਨ ਦੇ, ਫਿਰ ਦੇਖ ਇੱਕ ਵਾਰੀ। ਕਹਿੰਦਾ ਨਹੀਂ ਕੁਛ ਹੈਗਾ ਜੀ। ਕਹਿੰਦੇ ਦੇਖ, ਹੱਥ ਮਾਰ, ਵਿੱਚ ਕੁਛ ਹੋਏਗਾ ਜ਼ਰੂਰ। ਹੱਥ ਮਾਰਿਆ ਅਤੇ ਇੱਕ ਕਾਗਜ਼, ਜਿਸ ਤਰ੍ਹਾਂ ਅਖਬਾਰ ਦਾ ਇੱਕ ਟੁਕੜਾ ਸੀ, ਇੱਕ ਜਿਹੜਾ ਉਹ ਸੀ ਪਿਆ ਸੀ ਵਿੱਚ, ਕੱਢ ਕੇ ਅਤੇ ਫੜਾ। ਕਹਿੰਦਾ ਕਿ ਹੋਰ ਤਾਂ ਕੋਈ ਖਾਲੀ ਪਿਆ ਜੀ, ਆਹ ਦੇਖੋ ਅਖਬਾਰ ਹੀ ਹੈ ਵਿੱਚ। ਕਹਿਣ ਲੱਗੇ ਅਖਬਾਰ ਕੱਢ ਦੇ ਬਾਹਰ ਹੁਣ, ਅਤੇ ਹੁਣ ਪੱਥਰ ਰੱਖ ਵਿੱਚ। ਜਦੋਂ ਅਖਬਾਰ ਕੱਢੀ, ਪੱਥਰ ਉਹ ਵਿੱਚ ਰੱਖਿਆ, ਰੱਖਦਿਆਂ ਸਾਰੀ ਉਹ ਜਿਹੜਾ ਸੀ ਸੰਦੂਕ ਜਿਹੜਾ ਸੀ ਸੋਨੇ ਦਾ ਬਣ ਗਿਆ। ਕਹਿਣ ਲੱਗੇ ਭਰਮ ਹੋ ਗਿਆ ਦੂਰ, ਬੜਾ ਚਿਹਰੇ 'ਤੇ ਨੂਰ ਆ ਗਿਆ ਉਸੇ ਵੇਲੇ। ਕਹਿੰਦੇ ਹੁਣ ਤੂੰ ਦੱਸ ਕਿ ਤੇਰੇ ਮਨ ਦੇ ਵਿੱਚ ਕੀ ਸੀ? ਤੂੰ ਤਾਂ ਆਇਆ ਸੀ ਇੱਥੇ ਕੁਝ ਬਣਨ ਵਾਸਤੇ, ਸੋਨਾ ਬਣਨ ਵਾਸਤੇ, ਪਰ ਹੁਣ ਤੇਰੇ ਮਨ 'ਚ ਇਹੋ ਹੀ ਭਰਮ ਆਇਆ ਕਿ ਮੇਰੇ ਮਨ ਦੀ ਸਥਿਤੀ ਨਹੀਂ ਬਦਲੀ ਅੱਜ ਤੱਕ, ਮੇਰਾ ਕੋਈ ਬਦਲਾਵ ਨਹੀਂ ਆਇਆ, ਕੁਛ ਨਹੀਂ ਹੋਇਆ, ਇਸੇ ਕਰਕੇ ਜਾ ਰਿਹਾ ਨਾ? ਕਹਿੰਦਾ ਹਾਂ ਬਿਲਕੁਲ ਇਸੇ ਕਰਕੇ ਜਾ ਰਿਹਾ। ਮੇਰੇ ਵਿੱਚ ਕੋਈ ਕਾਮ, ਕ੍ਰੋਧ, ਲੋਭ, ਹੰਕਾਰ, ਜੋ ਵੀ ਚੀਜ਼ਾਂ ਸੀ ਮੇਰੀਆਂ ਉੱਦਾਂ ਦੀਆਂ ਉੱਦਾਂ ਹੀ ਆ। ਮੈਂ ਜਿੰਨਾ ਦੁਖੀ ਪਹਿਲਾਂ ਸਾਂ ਓਨਾ ਹੀ ਦੁਖੀ ਹੋਣਿਆ, ਮੈਨੂੰ ਤਾਂ ਕੋਈ ਸ਼ਾਂਤੀ ਨਹੀਂ ਆਈ, ਇਸੇ ਕਰਕੇ ਮੈਂ ਜਾ ਰਿਹਾ ਹਾਂ। ਕਹਿਣ ਲੱਗੇ ਕਿ ਆਹ ਦੇਖ, ਆਹ ਪੱਥਰ ਸੀ, ਤੇਰੇ ਮਨ 'ਚ ਆਇਆ ਸੀ, ਇਹ ਇੰਨੇ ਸਾਲ ਹੋ ਗਏ ਨੇ, ਪਤਾ ਨਹੀਂ ਸ਼ਾਇਦ 20-30 ਸਾਲ ਹੋ ਗਏ ਨੇ ਪੱਥਰ ਇਹਦੇ ਵਿੱਚ ਪਿਆ ਵਾ, ਪਰ ਇਹ ਸੰਦੂਕ ਸੋਨੇ ਦਾ ਨਹੀਂ ਬਣਿਆ। ਕਿੰਨੇ ਨਹੀਂ ਇਹਨੂੰ ਬਣਨ ਦਿੱਤਾ, ਇੱਕ ਸਿਰਫ ਛੋਟੇ ਜਿਹੇ ਫਾਸਲੇ ਨੇ। ਅਖਬਾਰ ਦਾ ਇੱਕ ਪੀਸ ਕਿੰਨਾ ਕੁ ਮੋਟਾ ਹੁੰਦਾ ਹੈ? ਕਹਿੰਦੇ ਇੰਨਾ ਕੁ ਫਾਸਲਾ ਸੀ ਵਿੱਚ, ਉਹ ਇਹ ਦੋਨਾਂ ਚੀਜ਼ਾਂ ਦੇ ਵਿੱਚ, ਇਹਨੇ ਇਹਨੂੰ ਸੋਨੇ ਦਾ ਨਹੀਂ ਬਣਨ ਦਿੱਤਾ। ਕਹਿੰਦੇ ਉਹ ਤੇਰੇ ਮਨ ਦੀ ਸਥਿਤੀ ਹੈ।
ਤੇਰੇ ਮਨ 'ਚ ਕਾਕਾ ਕਦੀ ਵਿਸ਼ਵਾਸ ਨਹੀਂ ਆਇਆ, ਭਰੋਸਾ ਨਹੀਂ ਆਇਆ, ਭਰਮ ਸੀ ਤੇਰੇ ਮਨ ਦੇ ਵਿੱਚ। ਇਸੇ ਭਰਮ ਨੇ ਤੈਨੂੰ ਅੱਜ ਤੱਕ ਬਣਨ ਨਹੀਂ ਦਿੱਤਾ, ਸੋਨਾ ਨਹੀਂ ਬਣਨ ਦਿੱਤਾ, ਤੈਨੂੰ ਮੇਰੇ ਨਾਲ ਮਿਲਣ ਨਹੀਂ ਦਿੱਤਾ ਇਹਨੇ। ਤੇਰੇ ਅੰਦਰ ਵਿਸ਼ਵਾਸ ਨਹੀਂ ਸੀ, ਭਰੋਸਾ ਹੀ ਨਹੀਂ ਸੀ, ਇਸ ਕਰਕੇ ਤੂੰ ਜਿੱਦਾਂ ਦਾ ਆਇਆ ਉੱਦਾਂ ਦਾ ਹੀ ਅੱਜ ਤੱਕ ਤੂੰ ਰਿਹਾ ਹੈ। ਤੇ ਬਈ ਇੰਨੀ ਕੁ ਜਿਹੜੀ ਦੂਰੀ ਹੈ, ਕਹਿੰਦੇ ਇੰਨੀ ਕੁ ਦੂਰੀ ਨੇ ਇਹਨੂੰ ਵਿੱਚ ਕੋਲ ਹੋ ਕੇ ਵੀ ਅੱਜ ਤੱਕ ਸੋਨੇ ਦਾ ਨਹੀਂ ਬਣਨ ਦਿੱਤਾ। ਬਸ ਇਸੇ ਅਵਸਥਾ ਨੇ ਤੈਨੂੰ ਵੀ ਤੇਰਾ ਕੁਝ ਬਣਨ ਨਹੀਂ ਦਿੱਤਾ ਉਸ ਚੀਜ਼ ਤੋਂ। ਕਈ ਵਾਰੀ ਅਸੀਂ ਸਫ਼ਰ ਕਰਦੇ ਹਾਂ, ਮਾਣ ਕਰਦੇ ਹਾਂ, ਜਾਂ ਕਈ ਵਾਰੀ ਸੋਚਦੇ ਹਾਂ ਕਿ ਇੰਨੀ ਦੇਰ ਹੋ ਗਈ, ਇੰਨਾ ਚਿਰ ਹੋ ਗਿਆ, ਸਾਡਾ ਕਿਉਂ ਨਹੀਂ ਉਹ ਚੀਜ਼ ਆਈ? ਕਿਉਂਕਿ ਉਹ ਭਰਮ ਪਤਾ ਹੀ ਨਹੀਂ ਲੱਗਦਾ ਕਿ ਮਨ ਦਾ ਸਾਨੂੰ 1 ਮਿੰਟ ਦੇ ਵਿੱਚ ਤਾਂ ਐਂ ਹੋ ਜਾਂਦਾ ਹੈ ਕਿ ਸਭ ਕੁਝ ਵਾਰਨ ਨੂੰ ਤਿਆਰ ਹੋ ਜਾਂਦਾ ਹੈ। ਕਹਿੰਦਾ ਕਿ ਜੀ ਹੁਣੇ ਮੈਂ ਗਰਦਨ ਵੱਢ ਕੇ ਤੁਹਾਡੇ ਚਰਨਾਂ 'ਚ ਰੱਖ ਦਾਂਗਾ। ਹੁਣੇ ਮਾੜੀ ਜੀ ਕੋਈ ਗੱਲ ਹੋ ਗਈ ਤੇ ਐਂ ਉੱਤੇ ਚੜ੍ਹ ਪੈਂਦਾ, ਕਹਿੰਦਾ ਮੈਨੂੰ ਗੱਲ ਕਰ ਦਿੱਤੀ ਹੈ, ਮੈਨੂੰ ਕਹਿ ਦਿੱਤਾ ਕੁਛ, ਮੈਨੂੰ ਜਾਣਦੇ ਨਹੀਂ, ਮੈਂ ਇੰਨਾ ਚਿਰ ਹੋ ਗਿਆ, ਮੈਨੂੰ ਕਹਿ ਦਿੱਤਾ। ਉਹ ਕੀ ਹੈ? ਹੰਕਾਰ ਸਾਡੇ ਅੰਦਰ। ਉਹ ਮਰਿਆ ਨਹੀਂ ਨਾਗ ਜਿਹੜਾ ਸੀ, ਫੰਕਾਰਾ ਜਿਹੜਾ ਸੀ ਉਹ ਨਾਗ ਵਾਲਾ ਛੁੱਟਿਆ ਨਹੀਂ। ਜਦੋਂ ਤੱਕ ਉਹ ਜਿਹੜੀ ਚੀਜ਼ ਦੀ ਉਹ ਕੁਚਲੀ ਨਹੀਂ ਜਾਂਦੀ, ਉਦੋਂ ਤੱਕ ਇਹਦਾ ਕੁਛ ਨਹੀਂ ਬਣ ਸਕਦਾ। ਚਾਹੇ ਗੁਰਮਤਿ ਨੇ ਕਿਉਂ ਫਰਮਾਉਣਾ ਕਿ ਬਈ ਤੁਸੀਂ ਭਾਵੇਂ 24 ਘੰਟੇ ਗੋਡੇ ਫੜ ਕੇ ਵੀ ਬਹਿ ਰਹੋ, ਨਹੀਂ ਉਸ ਚੀਜ਼ ਨੂੰ ਪਾ ਸਕਦੇ, ਕਿਉਂਕਿ ਉਹ ਗੋਡਿਆਂ 'ਚ ਨਹੀਂ ਕੁਛ ਉਹ ਜਿੰਨਾ 'ਚ ਰੱਖਿਆ ਜਿੰਨਾ ਬਾਹਰਲੇ 'ਚ। ਠੀਕ ਹੈ ਬਈ, ਬਾਹਰ ਦੇ ਸ਼ੁਭ ਕਰਮ ਬਣਦੇ ਨੇ, ਉਹ ਦਿਆ ਕਰਦੇ ਨੇ, ਰੱਖਦੇ ਕਿਸੇ ਦਾ ਵੀ ਕੁਛ ਨਹੀਂ। ਗੁਰਮਤਿ ਨੇ ਫਰਮਾਉਣਾ ਕਿ ਤੀਲਾ ਵੀ ਚੁੱਕ ਕੇ ਇੱਧਰ ਦਾ ਇੱਧਰ ਰੱਖਿਆ ਜਿਹੜਾ ਵਾ, ਉਹਦਾ ਵੀ ਉਹ ਨਹੀਂ ਕੁਛ ਰੱਖਦੇ, ਉਹਦਾ ਵੀ ਸਾਨੂੰ ਕੁਛ ਨਾ ਕੁਛ ਮਿਲਦਾ ਹੈ। ਲੇਕਿਨ ਪਰਮ ਸੁੱਖ ਜਿਹੜਾ, ਪਰਮ ਸੁੱਖ ਦੀ ਪ੍ਰਾਪਤੀ ਜਿਹੜੀ, ਉਹ ਕੁਛ ਹੋਰ ਹੈ। ਸੁੱਖ ਤਾਂ ਸਾਨੂੰ ਜਿੰਨੇ ਜਣੇ ਅਸੀਂ ਬੈਠੇ ਹਾਂ, ਕੋਈ ਹੈਗਾ ਇੱਥੇ ਜਿਹਨੂੰ ਸੁੱਖ ਨਾ ਮਿਲਿਆ ਹੋਵੇ? ਸੁੱਖ ਤਾਂ ਹਰ ਇੱਕ ਨੂੰ ਕਦੀ ਨਾ ਕਦੀ ਕੋਈ ਮਨ 'ਚ ਆਸ ਲੈ ਕੇ ਆਏ, ਗੁਰਮਤਿ ਨੇ ਪੂਰੀ ਕੀਤੀ ਤੇ ਸੁੱਖ ਹੋਇਆ ਕਿ ਹਾਂ ਬਈ ਆਹ ਕੰਮ ਪੂਰਾ ਹੋ ਗਿਆ, ਮੈਨੂੰ ਸੁੱਖ ਮਿਲ ਗਿਆ। ਪਰ ਉਹ ਪਰਮ ਸੁੱਖ ਨਹੀਂ ਹੈਗਾ, ਹਰ ਵੇਲੇ ਉਹ ਰਹਿੰਦਾ ਨਹੀਂ ਸੁੱਖ। ਅੱਜ ਬੜੀ ਸਥਿਤੀ ਮਨ ਦੀ ਹੁੰਦੀ ਹੈ, ਕਹਿੰਦਾ ਮੈਨੂੰ ਤਾਂ ਗੁਰੂ ਮਹਾਰਾਜ ਨੇ ਸਭ ਕਿਰਪਾ ਕਰ ਦਿੱਤੀ, ਮੈਂ ਬੜਾ ਸੁਖੀ ਹਾਂ। 4 ਦਿਨ ਲੰਘਦੇ ਨੇ, ਕਹਿੰਦਾ ਮੈਨੂੰ ਕੀ ਦਿੱਤਾ ਇਹਨਾਂ ਨੇ, ਮੈਂ ਬੜਾ ਦੁਖੀ ਹਾਂ, ਮੈਨੂੰ ਨਹੀਂ ਕੁਛ ਮਿਲਿਆ। ਕਿਉਂਕਿ ਉਹ ਸੁੱਖ ਦੀ ਲਿਮਿਟ ਹੀ ਓਨੀ ਕੁ ਹੈ। ਥੋੜ੍ਹੀ ਦੇਰ ਵਾਸਤੇ ਮੈਂ ਦੱਸਿਆ ਸੀ, ਇੱਕ ਵਾਰੀ ਗੁਰੂ ਮਹਾਰਾਜ ਜੀ ਦੇ ਨਾਲ ਕਿਤੇ ਜਾਣ ਦਾ ਮੌਕਾ ਮਿਲਿਆ, ਕਿਸੇ ਦੇ ਘਰ ਸਤਸੰਗ ਸੀ। ਸਤਸੰਗ ਤੋਂ ਬਾਅਦ ਸਤਿਗੁਰਾਂ ਦੇ ਚਰਨਾਂ 'ਚ ਆਣ ਕੇ ਮੱਥਾ ਟੇਕਿਆ ਬੀਬੀ ਨੇ, ਤੇ ਕਹਿਣ ਲੱਗੇ ਕਿ ਮਹਾਰਾਜ ਜੀ ਬਸ ਦਇਆ ਕਰੋ, ਕਿਰਪਾ ਕਰੋ। ਹੁਣ ਕਹਿਣ ਲੱਗੇ ਕਿ ਮਹਾਰਾਜ ਜੀ ਘਰ 'ਚ ਨਾ ਸੁੱਖ ਸ਼ਾਂਤੀ ਰਵੇ, ਪਸ਼ੂ ਨਹੀਂ ਸੀ ਬਚਦੇ ਅੱਗੇ ਕੋਈ, ਦੁੱਧ ਦੀ ਬੜੀ ਘਾਟ ਰਹਿੰਦੀ ਸੀ। ਤੇ ਮਹਾਰਾਜ ਮੈਂ ਨਾ ਮੱਝਾਂ 2 ਨਵੀਆਂ ਲਿਆਂਦੀਆਂ ਸੀ, ਤੇ ਸਤਸੰਗ ਹੀ ਇਸੇ ਕਰਕੇ ਕਰਵਾਇਆ। ਗੁਰਮਤਿ ਕਿਰਪਾ ਕਰਿਓ ਹੁਣ ਦੁੱਧ ਨਾ ਘਰ 'ਚੋਂ ਮਤਲਬ ਮੁੱਕੇ ਦੁੱਧ ਇਹਦਾ। ਗੁਰਮਤਿ ਕਹਿਣ ਲੱਗੇ ਸੌਰੀ ਦੀਏ, ਤੇ ਮੰਗਣਾ ਵੀ ਨਹੀਂ ਆਉਂਦਾ, ਕੀ ਮੰਗਣਾ ਕੀ? ਕਿਹਾ ਕਿ ਬਈ ਦਇਆ ਕਿਰਪਾ ਕਰਿਓ ਮੱਝਾਂ ਠੀਕ ਰਹਿਣ। ਹੁਣ ਕਹਿੰਦੇ ਗੁਰਮਤਿ ਕਹਿੰਦੇ ਕਿੰਨੀ ਕੁ ਦੇਰ ਠੀਕ ਰਹਿਣੀਆਂ ਨੇ? ਹੁਣ ਮੱਝ ਦੀ ਇੱਕ ਦੀ ਉਮਰ ਹੀ ਵੱਧ ਤੋਂ ਵੱਧ ਕਹਿ ਲਓ 10 ਸਾਲ 12 ਸਾਲ 14 ਸਾਲ ਹੈਗੀ ਹੈ। ਹੁਣ ਰਹੇਗੀ ਉਨੀ ਦੇਰ ਤੋਂ, ਉਨੀ ਦੇਰ ਤੋਂ ਬਾਅਦ ਤੇ ਹੁਣ ਜਦੋਂ ਉਹਦੀ ਉਮਰ ਹੀ ਖਤਮ ਹੋ ਗਈ ਤੇ ਉਹਨੇ ਜਾਣਾ ਹੀ ਹੈ। ਤੇ ਗੁਰਮਤਿ ਫਰਮਾਉਣ ਲੱਗੇ ਸੌਰੀ ਜੀ, ਮੱਝਾਂ ਕੱਲੀ ਮੰਗਣ ਨਹੀਂ, ਜੇ ਉੱਦਾਂ ਹੀ ਮੰਗਣਾ ਤੇ ਦੁੱਧ ਹੀ ਮੰਗ ਲਾ, ਕੇ ਦੁੱਧ ਹੀ ਨਾ ਮੁੱਕੇ ਘਰੋਂ, ਤੈਨੂੰ ਤੂੰ ਮੱਝਾਂ ਕੋ ਕੀ ਲੈਣਾ ਵਾ? ਪਰ ਸਾਨੂੰ ਉਹੀ ਚੀਜ਼ ਅਸੀਂ ਮੰਗਦੇ ਹਾਂ, ਉਹੀ ਚੀਜ਼ਾਂ ਹੀ ਮੰਗ ਲਿਆ ਜੀ। ਮੈਂ ਕਦੀ ਸਰ ਮੈਂ ਕਈ ਵਾਰੀ ਦੱਸਿਆ ਕਿ ਆਹ ਚੀਜ਼ 'ਚੋਂ ਨਿਕਲ ਜਾਈਏ, ਆਹ ਚੀਜ਼ ਮਿਲ ਜਾਵੇ, ਆਹ ਚੀਜ਼ ਹੋ ਜਾਵੇ। ਪਰ ਇਹ ਚੀਜ਼ਾਂ ਕਾਹਦੇ ਵਾਸਤੇ ਮੰਗ ਰਹੇ ਹਾਂ? ਸਾਰੀਆਂ ਚੀਜ਼ਾਂ ਕਾਹਦੇ ਵਾਸਤੇ ਨੇ? ਸੁੱਖ ਵਾਸਤੇ। ਸੁੱਖ ਨੂੰ ਲੱਭ ਰਹੇ ਹਾਂ ਅਸੀਂ। ਕੋਈ ਸੁੱਖ ਨੂੰ ਪੜ੍ਹਾਈ 'ਚੋਂ ਲੱਭ ਰਿਹਾ, ਕੋਈ ਸੁੱਖ ਨੂੰ ਪੈਸਿਆਂ 'ਚੋਂ ਲੱਭ ਰਿਹਾ, ਕੋਈ ਸੁੱਖ ਨੂੰ ਕਿਸੇ ਕਹਿ ਲਓ ਲੜਕੇ 'ਚੋਂ, ਕੋਈ ਲੜਕੀ 'ਚੋਂ ਲੱਭ ਰਿਹਾ, ਕੋਈ ਵੱਡੀਆਂ ਕੋਠੀਆਂ ਕਾਰਾਂ 'ਚੋਂ ਲੱਭ ਰਿਹਾ, ਕੋਈ ਕਹਿੰਦਾ ਕਿ ਮੈਨੂੰ ਬਾਹਰਲੇ ਦੇਸ਼ ਭੇਜ ਦਿਓ, ਮੈਂ ਉੱਥੋਂ ਸੁਖੀ ਹੋ ਜਾਵਾਂਗਾ। ਪਰ ਉਹ ਹੈ ਤਾਂ ਕਿਤੇ ਵੀ ਨਹੀਂ ਹੈ। ਉਹ ਕਹਿੰਦੇ ਵਸਤੂ ਕਹੀਂ ਢੂੰਢੇ ਕਹੀਂ ਕਿਸਮਤ ਆਵੇ ਹਾਥ। ਉਹ ਜਿਹੜੀ ਚੀਜ਼ ਇੱਥੇ ਹੈ ਹੀ ਨਹੀਂ ਆ, ਉਹਨੂੰ ਅਸੀਂ ਇੱਥੋਂ ਲੱਭਦੇ ਫਿਰਦੇ ਹਾਂ। ਇਸ ਕਰਕੇ ਸਤਿਗੁਰ ਸਾਨੂੰ ਸੁੱਖ ਦੇਣਾ ਚਾਹੁੰਦੇ ਨੇ, ਉਹ ਪਰਮ ਸੁੱਖ ਦੇਣਾ ਚਾਹੁੰਦੇ ਨੇ ਕਿ ਜਿਹੜਾ ਕਹਿੰਦੇ ਮਿਲੇ ਕਦੇ ਨਾ ਵਿਛੜੇ। ਜਿਹੜਾ ਇੱਕ ਵਾਰੀ ਮਿਲ ਜੇ ਫਿਰ ਵਿਛੜੇਗਾ ਨਹੀਂ, ਫਿਰ ਉਹ ਜਿਹੜਾ ਫਿਰ ਆ ਗਿਆ ਤੇ ਫਿਰ ਆ ਗਿਆ, ਬਸ ਫਿਰ ਜਾਏਗਾ ਨਹੀਂ ਕਿਤੇ। ਪਰ ਉਹ ਆਉਣਾ ਹੀ ਮੁਸ਼ਕਿਲ ਹੈ। ਆਉਣਾ ਕਿਸ ਤਰ੍ਹਾਂ ਆ ਕਿ ਬਈ ਕਹਿੰਦੇ ਮਿਟਾ ਦੇ ਆਪਣੀ ਹਸਤੀ ਕੋ ਅਗਰ ਕੁਛ ਮਰਤਬਾ ਚਾਹੇ। ਜਦੋਂ ਇਹ ਆਪਣੇ ਆਪ ਨੂੰ ਮਿਟਾ ਦਿੱਤਾ ਇਹਨੇ, ਫਿਰ ਉਹ ਦਇਆ ਕਰਨਗੇ, ਫਿਰ ਉਹ ਇਹਨੂੰ ਆਪਣਾ ਰੰਗ ਦੇ ਦੇਣਗੇ ਇਹਨੂੰ। ਫਿਰ ਉਹ ਰੰਗ ਜਿਹੜਾ ਫਿਰ ਉਹ ਨਹੀਂ ਲੱਥਣਾ ਕਦੀ ਵੀ। ਉਹ ਜਿਹੜਾ ਉਹਨਾਂ ਨੇ ਦਾਤ ਬਖਸ਼ੀ ਦਿੱਤੀ ਉਹਨੂੰ ਕੋਈ ਖੋ ਨਹੀਂ ਸਕਦਾ ਫਿਰ। ਤੇ ਸਤਿਗੁਰ ਕਿਰਪਾ ਕਰਨ, ਦਇਆ ਕਰਨ ਕਿ ਜਿਸ ਤਰ੍ਹਾਂ ਨੇ ਫਰਮਾਇਆ ਕਿ ਤੁਸੀਂ ਮਿਲੋਗੇ ਤੇ ਸਤਿਗੁਰ ਜੀ ਮਿਲ ਸਕਦੇ ਹਾਂ। ਸਾਡੇ ਮਿਲਣਾ ਹੁੰਦਾ ਤੇ ਫਿਰ ਤਾਂ ਅਸੀਂ ਕਦੋਂ ਦਾ ਮਿਲ ਲੈਣਾ ਸੀ। ਤੁਸੀਂ ਕਿਰਪਾ ਕਰੋਗੇ ਫਿਰ ਸਾਰੀ ਗੱਲ ਬਣਨੀ ਆ। ਜਦੋਂ ਇਹ ਬੇਨਤੀ ਸਾਡੇ ਹਿਰਦੇ 'ਚੋਂ ਨਿਕਲੀ ਤੇ ਫਿਰ ਬਈ ਸਤਿਗੁਰ ਦੀ ਦਇਆ ਕਿਰਪਾ ਜ਼ਰੂਰ ਆਏਗੀ। ਤੇ ਸਤਿਗੁਰ ਕਿਰਪਾ ਕਰਨ, ਦਇਆ ਕਰਨ, ਸਾਨੂੰ ਸਭ ਨੂੰ ਬੇਨਤੀ ਕਰਨ ਦੀ ਜਾਚ ਬਖਸ਼ਣ, ਇੰਨਾ ਭਾਵ ਭਰੋਸਾ ਬਖਸ਼ਣ ਕਿ ਅਸੀਂ ਉਹਨਾਂ ਦੇ ਸੱਚੇ ਹਿਰਦੋਂ ਉਹਨਾਂ ਦੀ ਭਗਤੀ ਕਰ ਸਕੀਏ। ਰਾਧਾ ਸੁਆਮੀ, ਰਾਧਾ ਸੁਆਮੀ।